अशुद्धताएं यस लॉर्ड खाक हो जाए। यस तेरे जैसा बन जाए। ओ यस लॉर्ड, ओ यस लॉर्ड जीसस, यस लॉर्ड। दया कर प्रभु, कृपा कर, मदद कर, सहायता कर प्रभु जी। ਅਸੀਂ ਇੱਕ ਵਾਰ ਫੇਰ ਤੋਂ ਤੇਰੀ ਪਾਕ ਹਜ਼ੂਰੀ ਦੇ ਵਿੱਚ ਆਏ ਔਰ ਇਹ ਸਾਡੀ ਇੱਛਾ ਹੈ ਪ੍ਰਭੂ ਕਿ ਅਸੀਂ ਉਹ ਤੇਰੇ ਵਰਗੇ ਬਣ ਸਕੀਏ। ਸਾਰੀਆਂ ਅਸ਼ੁੱਧਤਾਵਾਂ, ਸਾਰੀਆਂ ਬੁਰਾਈਆਂ, ਸਾਰੇ ਪਾਪ, ਸਾਰੇ ਓ ਯਸ ਲॉर्ड ਸਭ ਤੇਰੇ ਕੋਲ ਲੈ ਕੇ ਆਏ। ਯਸ ਫਾਦਰ, ਅਸੀਂ ਜਾਣਦੇ ਹਾਂ ਕਿ ਸਾਡੇ ਅੰਦਰ ਕੋਈ ਵੀ ਭਲਾਈ ਨਹੀਂ ਹੈਗੀ। ਓ ਯਸ ਲॉर्ड, ਅਸੀਂ ਪਾਪਾਂ ਦੇ ਵਿੱਚ ਪੈਦਾ ਹੋਏ ਇਨਸਾਨ ਹਾਂ, ਝੂਠ ਬੋਲਦੇ ਹੋਏ ਇਸ ਧਰਤੀ ਉੱਪਰ ਆਏ। ਯਸ ਲॉर्ड, ਔਰ ਸਾਡੇ ਅੰਦਰ ਅਸੀਂ ਜਾਣਦੇ ਹਾਂ ਕਿ ਕੋਈ ਵੀ ਭਲਾਈ ਨਹੀਂ ਹੈਗੀ। ਯਿਸੂ ਨੇ ਵੀ ਆਖਿਆ ਕਿ ਸਿਰਫ ਇੱਕ ਭਲਾ ਆ। ਯਸ ਲॉर्ड, ਉਹ ਤੂੰ ਹੀ ਆ ਪ੍ਰਭੂ, ਤੂੰ ਭਲਾ ਪਰਮੇਸ਼ਵਰ ਆ। ਓ ਯਸ ਲॉर्ड, ਅਸੀਂ ਤੇਰੀ ਮਦਦ, ਤੇਰੀ ਸਹਾਇਤਾ ਚਾਹੁੰਦੇ ਹਾਂ, ਤੇਰੀ ਕਿਰਪਾ ਨੂੰ ਚਾਹੁੰਦੇ ਹਾਂ ਪ੍ਰਭੂ ਜੀ। ਅਸੀਂ ਆਪਣਾ ਸਭ ਕੁਝ ਤੇਰੀ ਜਗਵੇਦੀ ਦੇ ਉੱਪਰ ਰੱਖਦੇ ਹਾਂ। ਓ ਯਸ ਲॉर्ड, ਸਾਡੀਆਂ ਸਾਰੇ ਵਿਚਾਰ, ਸਾਡੀਆਂ ਸਾਰੀਆਂ ਸੋਚਾਂ ਪ੍ਰਭੂ ਜੀ, ਉਹ ਸਾਰੀਆਂ ਮਨ ਦੀਆਂ ਕਾਮਨਾਵਾਂ ਪ੍ਰਭੂ ਜੀ ਜੋ ਤੇਰੇ ਵਚਨ ਤੋਂ ਉਲਟਿਆ, ਸਭ ਤੇਰੀ ਜਗਵੇਦੀ ਉੱਪਰ ਰੱਖਦੇ ਹਾਂ। ਯਸ ਫਾਦਰ, ਹੋਵੇ ਕਿ ਤੇਰੀ ਅਗਨੀ ਆਵੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਭਸਮ ਕਰ ਦੇਵੇ। ਯਸ ਲॉर्ड, ਔਰ ਸਾਨੂੰ ਸ਼ੁੱਧ ਕਰ, ਸਾਨੂੰ ਪਵਿੱਤਰ ਕਰ, ਸਾਨੂੰ ਇਹੋ ਜਿਹਾ ਬਣਾ ਪ੍ਰਭੂ ਜੀ ਕਿ ਅਸੀਂ ਤੇਰੇ ਹਰ ਇੱਕ ਵਚਨ ਦੇ ਉੱਪਰ ਵਿਸ਼ਵਾਸ ਕਰੀਏ। ਸਾਨੂੰ ਇਸ ਤਰ੍ਹਾਂ ਦਾ ਬਣਾ ਕਿ ਅਸੀਂ ਆਪਣੇ ਪੂਰੇ ਦਿਲ, ਸਾਰੀ ਜਾਨ ਦੇ ਨਾਲ ਤੈਨੂੰ ਪਿਆਰ ਕਰ ਸਕੀਏ ਪ੍ਰਭੂ ਜੀ। ਅਸੀਂ ਤੈਨੂੰ ਪਿਆਰ ਕਰਨਾ ਚਾਹੁੰਦੇ ਹਾਂ। ਯਸ ਲॉर्ड, ਹਜੇ ਵੀ ਅਸੀਂ ਤੇਰੇ ਨਾਲ ਉਸ ਤਰੀਕੇ ਨਾਲ ਪਿਆਰ ਨਹੀਂ ਕਰਦੇ ਜਿਸ ਤਰ੍ਹਾਂ ਦੇ ਨਾਲ ਸਾਨੂੰ ਚਾਹੁੰਦਾ ਹੈ ਤੂੰ ਪ੍ਰਭੂ ਜੀ। ਆਪਣੇ ਸਾਰੇ ਤਨ, ਆਪਣੇ ਸਾਰੇ ਮਨ, ਆਪਣੀ ਸ਼ਕਤੀ ਦੇ ਨਾਲ ਤੈਨੂੰ ਪਿਆਰ ਕਰ ਸਕੇ ਪ੍ਰਭੂ ਜੀ। ਓ ਯਸ ਲॉर्ड, ਸਾਡੇ ਉੱਪਰ ਦਇਆ ਕਰ, ਸਾਡੇ ਉੱਪਰ ਕਿਰਪਾ ਕਰ ਪ੍ਰਭੂ ਜੀ। ਰਹਿਮ ਕਰ ਪ੍ਰਭੂ ਯਿਸੂ ਮਸੀਹਾ। ਯਸ ਲॉर्ड, ਅਸੀਂ ਤੇਰਾ ਅਨੁਗ੍ਰਹ ਚਾਹੁੰਦੇ ਹਾਂ, ਤੇਰੀ ਕਿਰਪਾ ਚਾਹੁੰਦੇ ਹਾਂ, ਤੇਰੀ ਦਇਆ ਚਾਹੁੰਦੇ ਹਾਂ ਪ੍ਰਭੂ ਜੀ। ਔਰ ਅਸੀਂ ਜਾਣਦੇ ਹਾਂ ਕਿ ਤੇਰੀ ਪਵਿੱਤਰ ਹਜ਼ੂਰੀ ਇੱਥੇ ਆ, ਸਾਡੇ ਦਰਮਿਆਨ ਹੈ ਪ੍ਰਭੂ ਜੀ। ਔਰ ਅਸੀਂ ਜਾਣਦੇ ਹਾਂ ਕਿ ਤੇਰੀ ਹਜ਼ੂਰੀ ਦੇ ਵਿੱਚ ਅਗਰ ਹਾਰੂਨ ਦੀ ਲੱਕੜੀ ਫਲ ਲੈ ਕੇ ਆ ਸਕਦੀ ਹੈ ਪ੍ਰਭੂ, ਤੇ ਅਸੀਂ ਵੀ ਉਸ ਲੱਕੜੀ ਦੇ ਵਾਂਗ ਤੇਰੇ ਕੋਲ ਆਉਂਦੇ ਹਾਂ। ਹੋਰ ਅਸੀਂ ਜਾਣਦੇ ਹਾਂ ਕਿ ਤੂੰ ਸਾਡੀਆਂ ਜ਼ਿੰਦਗੀਆਂ ਨੂੰ ਫਲਦਾਇਕ ਬਣਾ ਸਕਦਾ ਹੈ ਪ੍ਰਭੂ ਜੀ। ਯਸ ਲॉर्ड, ਤੇਰੀ ਹਜ਼ੂਰੀ ਦੇ ਵਿੱਚ ਇੰਨੀ ਪਾਵਰ ਹੈ, ਤੇਰੀ ਹਜ਼ੂਰੀ ਦੇ ਵਿੱਚ ਇੰਨੀ ਤਾਕਤ ਹੈ ਪ੍ਰਭੂ ਜੀ। ਓ ਯਸ ਲॉर्ड, ਅਸੀਂ ਜਾਣਦੇ ਹਾਂ ਕਿ ਤੂੰ ਹੀ ਸਿਰਫ ਸਾਨੂੰ ਬਦਲ ਸਕਦਾ ਹੈ। ਇਸ ਦੁਨੀਆ ਦੀ ਹੋਰ ਕੋਈ ਤਾਕਤ ਸਾਨੂੰ ਬਦਲ ਨਹੀਂ ਸਕਦੀ। ਇੱਕ ਤੂੰ ਹੀ ਆ ਪ੍ਰਭੂ ਜੋ ਸਾਨੂੰ ਬਦਲ ਸਕਦਾ ਹੈ। ਅਸੀਂ ਤੇਰੇ ਕੋਲ ਆਏ ਹਾਂ। ਯਸ ਲॉर्ड, ਤੇਰੀ ਹਜ਼ੂਰੀ ਵਿੱਚ ਆਏ, ਸਾਨੂੰ ਛੂ। ਯਸ ਲॉर्ड, ਸਾਡੇ ਸਾਹਮਣੋਂ ਤੂੰ ਇਸੇ ਤਰ੍ਹਾਂ ਦੇ ਨਾਲ ਗੁਜ਼ਰ ਨਾ ਜਾਈਂ। ਯਸ ਲॉर्ड, ਜਦੋਂ ਤੇਰੀ ਹਜ਼ੂਰੀ ਇਸ ਚਰਚ ਵਿੱਚ ਹੈਗੀ ਹੈ ਪ੍ਰਭੂ, ਔਰ ਤੂੰ ਆਪ ਇੱਥੇ ਮੌਜੂਦ ਹੈ, ਓ ਪ੍ਰਭੂ ਤੂੰ ਸਾਡੇ ਹਿਰਦਿਆਂ ਨੂੰ ਟੱਚ ਕਰ ਪ੍ਰਭੂ, ਔਰ ਪਾਪੀਆਂ ਨੂੰ ਤੂੰ ਸੰਤ ਬਣਾ ਦੇ ਪ੍ਰਭੂ ਜੀ।
तो अपने संतां दी हजूरी विच सानू लैके आए हैं, स्वर्गीय स्थावां ते बिठाया प्रभु। ओ यस लॉर्ड, ਅਸੀਂ ਇਹਨਾਂ ਨੈਚੁਰਲ ਸਾਡੀਆਂ ਅੱਖਾਂ ਤੋਂ ਬਾਹਰ ਹੋ ਕੇ ਤੈਨੂੰ ਦੇਖਦੇ ਹਾਂ ਔਰ ਅਸੀਂ ਜਾਣਦੇ ਹਾਂ ਕਿ ਤੂੰ ਇੱਥੇ ਹੈ ਪ੍ਰਭੂ ਜੀ। ਅਸੀਂ ਵਿਸ਼ਵਾਸ ਕਰਦੇ ਹਾਂ ਔਰ ਤੂੰ ਸਾਨੂੰ ਬਦਲਣ ਵਾਸਤੇ ਆਇਆ ਆ, ਤੂੰ ਸਾਨੂੰ ਚੇਂਜ ਕਰਨ ਵਾਸਤੇ ਆਇਆ ਹੈ। ਓ ਯਸ ਲॉर्ड, ਹਰ ਇੱਕ ਰੁਕਾਵਟ ਨੂੰ ਦੂਰ ਕਰ, ਹਰ ਇੱਕ ਬਲੌਕੇਜ ਨੂੰ ਦੂਰ ਕਰ ਪ੍ਰਭੂ ਜੀ। ਯਸ ਲॉर्ड, ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਤੇਰੇ ਤੱਕ ਪਹੁੰਚਣ ਤੋਂ ਸਾਨੂੰ ਰੋਕਦੀ ਹੈ, ਉਸ ਨੂੰ ਤੂੰ ਸਾਡੇ ਤੋਂ ਦੂਰ ਕਰ ਪ੍ਰਭੂ। ਸਾਨੂੰ ਹੰਬਲ ਕਰ, ਆਪਣੀ ਇਸ ਹਜ਼ੂਰੀ ਵਿੱਚ ਸਾਨੂੰ ਨਮਰ ਬਣਾ ਪ੍ਰਭੂ ਜੀ। ਯਸ ਲॉर्ड, ਅਸੀਂ ਤੇਰੇ ਅੱਗੇ ਝੁਕਦੇ ਹਾਂ, ਤੇਰੇ ਅੱਗੇ ਝੁਕਦੇ ਹਾਂ ਪ੍ਰਭੂ ਯਿਸੂ ਮਸੀਹਾ। ਓ ਯਸ ਲॉर्ड, ਮਹਿਮਾਮय ਪ੍ਰਭੂ ਸਾਡੇ ਉੱਪਰ ਦਇਆ ਕਰ ਪ੍ਰਭੂ ਜੀ। ਯਸ लॉर्ड, कोई भी जान नाश ना हो, तो ये चाहना है प्रभु, मगर हर एक जान बचाई जा। ओ यस लॉर्ड, गलती तेरे विच नहीं हैगी प्रभु, मगर गलतियां साडे विच है। गीतकार कहता है कि अगर मैं नरक विच जाना है तो ये परमेश्वर की वजह दे नाल नहीं, मगर ये मेरी वजह दे नाल मैं नरक विच जाना है। यस लॉर्ड, साडे उपर दया कर। पतरस ने आखे मेरी बेप्रतीति दे विच मेरी मदद कर प्रभु। असी भी आने हैं कि तू साडे अनबिलीफ नूं दूर कर प्रभु यीशु मसीह। इस बेप्रतीति नूं दूर कर, असीं तेरे उपर पूरे दिल मन दे नाल विश्वास कर सके प्रभु जी। यस लॉर्ड, दया कर, दया कर, कृपा कर प्रभु जी। सारा कुछ तेरे हत्थां में सौंपते हैं, साडे बीमार शरीरां नूं तेरे हत्थां में सौंपते हैं। यस लॉर्ड, इस बीमार जान नूं तेरे हत्थां में सौंप दे प्रभु जी। तो छू के चंगा कर, साडे शरीरां नूं चंगा कर, सारी योजनावां तेरे हत्थां में सौंप दे प्रभु। साडी नहीं मगर तेरी मर्जी पूरी होवे। असीं उस टोकन नूं पाउणा चाहुंदे और तू ही साडी मदद कर सकदा है प्रभु। तेरे तो बगैर असीं कुछ भी नहीं है। साडे उपर दया कर, कृपा कर, मदद ते सहायता कर। अज दे संदेश नूं तू ब्लैस करी, अपने लोकां नूं ब्लैस करी प्रभु यीशु मसीह। यस लॉर्ड, दया करी, मेरी मदद ते सहायता करी। इस विनती प्रार्थना नूं यीशु मसीह दे वसीले मंगदा है। आमीन, आमीन। आओ सी रोमिया दे लिखिया होया खत पौलुस दे द्वारा। और इस दा 3 ते उसदी तीजी आयत नूं पढ़दे। यदि कुछ विश्वासघाती यानी कि अविश्वासी लोग, बेप्रतीते लोग निकले भी तो क्या हुआ? क्या उनके विश्वासघाती या बेप्रतीते होने से परमेश्वर की सच्चाई व्यर्थ ठहरेगी? कदापि नहीं, वरन परमेश्वर सच्चा है और हर एक मनुष्य झूठा ठहरेगा। आमीन, आमीन। जैसे कि लिखा है, जिससे तुम अपनी बातों में धर्मी ठहरोगे और न्याय करते समय तुम जय पाओगे। प्रभु अपने पढ़े हुए वचनों के ऊपर आशीष प्रदान करे। तुसीं सारे बैठ सकते जो।
मैं इसनों अंग्रेजी च पढ़दा है। देखो इत्थे की लिखिया रोमन्स 3:3 दे विच, फॉर वॉट इफ सम डिड नॉट बिलीव। एक बहुत बड़ा सवाल है, की होया कि अगर कुछ लोगों ने विश्वास नहीं किया, शैल देयर अनबिलीफ मेक द फेथ ऑफ गॉड विदाउट इफेक्ट। हाँ, कि उन्होंने बई प्रतीति परमेश्वर का जिहड़ा विश्वास आ उन्होंने बेअसर कर दोगी? कभी भी नहीं, कभी भी नहीं। अनबिलीफ, बेप्रतीति पैनों ते प्रभु, जिसनों असीं बेप्रतीति कहने। तो यो मेरे अज दे सब्जेक्ट आ, यो अज दा मेरा संदेश आ, द सिन ऑफ अनबिलीफ, बेप्रतीति दा पाप। ते हाल फिलहाल विच असीं शेपर्ड दे कोलों सुनिया सीगा, ते उत्थे शेपर्ड ने क्या कि परमेश्वर नूं अपने वादियां नूं पूरा करन दे विच साडी बेप्रतीति अड़ंगा नहीं पा सकती, उन्होंने रोक नहीं सकती, मगर ये तुहाडी बेप्रतीति तुहाडे वास्ते एक अड़ंगा है। आमीन। Unbelief does not hinder God to fulfill His promise. It hinders the unbeliever. ये अनबिलीवर दे वास्ते एक अड़ंगा है बना दे प्रभु। परमेश्वर ने अपने वादियां नूं पूरा करना है, होर ओहदे वचन अटालिया, ओहदे वादे अटालिया बना दे प्रभु। आमीन। बाइबल विच लिखिया है कि जमीन ते आसमान टल जाणगे मगर परमेश्वर दा वचन कदी नहीं टल सकता, वो पूरा होके रहो। अज असीं इस अनबिलीफ के उपर गल करांगे, बेप्रतीति के उपर गल करांगे। ते विश्वास की, हालांकि असी कोशिश करांगे उन्ना डूंगा ना चाहिए, ते मगर अस असीं इस अनबिलीफ के उपर गल करांगे पैना करो कि ये अनबिलीफ की आ और विश्वास की। इब्रानिया 11 दे विच लिखिया होया उहदी एक आयत दे विच, फेथ इज अ सबस्टेंस ऑफ थिंग्स होप्ड फॉर। जिन्हां गल्लां दी आपां आस करदे आ, फेथ उहदे वास्ते एक चीज़ है, धातु आ, कोई एक सबस्टेंस है, उन्हां गल्लां दा प्रमाण आ जिन्होंने असीं देखदे भी नहीं है, अनसीन, अनसीन, जिन्होंने असीं देखते नहीं है, उन्हां दा एक प्रमाण है। हुण देखो, याद रखो भैणों ते भराओ कि एक सुपरनैचुरल फेथ है, एक अलौकिक विश्वास है, जिहड़ा विश्वास परमेश्वर का है, जिहदे नाल उन्हें इस जगत की रचना की। परमेश्वर ने उन्हें संसार नूं बनाया, उन्होंने सुपरनैचुरल फेथ कहा जाता है। ये परमेश्वर का विश्वास है, द फेथ ऑफ लॉर्ड जीसस क्राइस्ट, जिहदे नाल उन्हें संसार की रचना की। और जो आदम ते हवा नूं बनाया गया भैणों ते भराओ, आदम दे कोल इस तरह का विश्वास सीगा, मर की होया कि जदों पाप ने प्रवेश किया ते बेप्रतीति ने भी प्रवेश किया इंसान के जीवन दे विच, अनबिलीफ। और ये अनबिलीफ नूं असीं जानते पैणे ते भराओ कि ये इत्थे नहीं शुरू हुई, ये अनबिलीफ शैतान तो शुरू हुई है, और बेप्रतीति असल दे विचों शैतान दे वल्लों। और एक बहुत वड्डा पाप है,
अनबिलीफ, बेप्रतीति करना, एक डीमन है, शैतान है, अनबिलीफ। हुण विलियम मैरियन ब्रैनम ने क्या आया कि तुसी सिगटा पींदे जो, तुसी शराब पींदे जो, या बाकी जो कुछ भी करदे जो, ये असल दे विच पाप नहीं है। ये ते पाप दियां डालियां हैं, ब्रांचेस है, मगर असली पाप बेप्रतीति है। तुसी इन्हां कामां नूं इसलिए करदे जो क्योंकि तुसी परमेश्वर दे वचन दे उपर विश्वास नहीं करते, इस करके तुसी इन्हां कामां नूं करदे जो। है कि नहीं? ते ब्रदर ब्रैनम ने इस चीज नूं बहुत ही इहदे उपर जोर पाया है, इस अविश्वास के उपर, बेप्रतीति के उपर, अनबिलीफ के उपर, क्योंकि यह एक बहुत वड्डा पाप है, बेप्रतीति। और इंसान की जिंदगी दे विच दखल हुई, उन्हें परमेश्वर के वचन के उपर अविश्वास किया, बेप्रतीति की थी हवा ने, ते उन्हें उस पाप नूं कीता भैणों ते भराओ, ते पाप इंसान के जीवन दे विच दखल हो गया, बेप्रतीति साडे अंदर आ गई। अज जो कुछ भी धरती उपर है भैणों ते भराओ, जो बीमारियां हैं, जो तकलीफां हैं, जो परेशानियां हैं, ये सारा कुछ परमेश्वर दे उस वचन दे उपर बेप्रतीति की वजह दे नाल है कि नहीं? जो हवा ने की थी, अपने पास्टर दी गल्लां दे उपर बेप्रतीति की थी, क्योंकि असीं जानते हैं कि आदम दी वाटिका दे विच जिहड़ा पहला पास्टर सीगा, जिहड़ा पहला सेवादार सीगा, वो परमेश्वर आप सीगा, उन्हां दा पास्टर सी। उन्हें उन्होंने गल्लां दसियां और उन्होंने परमेश्वर ने उन्होंने दस्या सी कि तुसी अगर ये फल नूं खाओगे तो तुसी मरोगे। मगर एक दूसरा वो तो सेवादार होंदा है, झूठा प्रचारक होंदा है, अपने झूठ नूं लैके आउंदा है, ते हवा नूं मिलदा है, ते हवा नूं अपना झूठ प्रचार करदा है और परमेश्वर नूं झूठा बनाउंदा है। कहंदा परमेश्वर ने तुहानूं झूठ बोलिया है, मगर तुसी अगर इस फल नूं खाओगे तो तुसी नहीं मरोगे, मगर तुसी ज्ञान नाल भर जाओगे, तुसी समझ नाल भर जाओगे, तुसी परमेश्वर दे वांग बन जाओगे। और हवा ने उस झूठ का विश्वास किया और परमेश्वर दे वचन दे उपर उन्हें बेप्रतीति की, उन्हें परमेश्वर दे उपर बेप्रतीति की, उहदे वचन दे उपर बेप्रतीति की, ते उन्हें उस शैतान दे झूठ का विश्वास किया भैणों ते भराओ, और उस झूठ की वजह दे नाल एक गिरावट आई, उस झूठ की वजह दे नाल ये सारियां तकलीफां जिन्हां दे विच असीं रहण डे। अगर उन्होंने पाप ना किया हुंदा भैणों ते भराओ, अगर उन्होंने बेप्रतीति ना की हुंदी ते शायद अज हालात कुछ होर हुंदे, है कि नहीं? मगर शैतान ने सोचा मैं विजयी होया है, मैं विजयी होया है, मगर असल दे विच असीं जाणदे हां भैणों ते भराओ कि शैतान विजयी नहीं होया, मगर शैतान परमेश्वर की योजना के अंदर काम करन दिया सीगा, क्योंकि परमेश्वर चाहता सी कि एक गिरावट आवे। असली पिछले संदेशों तो सुनिया, परमेश्वर अपने बंदे साडे पास्टर ब्रदर अमृतवीर सिंह नूं बहुतायत दे नाल ब्लैस करे।
परमेश्वर साडे ਐਸਿਸਟੈਂਟ ਪਾਸਟਰ ਬ੍ਰਦਰ ਪ੍ਰਦੀਪ ਨੂੰ ਬਹੁਤ ਆਇਤ ਦੇ ਨਾਲ ਬਲੈਸ ਕਰੇ। ਉਹਨਾਂ ਨੇ ਵੀ ਇਸ ਬੇਪਰਤੀਤੀ ਦੇ ਉੱਪਰ ਪ੍ਰਚਾਰ ਕੀਤਾ। ਉਸ ਤੋਂ ਬਾਅਦ ਬ੍ਰਦਰ ਰਾਮਪਾਲ ਆਏ, ਉਹਨਾਂ ਨੇ ਹੋਰ ਇਹਦੇ ਉੱਪਰ ਜ਼ੋਰ ਦਿੱਤਾ। ਪਰਮੇਸ਼ਰ ਆਪਣੇ ਬੰਦੇ ਬ੍ਰਦਰ ਰਾਮਪਾਲ ਨੂੰ ਬਲੈਸ ਕਰੇ। ਅਸੀਂ ਉਹਨਾਂ ਦੇ ਸੰਦੇਸ਼ ਤੋਂ ਬਹੁਤ ਬਲੈਸਿੰਗ ਹਾਸਲ ਕੀਤੀ। ਔਰ ਉਸ ਤੋਂ ਬਾਅਦ ਪਿਛਲੇ ਬੁੱਧਵਾਰ ਨੂੰ ਬ੍ਰਦਰ ਪਵਨ ਬਹੁਤ ਵਧੀਆ ਸੀ, ਇੰਜੋਏ ਕੀਤਾ। ਪਰਮੇਸ਼ਰ ਆਪਣੇ ਬੰਦੇ ਨੂੰ ਬਹੁਤ ਆਇਤ ਦੇ ਨਾਲ ਬਲੈਸ ਕਰੇ। ਬਹੁਤ ਹੀ ਵਧੀਆ ਮੈਸੇਜ ਸੀ। ਅਸੀਂ ਬਹੁਤ ਬਲੈਸਿੰਗ ਹਾਸਿਲ ਕੀਤੀ, ਅਸੀਂ ਇੰਜੋਏ ਕੀਤਾ। ਹੋਰ ਇੱਕ ਮਾਸਟਰਪੀਸ ਵਰਗੋ ਸੀਗਾ ਮੈਸੇਜ। ਹੋਰ ਭੈਣੋ ਤੇ ਭਰਾਵੋ, ਅੱਜ ਇਹ ਮੇਰੇ ਹਿੱਸੇ ਆਇਆ ਹੈ ਕਿ ਮੈਂ ਇਸ ਪਾਣੀ ਦੇ ਵਿੱਚ ਇੱਕ ਪੱਥਰ ਦਾ ਇੱਕ ਛੋਟਾ ਜਿਹਾ ਮੰਨ ਲਓ ਛੋਟੇ ਜਿਹੇ ਪੱਥਰ ਨੂੰ ਸੁੱਟ ਕੇ ਇਸ ਪਾਣੀ ਦੇ ਵਿੱਚ ਥੋੜੀ ਹਲਚਲ ਪੈਦਾ ਕਰ ਸਕਾਂ। ਆਮੇਨ। ਔਰ ਮੈਂ ਆਸ਼ਾ ਕਰਦਾ ਹਾਂ ਕਿ ਪਰਮੇਸ਼ਵਰ ਸਾਨੂੰ ਅੱਜ ਵੀ ਬਲੈਸ ਕਰੂਗਾ। ਔਰ ਅਸੀਂ ਦੇਖਦੇ ਹਾਂ ਭੈਣੋ ਤੇ ਭਰਾਵੋ ਕਿ ਅੱਜ ਵੀ ਮਤਲਬ ਜਦੋਂ ਸ਼ੈਤਾਨ ਨੇ ਇਸ ਕੰਮ ਨੂੰ ਕੀਤਾ, ਉਹਨੇ ਸੋਚਿਆ ਕਿ ਮੈਂ ਪਰਮੇਸ਼ਵਰ ਦੀ ਯੋਜਨਾ ਨੂੰ ਫੇਲ ਕਰਤਾ, ਮੈਂ ਵਿਜयी ਹੋਇਆ ਹਾਂ, ਮੈਂ ਇਨਸਾਨ ਨੂੰ ਗਿਰਾਵਟ ਵਿੱਚ ਲੈ ਕੇ ਆ ਗਿਆ, ਮੈਂ ਇਨਸਾਨ ਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੱਤਾ ਹੈ, ਮੈਂ ਇਨਸਾਨ ਨੂੰ ਪਰਮੇਸ਼ਵਰ ਦੇ ਵਚਨ ਦੇ ਉੱਪਰ ਅਵਿਸ਼ਵਾਸ ਕਰਨ ਦੇ ਉੱਪਰ ਉਹਨੂੰ ਕੀਆ ਵਿਜयी ਹੋ ਗਿਆ ਹੈ। ਔਰ ਹਮੇਸ਼ਾ ਸ਼ੈਤਾਨ ਦੀ ਭੈਣੋ ਤੋਂ ਭਰਾਓ ਅੱਜ ਤੱਕ ਇਹੋ ਹੀ ਕੋਸ਼ਿਸ਼ ਹੈ ਕਿ ਅਸੀਂ ਪਰਮੇਸ਼ਵਰ ਦੇ ਵਚਨ ਦੇ ਉੱਪਰ ਬੇਪਰਤੀਤੀ ਕਰੀਏ, ਪਰਮੇਸ਼ਵਰ ਦੇ ਵਚਨ ਦੇ ਉੱਪਰ ਅਵਿਸ਼ਵਾਸ ਕਰੀਏ, ਪਰਮੇਸ਼ਵਰ ਦੇ ਉੱਪਰ ਅਵਿਸ਼ਵਾਸ ਕਰੀਏ। ਅੱਜ ਤੱਕ ਉਹਦੀ ਇਹੋ ਹੀ ਕੋਸ਼ਿਸ਼ ਹੈ। ਔਰ ਇਸ ਤਰੀਕੇ ਨਾਲ ਭੈਣੋ ਤੇ ਭਰਾਓ ਕਈ ਲੋਕ ਫੇਲ ਹੋਏ, ਇਸੇ ਵਜ੍ਹਾ ਦੇ ਨਾਲ ਕਈ ਲੋਕ ਗਿਰੇ ਆ ਪਰਮੇਸ਼ਵਰ ਦੇ ਵਚਨ ਦੇ ਉੱਪਰ ਬੇਪਰਤੀਤੀ ਕਰਨ ਦੇ ਵਜ੍ਹਾ ਦੇ ਨਾਲ, ਅਵਿਸ਼ਵਾਸ ਕਰਨ ਦੇ ਨਾਲ। ਤੇ ਹੁਣ ਕੀ ਹੋਇਆ ਭੈਣੋ ਤੇ ਭਰਾਓ ਕਿ ਇਨਸਾਨ ਦੇ ਜੀਵਨ ਦੇ ਵਿੱਚ ਬੇਪਰਤੀਤੀ ਨੇ ਦਖਲਅੰਦਾਜ਼ੀ ਕੀਤੀ, ਅਵਿਸ਼ਵਾਸ ਨੇ, ਬੇਪਰਤੀਤੀ ਨੇ, ਅਨਬਿਲੀਫ ਨੇ ਭੈਣੋ ਤੇ ਭਰਾਓ ਇਸ ਦਖਲਅੰਦਾਜ਼ੀ ਕੀਤੀ ਹੈ। ਔਰ ਸ਼ੈਤਾਨ ਨੇ ਆ ਕੇ ਇਨਸਾਨ ਦੇ ਜੀਵਨ ਦੇ ਵਿੱਚ ਵਾਸ ਕੀਤਾ ਕਿਉਂਕਿ ਉਹਨਾਂ ਨੇ ਝੂਠ ਦਾ ਵਿਸ਼ਵਾਸ ਕੀਤਾ। ਉਹਨਾਂ ਨੇ ਸ਼ੈਤਾਨ ਦੀ ਗੱਲ ਨੂੰ ਮੰਨਿਆ, ਉਹਨਾਂ ਦੇ ਪਰਮੇਸ਼ਵਰ ਦੇ ਵਚਨ ਨੂੰ ਇੱਕ ਸਾਈਡ ਤੇ ਕੀਤਾ। ਦੇਖੋ ਪਰਮੇਸ਼ਵਰ ਨੇ ਆਖਿਆ ਤੁਸੀਂ ਅਗਰ ਇਸ ਫਲ ਨੂੰ ਖਾਓਗੇ ਤੇ ਤੁਸੀਂ ਮਰੋਗੇ, ਤੁਸੀਂ ਮਰੋਗੇ। ਉਹਨੇ ਜੋ ਕਹਿ ਦਿੱਤਾ ਉਹ ਅਟਲ ਆ, ਉਹ ਫਾਈਨਲ ਆ, ਉਹਦੇ ਵਿੱਚ ਕੋਈ ਇਫ ਤੇ ਬਟ ਵਾਲੀ ਗੱਲ ਨਹੀਂ ਰਹਿ ਜਾਂਦੀ, ਅਗਰ ਮਗਰ ਵਾਲੀ ਕੋਈ ਗੱਲ ਨਹੀਂ ਰਹਿ ਜਾਂਦੀ ਭੈਣੋ ਤੇ ਭਰਾ, ਉਹ ਫਾਈਨਲ ਵਰਡ ਆ। ਮਗਰ ਇੱਥੇ ਸ਼ੈਤਾਨ ਆਉਂਦਾ ਆ ਤੇ ਆ ਕੇ ਉਸ ਦੇ ਉੱਪਰ ਸ਼ੱਕ ਪੈਦਾ ਕਰਦਾ ਹੈ, ਉਹਦੇ ਉੱਪਰ ਬੇਪਰਤੀਤੀ ਪੈਦਾ ਕਰਦਾ ਹੈ ਔਰ ਪਰਮੇਸ਼ਰ ਨੂੰ ਝੂਠਾ ਠਹਿਰਾਉਂਦਾ ਆ। ਅੱਜ ਵੀ ਭੈਣੋ ਤੇ ਭਰਾਓ ਜਿੱਥੇ ਤੁਸੀਂ ਪਰਮੇਸ਼ਰ ਦੇ ਵਾਅਦਿਆਂ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ, ਉਹਦੇ ਵਚਨ ਦੇ ਉਹਨੂੰ ਉਸੇ ਤਰੀਕੇ ਦੇ ਨਾਲ ਨਹੀਂ ਲੈਂਦੇ ਜਿਸ ਤਰ੍ਹਾਂ ਦੇ ਨਾਲ ਉਹ ਵਚਨ ਲਿਖਿਆ ਹੈ ਭੈਣੋ ਤੇ ਭਰਾਓ, ਤੁਸੀਂ ਪਰਮੇਸ਼ਰ ਨੂੰ ਝੂਠਿਆਂ ਠਹਿਰਾਉਂਦੇ ਜੋ, ਝੂਠਿਆਂ ਠਹਿਰਾਉਂਦੇ ਜੋ, ਤੇ ਉਸੇ ਸ਼ੱਕ ਕਰਦੇ ਜੋ। ਤੇ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਇੱਕ ਸਾਈਡ ਤੇ ਰੱਖਿਆ ਤੇ ਸ਼ੈਤਾਨ ਦੇ ਉਸ ਤਰਜਮੇ ਦੇ ਉੱਪਰ ਵਿਸ਼ਵਾਸ ਕੀਤਾ, ਉਸ ਝੂਠ ਦੇ ਉੱਪਰ ਵਿਸ਼ਵਾਸ ਕੀਤਾ ਤੇ ਸ਼ੈਤਾਨ ਨੇ ਵਾਸ ਕੀਤਾ ਔਰ ਪਰਮੇਸ਼ਵਰ ਨੇ ਆਪਣੀ ਉਡਾਰੀ ਲੈ ਲਈ। ਪਰਮੇਸ਼ਵਰ ਨੇ ਆਪਣੀ ਉਡਾਰੀ ਲੈ ਲਈ ਉੱਥੋਂ ਔਰ ਸ਼ੈਤਾਨ ਨੇ ਇਨਸਾਨ ਦੇ ਅੰਦਰ ਆਪਣਾ ਘਰ ਬਣਾਇਆ। ਤਦ ਤੋਂ ਲੈ ਕੇ ਅੱਜ ਤੱਕ ਭੈਣੋ ਤੇ ਭਰਾਓ ਇਹ ਬੇਪਰਤੀਤੀ ਦੇ ਨਾਲ ਅਸੀਂ ਪੈਦਾ ਹੁੰਨੇ ਹਾਂ। ਜਿਵੇਂ ਲਿਖਿਆ ਆ we are born in sin, ਅਸੀਂ ਪਾਪ ਚ ਪੈਦਾ ਹੋਏ। ਪਾਪ ਕੀ ਹੈ? ਬ੍ਰਦਰ ਬ੍ਰੈਨਮ ਨੇ ਆਖਿਆ ਪਾਪ ਅਨਬਿਲੀਫ ਹੈ।
पाप बेप्रतीति, पाप च पैदा होए। ਅਸੀਂ ਬੇਪ੍ਰਤੀਤੀ ਦੇ ਨਾਲ ਪੈਦਾ ਹੋਏ ਹਾਂ ਭੈਣੋ ਤੇ ਭਰਾਓ, ਤੁਸੀਂ ਔਰ ਅਸੀਂ ਸਾਰੇ ਬੇਪ੍ਰਤੀਤੀ ਦੇ ਨਾਲ ਪੈਦਾ ਹੋਏ, ਉਸ ਝੂਠ ਦੇ ਦੁਆਰਾ ਪੈਦਾ ਹੋਏ। ਹੁਣ ਇਹ ਸਰੀਰ ਨੂੰ ਦੇਖੋ ਭੈਣੋ ਤੇ ਭਰਾਓ, ਇਹ ਸਰੀਰ ਆਤਮਾ ਤੇ ਜਾਨ ਹੈ। ਸਰੀਰ ਦੀਆਂ 5 ਚੇਤਨਾਵਾਂ, ਸੈਂਸਸ ਆ। ਆਤਮਾ ਦੀਆਂ ਵੀ ਆਪਣੀਆਂ ਚੇਤਨਾਵਾਂ ਆ, ਸੈਂਸਸ ਆ। ਮਗਰ ਜਾਨ ਦੇ ਅੰਦਰ ਭੈਣੋ ਤੇ ਭਰਾਓ 2 ਹੀ ਚੀਜ਼ ਹੋ ਸਕਦੀ ਆ, ਜਾਂ ਤੇ ਵਿਸ਼ਵਾਸ ਜਾਂ ਤੇ ਬੇਪ੍ਰਤੀਤੀ। ਆਮੇਨ। ਜਾਨ ਦੇ ਅੰਦਰ 2 ਹੀ ਚੀਜ਼ਾਂ ਹੋ ਸਕਦੀਆਂ ਆ, ਇੱਕ ਵਿਸ਼ਵਾਸ ਜਾਂ ਇੱਕ ਬੇਪ੍ਰਤੀਤੀ। ਔਰ ਅਸੀਂ ਬੇਪ੍ਰਤੀਤੀ ਵਿੱਚ ਪੈਦਾ ਹੋਏ ਹਾਂ। ਵੀ ਆਰ ਬੋਰਨ ਇਨ ਸਿਨ, shaped up in iniquities, came to the world speaking lies, ਬਾਈਬਲ ਦੱਸਦੀ ਹੈ ਕਿ ਨਹੀਂ? ਅਸੀਂ ਪਾਪ 'ਚ ਪੈਦਾ ਹੋਏ, ਝੂਠ ਬੋਲਦੇ ਹੋਏ ਸੰਸਾਰ ਵਿੱਚ ਆਏ। ਹੁਣ ਦੇਖੋ ਭੈਣੋ ਤੇ ਭਰਾਓ, ਪਰਮੇਸ਼ਵਰ ਦਾ ਮਕਸਦ, ਪਰਮੇਸ਼ਵਰ ਦੀ ਯੋਜਨਾ, ਉਹਦੀ ਇਹੋ ਯੋਜਨਾ ਹੈ ਭੈਣੋ ਤੇ ਭਰਾਓ ਕਿ ਅਸੀਂ ਜਿਹੜੇ ਪਾਪ 'ਚ ਪੈਦਾ ਹੋਏ ਹਾਂ, ਬੇਪ੍ਰਤੀਤੀ 'ਚ ਪੈਦਾ ਹੋਏ ਹਾਂ, ਪਾਪ ਦੇ ਨਾਲ ਭਰੇ ਹੋਏ ਹਾਂ। ਇਸ ਕਰਕੇ ਭੈਣੋ ਤੇ ਭਰਾਓ, ਤੁਸੀਂ ਔਰ ਅਸੀਂ ਬਚਪਨ ਤੋਂ ਲੈ ਕੇ ਅਸੀਂ ਪਾਪ ਕਰਦੇ ਹਾਂ। ਕਿਉਂ? ਕਿਉਂਕਿ ਅਸੀਂ ਪਾਪ 'ਚ ਪੈਦਾ ਹੋਏ ਹਾਂ। ਅਸੀਂ ਹਰ ਉਹ ਕੰਮ ਕਰਦੇ ਹਾਂ ਜੋ ਵਚਨ ਦੇ ਉਲਟ ਸੀਗਾ, ਹੈ ਕਿ ਨਹੀਂ? ਝੂਠ ਬੋਲਣਾ, ਵਿਚਾਰ ਕਰਨਾ, ਗਲਤ ਕੰਮ ਕਰਨੇ, ਸਾਰੇ ਉਹ ਕੰਮਾਂ ਨੂੰ ਕਰਦੇ ਆ ਜਿਹੜੇ ਵਚਨ ਤੋਂ ਉਲਟ ਆ, ਕਿਉਂਕਿ ਅਸੀਂ ਪਾਪ 'ਚ ਪੈਦਾ ਹੋਏ ਹਾਂ। ਸਾਡੀ ਬਨਾਵਟ ਹੀ ਇਸ ਤਰ੍ਹਾਂ ਦੀ ਹੈਗੀ। ਮਗਰ ਪਰਮੇਸ਼ਰ ਭੈਣੋ ਤਾਂ ਕੀ ਚਾਹੁੰਦਾ ਹੈ? ਪਰਮੇਸ਼ਰ ਸਾਡੇ ਕੋਲ ਚਾਹੁੰਦਾ ਹੈ ਕਿ ਅਸੀਂ ਉਹਦੇ ਵਚਨ ਦੇ ਉੱਪਰ ਵਿਸ਼ਵਾਸ ਕਰੀਏ, ਉਸ ਝੂਠ ਤੋਂ ਬਾਹਰ ਨਿਕਲੀਏ ਜਿਸ ਝੂਠ ਵਿੱਚ ਅਸੀਂ ਪਏ ਸਾਂ, ਉਸ ਗਲਤੀ ਵਿੱਚੋਂ ਬਾਹਰ ਨਿਕਲੀਏ ਜਿਸ ਅਸੀਂ ਪਏ ਹੋਏ ਸਾਂ। ਹੋਰ ਤੁਸੀਂ ਓਲਡ ਟੈਸਟਮੈਂਟ ਵਿੱਚ ਪੁਰਾਣੇ ਨਿਯਮ 'ਚ ਦੇਖ ਸਕਦੇ ਜੋ, ਅਸੀਂ ਕੁਝ ਟੈਸਟਮਨੀਆਂ ਨੂੰ ਲਵਾਂਗੇ ਪੁਰਾਣੇ ਨਿਯਮ ਦੀ, ਹੋਰ ਦੇਖਾਂਗੇ ਕਿ ਉਹਨਾਂ ਨੇ ਜਦੋਂ ਪਰਮੇਸ਼ਵਰ ਦੇ ਵਚਨ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਉਹ ਹੈਗਾ ਆ, ਉਸ ਤਰ੍ਹਾਂ ਵਿਸ਼ਵਾਸ ਕੀਤਾ ਤੇ ਉਹਨਾਂ ਨੇ ਕਿੰਨੇ ਵੱਡੇ ਵੱਡੇ ਕੰਮ ਕੀਤੇ, ਹੈ ਕਿ ਨਹੀਂ? ਮਹਾਨ ਚੀਜ਼ਾਂ ਨੂੰ ਹਾਸਲ ਕੀਤਾ ਜਿਨ੍ਹਾਂ ਦੀ ਇਨਸਾਨ ਕਲਪਨਾ ਵੀ ਨਹੀਂ ਕਰ ਸਕਦਾ। ਉਹਨਾਂ ਚੀਜ਼ਾਂ ਨੂੰ ਉਹਨਾਂ ਨੇ ਹਾਸਲ ਕੀਤਾ ਪਰਮੇਸ਼ਰ ਦੇ ਵਚਨ ਦੇ ਉੱਪਰ ਦੁਬਾਰਾ ਆ ਕੇ ਆਪਣਾ ਕੀ ਵਿਸ਼ਵਾਸ ਨੂੰ ਉਹਦੇ ਉੱਪਰ ਲਗਾਉਣ ਦੇ ਉੱਪਰ, ਕਿਉਂਕਿ ਅਸਲੀ ਚੀਜ਼ ਨੂੰ ਅਸੀਂ ਗਵਾ ਚੁੱਕੇ ਹਾਂ। ਅਸਲੀ ਚੀਜ਼ ਨੂੰ ਅਸੀਂ ਗਵਾ ਚੁੱਕੇ ਹਾਂ। ਔਰ ਬ੍ਰਦਰ ਬ੍ਰੈਨਮ ਨੇ ਫੇਥ ਇਜ਼ ਦਾ ਸਬਸਟੈਂਸ, ਉਸ ਸੰਦੇਸ਼ ਦੇ ਵਿੱਚ ਆ ਕੇ ਕਹਿੰਦਾ ਆ ਕਿ ਇੱਕ ਜਿਹੜਾ ਇੱਕ ਵਿਸ਼ਵਾਸ ਆ, ਇਹ ਅਸਲ ਦੇ ਵਿੱਚ ਹੀਬਰੂ ਦੇ ਦੁਆਰਾ ਵੇਖਿਆ ਜਾਵੇ, ਇਬਰਾਨੀਆਂ 11 ਦੇ ਵਿੱਚ ਉਹਦੇ ਵਿੱਚ ਅਗਰ ਦੇਖਿਆ ਜਾਵੇ ਭੈਣੋ ਤੇ ਭਰਾਓ, ਤੇ ਇੱਕ ਕੋਈ ਚੀਜ਼ ਹੈ ਜਿਹਦੇ ਵਾਸਤੇ ਅਸੀਂ ਕੀ ਆ, ਅਣਦੇਖੀਆਂ ਚੀਜ਼ਾਂ ਦੇ ਉੱਪਰ ਅਸੀਂ ਵਿਸ਼ਵਾਸ ਕਰਦੇ ਹਾਂ, ਜਿਹਨਾਂ ਨੂੰ ਅਸੀਂ ਦੇਖਦੇ ਵੀ ਨਹੀਂ। ਹੁਣ ਬਾਈਬਲ ਵਿੱਚ ਗਿਣਤੀਆਂ ਦੇ ਵਿੱਚ ਲਿਖਿਆ ਹੋਇਆ ਆ ਕਿ ਪਰਮੇਸ਼ਵਰ ਕੋਈ ਆਦਮੀ ਨਹੀਂ ਆ ਜਿਹੜਾ ਝੂਠ ਬੋਲੇ, ਨਾ ਮਨੁੱਖ ਦਾ ਪੁੱਤਰ ਆ ਕਿ ਉਹ ਰਿਪੈਂਟ ਕਰੇ, ਹੈ ਕਿ ਨਹੀਂ? ਹੁਣ ਇਹ ਵਿਸ਼ਵਾਸ ਭੈਣੋ ਤੇ ਭਰਾਓ, ਇਹ ਸਾਡੀ ਜਿਹੜਾ ਵਿਸ਼ਵਾਸ ਆ, ਅਸੀਂ ਇਹਨੂੰ ਕਿਸੇ ਉੱਪਰ ਟਿਕਾਉਂਦੇ ਆ। ਕਿਹਦੇ ਉੱਪਰ ਟਿਕਾਉਂਦੇ ਆ? ਪਰਮੇਸ਼ਵਰ ਦੇ ਵਚਨ ਦੇ ਉੱਪਰ। ਕਿਉਂਕਿ ਸਾਨੂੰ ਪਤਾ ਆ ਕਿ ਇੱਕ ਹੀ ਚੀਜ਼ ਅਡਰ ਲਿਆ, ਇੱਕ ਹੀ ਸੱਤ ਆ ਤੇ ਉਹ ਪਰਮੇਸ਼ਵਰ ਆ। ਇਨਸਾਨ ਹੈ ਭੈਣੋ ਤੇ ਭਰਾਓ, ਉਹਦੇ ਵਚਨ ਕਦੀ ਵੀ ਬਦਲ ਸਕਦੇ, ਹੈ ਕਿ ਨਹੀਂ? ਉਹਦੇ ਵਚਨ ਅਟਲ ਨਹੀਂ ਹੈਗੇ ਆ। ਇਨਸਾਨ ਹੈ, ਇਨਸਾਨ ਗਲਤੀ ਕਰ ਸਕਦਾ ਹੈ,
मगर परमेश्वर दे वचन अटल लिया ते हाँ ते आमीन। साडे को टिकाउण वास्ते भैणों ते भराओ अपने विश्वास नूं एक ही लंगर है जिथे असीं अपने विश्वास दी उस एंकर नूं लिया के आके टिका सकते हैं, ते वो परमेश्वर दा वचन है। आमीन। और इस वचन के ऊपर विश्वास करके, परमेश्वर के ऊपर विश्वास करके लोकां ने महान कामां नूं कीता है पुराने नियम दे विच। ते अगर असीं भी उस तरह दे नाल करांगे भैणों ते भराओ, ते असीं कुछ भी हासिल कर सकते हैं। बाइबल च लिखिਆ है इब्रानियां 1:11-6 ਦੇ ਵਿੱਚ, ਜਿਹੜਾ परमेश्वर ਦੇ ਕੋਲ ਆਵੇ ਤੇ ਉਹ ਵਿਸ਼ਵਾਸ ਕਰੇ ਕਿ परमेश्वर ਹੈਗਾ ਆ, और बिना विश्वास तो ਤੁਸੀਂ परमेश्वर ਨੂੰ खुश नहीं कर सकते। No man can please God without faith। विश्वास तो बगैर। मैं इंसान ਦੇ ਇੱਕ ਨੈਚੁਰਲ ਫੇਥ ਦੀ ਗੱਲ ਕਰਦਾ ਪਿਆ, ਇਹ ਸਬਸਟੈਂਸ ਦੀ ਗੱਲ ਕਰਦਾ ਪਿਆ। इब्रानियां च ਜਿਹਦੇ ਬਾਰੇ ਲਿਖਿਆ ਹੋਇਆ है। और ब्रदर ब्रैनम ने क्या है कि जिस तरह के साडे शरीर दियां 5 इंद्रियां आ या सेंसेस आ, ते याद रखो कि जिहड़ा ये फेथ आ, ये फेथ असल दे विच 6th सेंस नूं बयान करदा है। फेथ की है, विश्वास की है, ये एक्ट ऑफ पॉजिटिव थिंकिंग है। ब्रदर ब्रैनम ने क्या है, पॉजिटिव थिंकिंग, एक्ट ऑफ पॉजिटिव थिंकिंग। और इंसाना ने भैणों ते भराओ, कई लोगों ने इस 6th सेंस का इस्तेमाल करके बहुत कुछ किया है। असीं हुण ज़्यादा उधर वालों नहीं जावांगे, मगर मैं तुहानूं दसदा हां कि लोकी विश्वास दे नाल ग्लास इस तरह दे नाल रख के उहदे उपर नज़रां टिका करके कुछ दिन तक उहनूं ब्लास्ट कर सकते हैं। लोगों ने इदां कीता है, बहुत कुछ होंदा है। एक नेचुरल फेथ बहुत कुछ कर सकता है। और परमेश्वर भी साडे को यही चाहुंदा है भैणों ते भराओ कि असीं अपने इस नैचुरल फेथ दे नाल एक्सरसाइज करिए, इहदे नाल परमेश्वर दे कोल आइए, उहदे वचन दे उपर विश्वास करिए, पॉजिटिव थिंकिंग लिए उन्होंने गलों पर विश्वास करिए जिन्हों के उपर। हम देखो विश्वास के नाल बस बहुत कुछ करते हैं सारे दिन भर दे विच अपनी जिंदगी दे विच, मगर असीं इन्ना उहदे उपर ध्यान नहीं देंदे। मगर भैणों ते भराओ, मगर हुण जिहड़े विश्वास की असीं गल करन दे भैणों ते भराओ, ये एक हुंदी है आस, एक हुंदा है विश्वास। माफ करना, होप एंड फेथ ते चैरिटी की गल बाइबल में की गई। होप, फेथ ते चैरिटी, सारा तो वड्डी चैरिटी। मगर भैणों ते भराओ, मैं तुहानूं कहना चाहुंदा हां कि ये फेथ, इस तो बगैर भैणों ते भराओ असीं कुछ भी नहीं कर सकते। नैचुरल आम जिहा फेथ है साडा, एक कोई सुपर नैचुरल फेथ की मैं गल नहीं करता पिया, नहीं, एक आम फेथ। ये उस घाह दे वर्गू है भैणों ते भराओ, जिहड़ा कि इजराइलियां दे टाइम दे विच घाह हर जगह मिलता सी। और प्रभु ने उन्होंने कहा कि जा ते वो हिस्सप नूं लै, उस घाह नूं लै, ते उहदे विच तूं उस खून नूं डुबो के अपनी जगाठां ते लगा दे, बस तुसीं बच गए। और घाह भैणों ते भराओ कोई इस तरह का घाह नहीं है जी जिस तरह की कोई संजीवनी बूटी होवे जिन्होंने लभण लई सानूं पता नहीं कित्थे जाना पवे, नहीं भैणों ते भराओ, वो घाह हर जगह अवेलेबल सी इजराइल दे विच। उस आम जे फेथ नूं लैके भैणों ते भराओ आख्या कि तू उहदे नाल लहू नूं ला ते बस तू बच गया, तू बच गया। मगर इंसान भैणों ते भराओ बेप्रतीति दे नाल पैदा हुंदा है, बेप्रतीति दे नाल भरिया होया है, अनबिलीफ दे नाल भरिया होया है कि नहीं। मगर देखो एबल नूं लैने, उन्हें विश्वास किया और उन्हें उस काम नूं कीता भैणों ते भराओ जिन्हों परमेश्वर नूं प्रसन्न किया। वो विश्वास दे नाल उन्हें
अपना जो नू रेवलेशन मिलिया सी, प्रकाशन मिलिया सी, उहदे पर विश्वास किया। हुण आओ असीं एक स्टोरी देखते हैं, नोआ दी स्टोरी। हुण देखो, याद रखो कि बहुत थोड़े जे लोग से जिहड़े परमेश्वर दे पर विश्वास करते सी उन्हां दिनां दे विच। एक पीढ़ी सी अब्राहम या नोआ या एनोक या एबल, उस तरह की एक पीढ़ी सी जिहड़ी परमेश्वर के उपर विश्वास करते सी। मगर एक टाइम होंदा है भैणों ते भराओ कि बेप्रतीति दुनिया के उपर छा जाती है। नोआ के दिनों के विच ते परमेश्वर नूं रंज होया कि मैं इंसान नूं क्यों बनाया, क्योंकि सारे पाप दे विच पै गए, परमेश्वर नूं भुल गए, उहदे वचन नूं भुल गए। हर कोई शैतान दे कम्मां नूं करन दिया सीगा, गलत कम्मां नूं करन दिया सी। जो वचन ने कहा सी, जिहड़ा परमेश्वर ने कहा सी, वो तो दूर चले गए, परमेश्वर नूं भुल गए, गलत काम करन दे, जिहड़े वचन तो विरोध है, वचन तो उल्टे है, परमेश्वर तो उल्टे है। ते उन्हां दे विच भैणों ते भराओ परमेश्वर नूं एक सिंपल जे फार्मर नूं लैना पिया, एक किसान नूं लिया उन्हें, जिहड़ा इन्ना पढ़िया लिखिया भी नहीं सीगा। उसनूं लिया भैणों ते भराओ ते देखिया कि यह बंदा धर्मी है, मेरे पर विश्वास करता है, मेरा डर रखता है। ते उन्हें उसनूं लिया भैणों ते भराओ ते हुण देखो कि इत्थे परमेश्वर दा वचन किस तरह दे नाल लोकां दी अनबिलीफ दे नाल टकराउण वाला है, अनबिलीफ नाल टकराउण वाला है, उन्हां दी बेप्रतीति नाल टकराउण वाला है। परमेश्वर दा विश्वास, परमेश्वर दा वचन, उन्हें आखिया कि मैं दुनिया नूं नाश करने वाला है, और मैं बारिश खिलाऊंगा, बाढ़ आऊगी और लोग मारे जाएंगे, क्योंकि ये पीढ़ी पाप दे विच पई हुई है। ये मेरे ऊपर विश्वास नहीं करते, मेरे वचनों के ऊपर विश्वास नहीं करते। ये सब जो कुछ गलत हो सकता है वो करन डे आ, और शैतान दे नाल भरे हुए है सारे इंसान। उन्हें इस इंसान नूं लिया, नोआ नूं लिया, और नोआ ने परमेश्वर दे ऊपर विश्वास किया। हुण इहदा मैसेज वेखो भैणों ते भराओ किस तरह दा सीगा। ये अनसीन चीज, अनदेखी चीज दे ऊपर विश्वास करना। फेथ इज अ सबस्टेंस, होप फॉर द थिंग्स विच आर नॉट सीन, जिन्होंने असीं देखते नहीं है, उहदे ऊपर विश्वास करना कितना मुश्किल है ना भैणों ते भराओ। असीं उन्हां दे चीज़ों पर विश्वास करते हैं असीं जो देखते हैं, मगर अनदेखियां हुई चीज़ां जिन्होंने असीं देख नहीं सकते, उन्होंने ऊपर विश्वास करना, परमेश्वर के वचन के ऊपर विश्वास करना, उहदे वादे ऊपर विश्वास करना भैणों ते भराओ, ये एक चैलेंजिंग सी उन्हां दिनां दे विच उन्हां लोकां दे वास्ते, एक वड्डा चैलेंज सीगा भैणों ते भराओ, उस बेप्रतीति तो बाहर निकलना और परमेश्वर का विश्वास करना, उहदे बंदे का विश्वास करना एक चैलेंज सीगा उस टाइम दे विच। और उन्हें आख्या कि सारा संसार, याद रखो भैणों ते भराओ, बेप्रतीति विच पिया होया सीगा, अनबिलीफ दे विच, और परमेश्वर उन्होंने किया वापस अपने वचन के ऊपर टिकाना चाहता सीगा, अपने वचन के ऊपर भरोसा दिवाना चाहता सीगा, उहदे ऊपर खड़ा करना चाहता सीगा। ते की होया भैणों ते भराओ, उन्हें आख्या कि देखो मैनू परमेश्वर ने क्या है कि इस तरह दे नाल बारिश आऊगी और ये सारी दुनिया टक जाऊगी, ये सारा ग्लोब पानी दे नाल टकन वाला है, सारे पापियां नू परमेश्वर नाश करने वाला है। परमेश्वर साडे पापां तो नाराज आ, साडियां गलतियां तो ओनू बहुत रंज आ। अगर असीं तौबा नहीं करते, असीं अगर रिपेंट नहीं करते हैं तो असीं मरांगे। और उन्हां दिनां दे विच भैणों ते भराओ एक साइंटिफिक एज सीगा, लोग साइंस दे ऊपर विश्वास करन दे सी, अपनी पढ़ाई लिखाई के ऊपर विश्वास करने से, जिस तरह कि अज साडे दिनां दे विच है। ते उस तो पहले उन्हां लोकां ने कदी भी बारिश वेखी नहीं सी, क्योंकि ग्लोब हजे भी सीधा खड़ा सीगा, जिहड़ा साडा पृथ्वी आ वो एकदम सीधी सीगी,
मगर इस टाइम दे विच साडी पृथ्वी जिहड़ी हैगी आ वो थोड़ी जी टेढ़ी है कि नहीं, मगर उस टाइम टेढ़ी नहीं सी, साडी पृथ्वी एकदम सीधी सी। इस करके तुसीं अपने स्कूलों च वेखदे आ, हर जगह ते वेखदे आ, ग्लोब थोड़ा जिहा टेढ़ा हुंदा है। ते भैणो ते भराओ उन्हां दिनां दे विच बरसात नहीं हुंदी सी, मगर ओस पैंदी सी ते उस धरती नूं सींदी सीगी। उन्होंने कभी बारिश वेखी नहीं सीगी, कोई बारिश भी हुंदी है उपरों जो कि आकाश खाली नजर आता है, इथों पानी डिग सकता है। एक उन्होंने वास्ते भैणों ते भराओ एक अनहोनी गल सीगी, उन्होंने सिर्फ ओस वेखी सी। तो उन्होंने वास्ते अनहोनी गल सी कि किद्दां हो सकता है, ये हो ही नहीं सकता। मगर एक सिंपल जिहा आदमी भैणों ते भराओ, एक सिंपल आदमी, एक किसान, उन्हें अपनिया जड़ियां विचारां आ उन्हां तो परे, अपनी सोचां तो परे, अपनी साइंस तो परे जाके परमेश्वर के वचन के उपर विश्वास किया। इन्ना आसान नहीं है भैणों ते भराओ, इन्ना आसान नहीं है। एक मिरेकल सी, ये परमेश्वर की कृपा सी। उस इंसान ने भैणों ते भराओ अपनी बेप्रतीति तो बाहर आके एक एहो जी चीज पर विश्वास करन डया जिन्होंने उन्हें कभी देखा नहीं, जिहदे बारे उन्हें कभी सुनिया नहीं है, कभी सुनिया नहीं। ते की होया कि उन्हें प्रचार करना शुरू किया। पहले कुछ लोग हो सकता है उहदे नाल जुड़े, ते हो सकता उहदा चर्च भर गया होवे नोआ दा, उन्होंने नबी मन्निया होवे, उहदे पर विश्वास किया होवे कि नहीं ये सही कहंदा है, और चर्च भर गया होवे। मगर उत्थे कुछ लोग भैणों ते भरा हो सकते इस तरह के जिहड़े कि बाहर साइंसदान लोग सीगे, क्योंकि उन्होंने दिनां दे विच जिहड़ी साइंस ही बहुत हाई लैवल दी सीगी, साइंस जिहड़ी कि अज तो भी किते बहुत अगे आ साइंस उन्होंने दिनां दे विच। याद रखो कि उन्होंने दिनां दे विच ही पिरामिड बने आ जिहड़े उस जल प्रलय नूं भी पार करके अज तक खड़े आ। समझन दे जो वो साइंस कितनी अप सी भैणों ते भराओ कि सूरज भावें जिधर मर्जी आ जाए परछाई नहीं पै सकती। उन्होंने दिनों के जिहड़े मूर्तियां नूं मार मतलब मर जाते सी, उन्होंने दे उपर इस तरह का कलर करते सी, इस तरह का लेप लाउंदे सी कि वो सड़दे नहीं सी शरीर। अज असीं बर्फ दे विच थोड़ी देर रख सकते हैं, मगर साडे कोई इदां दा लेप नहीं हैगा जिहड़ा कि डेड बॉडी इदां ही रवे काफ़ी काफ़ी सालों तक। ममीज जिन्होंने कहते हैं, ये उन्होंने दिनों की रचना है। तो सोचो साइंस कितनी हाई लैवल की सी उन्होंने दिनों के। ते उत्थे एक सिंपल जिहा आदमी भैणों ते भराओ, एक किसान नोआ, उहदे नाल परमेश्वर गल करदा है। उन्होंने कहता है कि मैं इस दुनिया नूं नाश करने वाला है, सारे लोगों को मैं खत्म करने वाला है, ये सारे बेप्रतीति दे नाल परे हुए, ये सारे लोग मेरे वचन के उपर विश्वास नहीं करते, ये लोग सब गलत काम करन डे, मैं इन्हों नाश करना चाहता हूं। मगर मैं चाहना है नोआ कि इस तो पहले कि जल प्रलय आवे, इस तो पहले कि बारिश आवे, तू एक कश्ती नूं बना। हुण देखो फेथ कितना काम करन दिया है। ये सिर्फ विश्वास करना ही नहीं, मगर फेथ दे उपर काम करना भी है भैणों ते भराओ। उन्हें कश्ती बनानी शुरू की, उन्हें बचाव का मार्ग बनाना शुरू किया। हुण याद रखो भैणों ते भराओ कि इस जो कश्ती नूं बनाया गया, तो कश्ती वास्ते किस तरह दियां लकड़ियां लईयां होंगियां, किस तरह के दरख्त नूं चुनिया होगा। बाइबल में लिखा है कि उन्हें एक गोफेर जिन्हों कहा जाता है उस दरख्त नूं चुनिया। वो तुसीं इंटरनेट में चेक कर सकते हो गोफेर के दरख्त नूं, मैं देखिया है।
होर भैनों ते भराओ उन्हें आख्या कि तू ऐसे ही दरख्त नूं लैना है जिहड़ा हो सकता है किसी काम दा ना होवे, किसी काम दा, क्योंकि वो बहुत ही लचीला है, वो जिधर चाहे उधर मुड़ जाता है, वो हार्ड ते स्ट्रांग नहीं हैगा यार। कहते तू इस दरख्त नूं लै जिन्हों मैं जिधर नूं चाहां उधर नूं बेंड हो सके, मैं जिधर नूं चाहां उन्होंने मैं मोड़ सकां। आमीन। और इहदे नाल मैं उस कश्ती नूं तैयार करना चाहुंदा है जिहड़ा कि होर किसी काम नहीं आउंदा। उस दरख्त नूं तू लै जिहड़ा कि वेस्ट है, जिहदा कोई काम नहीं हैगा, जिहड़ा किसी मतलब दा नहीं हैगा, जिहड़ा बेकार है, जिन्हों कोई इस्तेमाल नहीं करता या जिन्हों कोई पसंद नहीं करता या, तो उस गोफेर दरख्त नूं लिया ते मैं उहदे नाल एक कश्ती बनाना चाहना है। आमीन। अज भी परमेश्वर भैनों ते भराओ उस तरह दे ही दरख्त नूं लैके एक कश्ती तैयार करन दिया है, जिहड़ा दुनिया के द्वारा रिजेक्टेड है, जिन्होंने लोग पागल कहते हैं, ये मूर्ख लोग आ, ये किसी काम दे नहीं है संसार दे विच। मगर परमेश्वर ने क्या किया, हो जो दरख्त लिया जिहड़ा लचीला होवे, जिहड़ा जिधर नूं मैं चाहां उधर नूं बेंड हो सके, इस किश्ती नूं तैयार करने वास्ते उन्हें इस गोपेर दरख्त नूं लिया पैना। उन्हें इहो जे दरख्त नहीं ले जिहड़े ढीठ होण, सीधे खड़े रहन, जिहड़े जिन्होंने बेंड ना किया जा सके, है कि नहीं? वो इस तरह के दरख्त नहीं चाहता, वो इस तरह के दरख्त चाहता जिहड़े लचीले होण पैना ते भरा, सॉफ्ट होण, जिहड़े बेंड हो सकण, जिहड़े झुक सकण, जिधरों चाहिए उधरों मुड़ सकण। आमीन। ते भैनों ते भराओ ने इन्हां दरख्तां नूं लैके तुसीं सोचो, जदों दरख्त नूं देखिया होगा, वो दरख्त की कहंदा होगा, कहंदा कि क्या मैं किसी काम आ सकदा, कि मेरे द्वारा एक कश्ती बन सकती है। तो इस जरा सोचो कि इस पुलपिट जेड़े से जिस दरख्त दे नाल बनी हुई है, जेड़े लकड़ां दे नाल बनी है, उन्हें की सोचा होगा कि मेरे तो इतनी खूबसूरत पुलपिट बन सकती है। मगर देखो आज ये पुलपिट तुहाडे सामने खड़ी है, मगर ये दरख्त नूं वेखो तुसीं भैणों ते भराओ, और तुसीं कह नहीं सकते कि उहदे द्वारा इतनी खूबसूरत पुलपिट बन सकती है। मगर इस दरख्त ने अपने आप नूं ब्रदर शिमोन दे हत्थां विच दिता है, कारपेंटर दे हत्थ विच दिता, ते उहदे द्वारा इतनी खूबसूरत पुलपिट बनी है। भैणों ते भराओ, हो तुसीं भी सोच सकते जो कि क्या मैं किसी काम आ सकदा, मैं इस लायक नहीं हैगा, मैं इस तरह दा, मैं उस तरह दा। भैणों ते भराओ, मैं इस योग नहीं हैगा, मैं आ कीता, मैं ओ कीता है। मगर भैणों ते भराओ, परमेश्वर इहो जे ही दरख्तां नूं चाहुंदा है जिहड़े लचीले होण, जिहड़े बेंड हो सकण, जिहड़े झुक सकण, जिन्होंने जिधर चाहे उधर नूं मोड़ सके, जिधर चाहे उन्होंने मोड़ सके। हुण ये दरख्त पैणा जदों कट्टिया गया तो की होया कि वो दरख्त इस तरह का सी कि उहदे च पानी बहुत ज़्यादा सोकदा है। वो गोफेर दा दरख्त पानी जिन्ना भी उन्होंने लै लैंदा है। अगर उन्होंने लैके अगर कश्ती बना के अगर सीधा उन्होंने लैके जाया जाता तो वह कश्ती डुब जानी सी, क्योंकि वह पानी सोकदा है अपने अंदर। और प्रभु ने इस तरह दी चाहिए आ जिहड़े अपने अंदर सोक सकण, परमेश्वर के वचन चीज़ों को अंदर सोक सकण। मैंने ये चीज़ बहुत खूबसूरत लगी, मैं तुहानूं दसना चाहुंदा हां। इहदे अंदर जो रेवलेशन है भैणों ते भराओ, मैं आशा करदा तुसीं उहनूं इंजॉय करोगे और अपने आप को देख सकोगे। तुसीं उस गोफेर दे दरख्त नूं लैके उहनूं चीर के पानी में सुटो, पानी चूस लैंदा है और गिला हो जाता है। हुण इहनूं इस दरख्त नूं बचाउण वास्ते इस जल प्रलय तो परमेश्वर ने कुछ करना सीगा, परमेश्वर ने कुछ करना पैना सीगा ताकि वह इस दरख्त नूं बचा सके, इस जल प्रलय तो
इस जजमेंट तो बचा सके, परमेश्वर ने इस दरख्त वास्ते कुछ करना पैना सीगा। भैणों ते भराओ, दरख्त ते बहुत वधिया है, दरख्त ते बहुत वधिया है, बहुत लचीला है, जिधर चाहो उधर बेंड हो जाता है और चीज़ों को ऑब्जर्व करता है, अपने अंदर सोख लेंदा है। मगर ये बहुत वधिया है, मगर ये जल प्रलय विच इस तरह दे नाल पार नहीं हो सकता। इन्हू पार करने वास्ते किसी चीज की लोड़ है। भैणों ते भराओ, तुहानू पता है परमेश्वर ने की किया? उन्हें आख्या एक होर दरख्त लै ते उन्हें बॉयल कर, ते ओदे उन्हें जो तो दरख्त नू बॉयल करेगा ओदे विच एक लेप निकलूगा। उस लेप नू लैके इस दरख्त इहदे उपर किया पोछ दे, पूरा इहदे उपर ब्रश कर दे, पिच कर दे, बाइबल च लिखा है। इस दरख्त नू बचाने वास्ते भैणों ते भराओ एक होर दरख्त नू मरना पैंदा है, अपने आप नू खत्म करना पैंदा, ताकि वो दरख्त भैणों ते भराओ साडे नाल एकदम पूरा मिक्स हो जावे, ये उसनू सोक लवे अपने विच। ते उस दरख्त नू भैणों ते भराओ उस दरख्त दे द्वारा जिहड़ा लेप निकलिया उहदे विचों उहदे नाल उहनू पोसिया गया। उस तो बाद ਉਹਦੇ जिन्ने भी सुराख सी, ਉਹਦੇ जिन्ने भी ਵਿੱਚ मान लो गैप ਸੀਗੇ, ਉਹਨਾਂ ਸਾਰਿਆਂ ਨੂੰ ਭਰਨਾ बहुत ਜ਼ਰੂਰੀ ਸੀਗਾ। उस चीज़ ਨੂੰ ਭਰਨ ਵਾਸਤੇ परमेश्वर ने एक होर दरख्त लैके ਉਹਦੇ लेप ਨੂੰ ਜਦੋਂ ਉਹਦੇ ਤੇ ਲੈ ਉਹਦੇ ਸਾਰੇ ਭੈਣਾਂ ਤੇ ਭਰਾਓ ਜਿਹੜੇ ਖੱਡੇ ਸੀ, ਜਿੱਥੇ ਜਿੱਥੇ ਉਹਦੇ मान लो ਕਮੀਆਂ ਸੀਗੀਆਂ, ਉਹ ਸਾਰੀਆਂ ਉਹਨੇ ਪੂਰੀਆਂ ਕਰ ਦਿੱਤੀਆਂ ਭੈਣਾਂ ਤੇ ਭਰਾਓ। और इस तरह दे नाल पूरियां कीतियां, इस तरह दे नाल उन्होंने भैणों ते भराओ खड़ा किया उस लकड़ी नू कि अज तक वो कश्ती उस अरारत पहाड़ के पर खड़ी आ। 6000 साल बाद भी अज तक वो कश्ती उत्थे ही खड़ी अरारत पहाड़ के ऊपर। आमीन। देखो परमेश्वर की कर सकता है। अगर परमेश्वर एक लकड़ी नू उस लेप के द्वारा इस तरीके दे नाल खड़ा कर सकता है कि अज तक वो कश्ती बन ते भराओ उत्थे खड़ी आ रहा पहाड़ के ऊपर, ते परमेश्वर तुहाडे नाल ते मेरे नाल की कर सकता है, तुसीं सोच सकते कितना खूबसूरत है ना। हाँ, हो सकता साडे विच लख कमियां होवे भैणां ते भराओ, हो सकता साडे विच जिस तरह भी होवे भैणां ते भराओ, मगर साडे वास्ते किसी ने अपना लहू बहाया, किसी ने अपनी जान दी है भैणों ते भराओ, ताकि वो अपना लहू लेके साडे ते पोस देवे भैणों ते भराओ। और असीं सिर्फ 6000 साल नहीं मगर सदा सदा तक खड़े रहिए। ओही साडियां कमियां नूं दूर कर सकदा है भैणों ते भराओ। बड़ा खूबसूरत लग्या मैंने कहानी, इधर रेवलेशन बहुत मिठा लगा भैणों ते भराओ, हनी नालों भी स्वीट, एक शहद नालों भी मिठा है भैणों ते भराओ। जो रेवलेशन आंदा है, जो प्रकाशन आंदा है, देखो भैणों ते भराओ लोगों ने तुसीं देखोगे अज भी फोटोआं दे विच हैगा, साइंस ने क्या है कि असीं नूह दी कश्ती नूं लभ लिया, वो अज भी उत्थे खड़ी आ। देखो इस तरह का लेप लग्या कि वो सारे तूफान नूं बर्दाश्त करके, सारी बारिश नूं बर्दाश्त करके वो पार लंघ के अज तक खड़ी है भैणों ते भराओ। आमीन। अज तक खड़ी है। और इस तरीके नाल भैणों ते भराओ एक होर एक कश्ती बनाई गई नूह दे टाइम दे विच, मूसा दे टाइम दे विच। और याद रखो परमेश्वर ने उन्होंने भी की किया, उन्होंने भी लिया उस लकड़ी नूं, उहदे नाल वो बास्केट बनाई, वो टोकरी बनाई, और टोकरी बनाने तो बाद उन्होंने भी लेप किया गया। आमीन। उन्होंने भी लेप किया गया ताकि पानी अंदर ना जावे। और इस तरह के नाल लेप किया गया भैणों ते भराओ कि उस नाइल नदी दे विच भावें जिन्ने वड्डे मगरमच्छ सी उस बच्चे तक पहुंच नहीं सके। इस तरह के नाल लेप किया गया उन्होंने भैणों ते भराओ। तुसीं नहीं समझ सकते कि उस नाइल नदी जिहड़ी सी जिहदे विच उहनूं छड्ड दित्ता गया कल्ले नूं, उस टोकरी दे विच रख के
ਉਹਦੇ 'ਚ ਕਿੰਨੇ ਮਗਰਮੱਛ ਸੀ ਭੈਣੇ ਤੇ ਭਰਾਓ, ਕਿਸ ਤਰ੍ਹਾਂ ਦੇ ਐਲੀਗੇਟਰ ਸੀ ਉਹਦੇ ਅੰਦਰ, ਤੁਸੀਂ ਨਹੀਂ ਸਮਝ ਸਕਦੇ। ਮਗਰ ਪਰਮੇਸ਼ਵਰ ਨੇ ਉੱਥੇ ਉਹਦਾ ਰਖਵਾਲਾ ਸੀਗਾ, ਉਹਨੂੰ ਬਚਾਉਣ ਡਿਆ ਸੀਗਾ ਭੈਣੇ ਤੇ ਭਰਾਓ। ਉਹਨੇ ਸਾਰੀ ਯੋਜਨਾ ਨੂੰ ਤਿਆਰ ਕੀਤਾ ਸੀਗਾ। ਹੋਰ ਤੁਸੀਂ ਵੇਖੋ ਕਿ ਤੁਸੀਂ ਦੇਖਿਆ ਹੋਗਾ ਕਦੀ ਕਦੀ ਅਸੀਂ ਬੈਂਬੂ ਦੀਆਂ ਲੱਕੜੀਆਂ ਦੀਆਂ, ਮੰਨ ਲਓ ਬੈਂਬੂ ਲੱਕੜੀ ਜਿਹੜੀ ਹੁੰਦੀ ਆ ਉਹਦੀਆਂ ਟੋਕਰੀਆਂ ਬਣਾਉਂਦੇ ਆ, ਮੂੜੇ ਬਣਾਉਂਦੇ ਆ। ਹੋਰ ਉਹ ਵੀ ਇੱਕ ਬਹੁਤ ਹੀ ਮੰਨ ਲਓ ਇੱਕ ਲਚੀਲਾ ਦਰਖਤ ਹੁੰਦਾ ਆ ਬੈਂਬੂ ਟਰੀ। ਹੋਰ ਉਹਨੂੰ ਤੁਸੀਂ ਜਿੱਧਰ ਚਾਹੋ ਉਹਨੂੰ ਮੋੜ ਸਕਦੇ ਆ, ਉਹਦੇ ਨਾਲ ਹੀ ਇਹ ਟੋਕਰੀਆਂ ਬਣਦੀਆਂ ਭੈਣੋ ਤੇ ਭਰਾ, ਹੈ ਕਿ ਨਹੀਂ। ਹੋਰ ਇਸੇ ਤਰ੍ਹਾਂ ਦੇ ਨਾਲ ਪਰਮੇਸ਼ਵਰ ਤੁਹਾਨੂੰ ਹੋਰ ਮੈਨੂੰ ਵੀ ਚਾਹੁੰਦਾ ਆ ਕਿ ਅਸੀਂ ਉਹਦੇ ਵਚਨ ਦੇ ਨਾਲ ਇਸ ਤਰ੍ਹਾਂ ਦੇ ਨਾਲ ਟਲ ਜਾਈਏ, ਇਸ ਤਰ੍ਹਾਂ ਦੇ ਨਾਲ ਵਚਨ ਦੇ ਵਿੱਚ ਅਸੀਂ ਆ ਜਾਈਏ ਭੈਣੋ ਤੇ ਭਰਾਓ, ਜਿੱਥੇ ਕਿ ਅਸੀਂ ਆਖੀਏ ਆਈ ਸਰੈਂਡਰ ਆਲ, ਆਈ ਸਰੈਂਡਰ ਆਲ। ਜਿਸ ਤਰ੍ਹਾਂ ਦੇ ਨਾਲ ਉਹਨੂੰ ਬੈਂਡ ਕਰਨਾ ਚਾਹਵੇ, ਜਿਸ ਤਰ੍ਹਾਂ ਦੇ ਨਾਲ ਉਹਨੂੰ ਮੋੜਨਾ ਚਾਹਵੇ, ਉਹ ਮੋੜ ਸਕੇ। ਹੋਰ ਜਿਹੜੇ ਮੋੜਦੇ ਨਹੀਂ ਹੈ ਭੈਣੋ ਤੇ ਭਰਾਓ, ਉਹ ਇਹਦੇ ਪਰਮੇਸ਼ਵਰ ਦੇ ਕਿਸੇ ਕੰਮ ਦੇ ਨਹੀਂ ਆ। ਇਸ ਕਰਕੇ ਤੁਸੀਂ ਕਈਆਂ ਨੂੰ ਇਹੋ ਜਿਹੇ ਦਰਖਤ ਆਏ ਜਿਹੜੇ ਮੁੜ ਨਹੀਂ ਸਕੇ, ਜਿਹੜੇ ਬੈਂਡ ਨਹੀਂ ਹੋ ਸਕੇ ਮਿਨਿਸਟਰੀ ਦੇ ਸਾਹਮਣੇ। ਅੱਜ ਉਹ ਕਿੱਥੇ ਆ? ਉਹ ਕਿੱਥੇ ਆ ਭੈਣੋ ਤੇ ਭਰਾਓ? ਅੱਜ ਉਹ ਬਾਹਰ ਆ। ਉਹ ਕਿਸੇ ਕੰਮ ਦੇ ਨਹੀਂ ਆ ਪਰਮੇਸ਼ਵਰ ਦੇ, ਕਿਉਂਕਿ ਪਰਮੇਸ਼ਵਰ ਨੂੰ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ ਆ। ਕਿਉਂਕਿ ਪਰਮੇਸ਼ਵਰ ਨੂੰ ਇਹੋ ਜਿਹੇ ਦਰਖਤ ਦੀ ਲੋੜ ਆ ਭੈਣੋ ਤੇ ਭਰਾਓ, ਜਿਹੜੇ ਝੁਕ ਸਕਣ, ਜਿਹੜੇ ਬੈਂਡ ਹੋ ਸਕਣ, ਜਿਹੜੇ ਹੰਬਲ ਕਰ ਸਕਣ, ਜਿਹੜੇ ਉਹਦੇ ਸਾਹਮਣੇ ਸੇਵਾਦਾਰ ਦੇ ਸਾਹਮਣੇ ਝੁਕ ਸਕਣ ਭੈਣੋ ਤੇ ਭਰਾਓ, ਬੈਂਡ ਹੋ ਸਕਣ। ਹੋਰ ਇਸੇ ਤਰੀਕੇ ਦੇ ਨਾਲ ਇੱਕ ਹੋਰ ਆਰਕ ਨੂੰ ਬਣਾਈ ਗਿਆ। ਹੁਣ ਬਚਾਓ ਅਸੀਂ ਅੱਗੇ ਨੂੰ ਚੱਲਦੇ ਹਾਂ। ਹੁਣ ਦੇਖੋ ਇੱਥੇ ਕੀ ਹੁੰਦਾ ਹੈ ਕਿ ਇੱਕ ਇਹੋ ਜਿਹਾ ਆਦਮੀ ਨੂੰ ਲਿਆ ਪਰਮੇਸ਼ਵਰ ਨੇ ਤੇ ਲੈ ਕੇ ਉਹਨੇ ਆਖਿਆ ਕਿ ਬਾਰਿਸ਼ ਆਉਣ ਵਾਲੀ ਆ, ਮੈਂ ਲੋਕਾਂ ਨੂੰ ਨਾਸ਼ ਕਰਨ ਵਾਲਾ ਆ, ਇਸ ਕਰਕੇ ਜਿੱਦਾਂ ਮੈਂ ਤੈਨੂੰ ਕਹਿਣਾ ਹੈ ਉਸ ਤਰ੍ਹਾਂ ਦੇ ਨਾਲ ਤੂੰ ਕਰ। ਔਰ ਨੂਹ ਨੇ ਅਨਸੀਨ, ਸਾਇੰਸਦਾਨਾਂ ਨੇ ਆਪਣੇ ਪੂਰੇ ਯੰਤਰ ਆਕਾਸ਼ ਦੇ ਵਿੱਚ ਘਲਾ ਕੇ ਚੈੱਕ ਕਰ ਲਿਆ ਜੋ ਕੁਝ ਉਹਨਾਂ ਦੇ ਕੋਲ ਸੀ। ਉਹਨਾਂ ਨੇ ਆਖਿਆ ਇੱਥੇ ਕੋਈ ਪਾਣੀ ਨਹੀਂ ਹੈਗਾ ਔਰ ਬਾਰਿਸ਼ ਆ ਨਹੀਂ ਸਕਦੀ ਆ। ਮਗਰ ਪਰਮੇਸ਼ਵਰ ਨੂੰ ਕੀ ਕਰਨਾ ਸੀਗਾ ਭੈਣੋ ਤੇ ਭਰਾਓ? ਪਰਮੇਸ਼ਵਰ ਨੂੰ ਬਸ ਆਪਣੇ ਵਚਨ ਨੂੰ ਪੂਰਾ ਕਰਨਾ ਸੀਗਾ। ਪਰਮੇਸ਼ਵਰ ਦਾ ਵਚਨ ਟਲ ਨਹੀਂ ਸਕਦਾ। ਔਰ ਪਰਮੇਸ਼ਵਰ ਨੇ ਧਰਤੀ ਨੂੰ ਥੋੜਾ ਜਿਹਾ ਟੇਢਾ ਕੀਤਾ, 3.5 ਡਿਗਰੀ ਮੈਨੂੰ ਲੱਗਦਾ ਸ਼ਾਇਦ। ਔਰ ਉਸ ਤੋਂ ਬਾਅਦ ਚ ਬੱਦਲ ਆਪਣੇ ਆਪ ਬਣਨ ਲੱਗ ਪਏ। ਬੱਦਲ ਆਪਣੇ ਆਪ ਬਣਨ ਲੱਗ ਪਏ। ਅਚਾਨਕ ਵਿੱਚ ਉਹਨਾਂ ਨੇ ਦੇਖਿਆ ਕਿ ਬੱਦਲ ਆ ਗਏ ਆ। ਮੈਂ ਕਹਿਣਾ ਚਾਹੁੰਦਾ ਇਹ ਯਾਦ ਰੱਖੋ, ਉਸ ਤੋਂ ਪਹਿਲਾਂ ਕੀ ਹੋਇਆ ਕਿ ਬਹੁਤ ਸਾਰੇ ਲੋਕ ਪਹਿਲਾਂ ਆਏ, ਉਹਨਾਂ ਨੇ ਵਿਸ਼ਵਾਸ ਕੀਤਾ ਨੂਹ ਦੇ ਵਚਨ ਦੇ ਉੱਪਰ, ਮਗਰ ਸਹਿਜੇ ਉਹਨਾਂ ਦਾ ਵਿਸ਼ਵਾਸ ਠੰਡਾ ਪੈਂਦਾ ਗਿਆ। ਉਹਨਾਂ ਦਾ ਵਿਸ਼ਵਾਸ ਉਸ ਤਰ੍ਹਾਂ ਦਾ ਵਿਸ਼ਵਾਸ ਨਹੀਂ ਸੀਗਾ ਭੈਣੋ ਤੇ ਭਰਾਓ, ਜਿਸ ਤਰ੍ਹਾਂ ਦਾ ਵਿਸ਼ਵਾਸ ਪਰਮੇਸ਼ਵਰ ਚਾਹੁੰਦਾ ਸੀਗਾ। ਬਿਲੀਫ ਉਸ ਬੇਪਰਤੀਤੀ ਤੋਂ ਪੂਰੇ ਤਰੀਕੇ ਦੇ ਨਾਲ ਬਾਹਰ ਆ ਕੇ ਪਰਮੇਸ਼ਵਰ ਦੇ ਵਚਨ ਨੂੰ ਜਿਸ ਤਰ੍ਹਾਂ ਉਹਨੇ ਕਿਹਾ ਹੈ ਉਸ ਤਰ੍ਹਾਂ ਦੇ ਨਾਲ ਲੈ ਨਹੀਂ ਸਕੇ। ਤੇ ਥੋੜਾ ਥੋੜਾ ਕਰਕੇ ਨੂਹ ਦਾ ਚਰਚ ਖਾਲੀ ਹੁੰਦਾ ਗਿਆ। ਲੋਕ ਬਾਹਰ ਨਿਕਲਣ ਲੱਗ ਪਏ, ਲੋਕੀ ਮਿਨਿਸਟਰੀ ਤੋਂ ਬਾਹਰ ਜਾਣ ਡੈ ਪਏ, ਜਿਸ ਤਰ੍ਹਾਂ ਕਿ ਅੱਜ ਲੋਕੀ ਮਿਨਿਸਟਰੀ ਤੋਂ ਬਾਹਰ ਜਾਣ ਡੈ। ਲੋਕਾਂ ਨੇ ਵਚਨ ਦੇ ਉੱਪਰ, ਉਹਨਾਂ ਦਾ ਵਚਨ ਦੇ ਉੱਪਰ ਵਿਸ਼ਵਾਸ, ਇਹ ਕਹਿਣ ਡਿਆ ਬਾਰਿਸ਼ ਆਊਗੀ, ਬਾਰਿਸ਼ ਆਊਗੀ, ਟੋਕਨ ਆਉਣ ਵਾਲਾ ਆ, ਟੋਕਨ ਆਉਣ ਵਾਲਾ। ਅਸੀਂ 15 ਸਾਲ ਤੋਂ ਬੈਠੇ ਹੋਏ ਆ ਮਗਰ ਕੋਈ ਟੋਕਨ ਨਹੀਂ ਆਇਆ। ਲੋਕਾਂ ਦਾ ਵਿਸ਼ਵਾਸ ਠੰਡਾ ਪੈਣਾ ਸ਼ੁਰੂ ਹੋ ਗਿਆ। ਉਸ ਬੇਪਰਤੀ ਤੋਂ ਬਾਹਰ ਨਿਕਲ ਕੇ ਆ ਨਹੀਂ ਸਕੇ ਭੈਣੋ ਤੇ ਭਰਾਓ, ਉਸ ਅਵਿਸ਼ਵਾਸ ਤੋਂ। ਔਰ ਇਹ ਸਾਰੇ ਤੋਂ ਵੱਡਾ ਪਾਪ ਹੈ ਭੈਣੋ ਤੇ ਭਰਾਓ, ਜਦੋਂ ਅਸੀਂ ਪਰਮੇਸ਼ਰ ਨੂੰ ਉਹਦੇ ਵਚਨ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਹੈਗਾ ਉਸ ਤਰ੍ਹਾਂ ਵਿਸ਼ਵਾਸ ਨਹੀਂ ਕਰਦੇ। ਇਹ ਸਭ ਤੋਂ ਵੱਡਾ ਪਾਪ ਹੈ। ਪ੍ਰਭੂ ਤੁਹਾਡੇ ਇਸ ਵਿਚਾਰ, ਤੁਹਾਡੇ ਸਿਗਰਟਾਂ ਪੀਣਾ ਜਾਂ ਝੂਠ ਬੋਲਣਾ, ਉਹਨਾਂ ਦੀ ਤੇ ਸਫਾਈ ਕਰਨ ਡਿਆ ਹੀ ਆ, ਉਹਨਾਂ ਨੂੰ ਠੀਕ ਕਰਨ ਡਿਆ ਹੀ ਆ। ਮਗਰ ਯਾਦ ਰੱਖੋ, ਮੇਨ ਪਰਮੇਸ਼ਵਰ ਦਾ ਜਿਹੜਾ ਏਜੰਡਾ ਹੈ ਭੈਣੋ ਤੇ ਭਰਾਓ, ਸਾਨੂੰ ਇਸ ਬੇਪਰਤੀ ਤੋਂ ਲੈ ਕੇ ਬਾਹਰ ਆ ਕੇ ਆਪਣੇ ਵਚਨ ਦੇ ਉੱਪਰ, ਆਪਣੇ ਵਾਅਦੇ ਉੱਪਰ ਵਿਸ਼ਵਾਸ ਨੂੰ ਟਿਕਾਉਣਾ ਹੈ। ਔਰ ਉਹੀ ਉਹਨੇ ਉਦੋਂ ਕੀਤਾ। ਔਰ ਇਸੇ ਤਰ੍ਹਾਂ ਦੇ ਲੋਕ ਬਾਹਰ ਜਾਣ ਡੈ ਪਏ। ਤੇ ਵਚਨ ਵਿੱਚ ਲਿਖਿਆ ਹੈ, ਜਿਹਨੂੰ ਕਿ ਅਸੀਂ ਪੜ੍ਹਿਆ ਰੋਮੀਆਂ ਦੇ ਵਿੱਚ, ਕਿ ਕੀ ਉਹਨਾਂ ਦੀ ਬੇਪਰਤੀਤੀ
परमेश्वर दे जिहड़ा वादा आ, जिहड़ा विश्वास आ, जिहड़ा वचन आ, कि ओनू बेकार कर सकती है? नहीं, कदी भी नहीं पैना तोड़ो। परमेश्वर का वचन अटल है। परमेश्वर कोई आदमी नहीं जिहड़ा झूठ बोले, ना ही मनुख का पुत्र है जिहड़ा रिपेंट करे, नहीं, मगर परमेश्वर का वचन अटल है। उन्हें जो कह दिता है वो जमीन ते आसमान टल जाएंगे, मगर वह वचन कदी नहीं टल सकता, कदी नहीं टल सकता। उन्हें जो कह दिता है वो वचन पूरा होके वापस आऊगा। याद रखो, मैं तुहानू जो कहन दिया इस चीज के ऊपर भैणों ते भराओ, तुसीं अपना दिलो दिमाग दे विच बैठा लो कि परमेश्वर का वचन कदी भी फेल नहीं हो सकता। उन्हें जो क्या आ वो पूरा होके रहूगा। थोड़ी बेप्रतीति ओदे वास्ते अड़ंगा नहीं लेके आ सकती, मेरी बेप्रतीति ओदे वास्ते अड़ंगा नहीं लेके आ सकती, मगर ओदा साडी बेप्रतीति साडे वास्ते एक अड़ंगा बन के रह जाऊगी। और इस तरह दे नाल कईयां दे नाल होया, वो लोग ठंडे पै गए, वो लोग संसार च वापस चले गए, जितना नूह दे दिनां दे विच वापस चले गए सी। उन्होंने आख्या कि यह बारिश अजे नहीं होने वाली, क्योंकि 120 साल तक नूह प्रचार करता रहा और लोगों को यह कहता रहा कि बारिश आने वाली है। याद रखो, बारिश आने वाली है। अपने आप को बचाओ, अपने पापा तो तौबा करो, अपने आप को ठीक करो, अपने पापा तो बाहर निकल के आओ, अपनी बेप्रतीति तो बाहर निकल के आओ, परमेश्वर के वचन पर विश्वास करो। उन्हें कह दिता है हर एक चीज पूरी होकर रहूगी। मगर लोगों का प्यार ठंडा पै गया, जितना कि अज साडे विच कई लोगों का प्यार ठंडा पै चुका है। जिन्हें जोश नाल आए सी, वो जोश समय ने उस जोश को ठंडा कर दिता है। और परमेश्वर ने इस चीज को जान बुझ के रखा हुआ है। तुहानू पता है, परमेश्वर ने टाइम को इसे करके ਵਧਾਇਆ है ताकि वो देख सके कि अंत तक कौन खड़ा रहिंदा है, अंत तक कौन बिलीव करता है। भैणों ते भराओ, जिहड़ा अंत तोड़ी विश्वास करूगा वो ही बचाया जाऊगा। परमेश्वर ने जान बुझ के सानू टेस्ट करने वास्ते, भैणों ते भराओ, तानू हुण मैनू परखण वास्ते कि असीं अपने आप नूं प्रगट कर सकीए कि असीं किन्ना हद तक जाके उस अनदेखी चीज के ऊपर विश्वास कर सकते हैं। उन्हें इस टाइम पीरियड को ਵਧਾਇਆ, सानू टेस्टिंग टाइम है। भैणों ते भराओ, और कई लोगों ने कहा मैं विश्वास करदा है, मैं विश्वास करदा है, मैं विश्वास करदा है, इन्हां गल्लां दे उपर, मैं टोकन दे उपर विश्वास करदा है, मगर उन्होंने आप साबित कर दिता है कि असल दे विच वो विश्वास नहीं करदे सीगे। वो साडे विचों निकल के चले गए, वो बाहर चले गए। अज फिर वो की आ, संसार दे विच ओही कम्मां नूं करन डे आ, बुरे कम्मां नूं करन डे आ, पाप करन डे आ। क्यों? एक दिन यो ही लोग सी जिन्होंने आख्या कि यो ही सच आ, ये तो बाहर कोई सच नहीं है। ब्रदर ब्रूस सही आ, ये मिनिस्ट्री सही आ, टोकन सही आ, और आज किथे आ? वो अज इन्हां कुर्सियां ते क्यों नहीं बैठे हुए? भैणों ते भराओ, क्योंकि उन्होंने टेस्ट करने वास्ते ही, उन्होंने विश्वास को परखण वास्ते ही, उन्होंने बेप्रतीति को बाहर लियाउण वास्ते ही परमेश्वर ने इस समय को ਵਧਾਇਆ, जिस तरह कि उन्हें नूह के दिनों के समय को ਵਧਾਇਆ। 120 साल दिते। और अगर दूजे तौर के नाल वेख्या जाए तो भैणों ते भराओ, उन्हें अपनी ग्रेस को 120 साल ਵਧਾਇਆ। हालांकि जजमेंट आ चुकिया सीगा, न्याय उन्होंने द्वार ते खड़ा सीगा। भैणों ते भराओ, और नूह हर वार, हर हफ्ते, हर बुधवार, हर एतवार नूह आके वो यह प्रचार करता रहो कि टिके रहो, बने रहो, इस विश्वास को ना छड्यो, परमेश्वर दे जो क्या है वो पूरा होके रहूगा। बारिश आने वाली है तो बारिश आने वाली है, मगर लोगों का प्यार ठंडा पै गया, लोगों की बेप्रतीति बाहर निकल के आई। भैणों ते भराओ, क्योंकि वो बहुत कुछ सीगा। उन्होंने अपने विश्वास को जाहिर करने वास्ते, उन्होंने इस बेप्रतीति तो बाहर आने वास्ते, भैणों ते भराओ, एक प्रोसेस थड़ी होकर लंघना बहुत जरूरी सीगा। जिस तरह कि उस कश्ती को उस प्रोसेस थड़ी होकर निकलना बहुत जरूरी सी, जिथे कि एक बहुत वधिया खूबसूरत एक कश्ती बन सके।
ਉਹੀ ਪ੍ਰੋਸੈਸ ਬਹੁਤ ਟਫ ਹੈ ਭੈਣੋ ਤੇ ਭਰਾਓ। ਉਹ ਜਿਹੜਾ ਸਮੇਂ ਆ, ਉਹ ਜਿਹੜਾ ਪ੍ਰੋਸੈਸ ਹੈ ਭੈਣੋ ਤੇ ਭਰਾਓ, ਉਸ ਵਧੀਆ ਨਾ ਵਿਕਣ ਵਾਲੀ ਲੱਕੜੀ ਨੂੰ, ਪੇੜ ਨੂੰ, ਦਰਖਤ ਨੂੰ ਇੱਕ ਵਧੀਆ ਬਣਾਉਣ ਦੇ ਵਿੱਚ ਜਿਹੜਾ ਪ੍ਰੋਸੈਸ ਸੀ ਔਰ ਜਿਹੜਾ ਟਾਈਮ ਸੀ ਭੈਣੋ ਤੇ ਭਰਾਓ, ਉਹ ਬਹੁਤ ਇੱਕ ਟਫ ਟਾਈਮ ਸੀਗਾ। ਔਰ ਇਸੇ ਤਰ੍ਹਾਂ ਸਾਡੇ ਵਿੱਚੋਂ ਕਈਆਂ ਨੂੰ ਲੱਗਦਾ ਹੈ ਭੈਣੋ ਤੇ ਭਰਾਓ, ਜਦੋਂ ਉਹਨਾਂ ਦੇ ਪਾਪ ਉਜਾਗਰ ਹੁੰਦੇ ਆ, ਜਿਹਨਾਂ ਉਹਨਾਂ ਨੂੰ ਤਾੜਨਾ ਪੈਂਦੀ ਹੈ, ਜਦੋਂ ਉਹਨਾਂ ਨੂੰ ਡਾਂਟ ਫਟਕਾਰ ਪੈਂਦੀ ਆ, ਮਗਰ ਯਾਦ ਰੱਖੋ ਭੈਣੋ ਤੇ ਭਰਾਓ, ਸੋਨਾ ਅੱਗ ਦੇ ਵਿੱਚ ਜਾ ਕੇ ਹੀ ਉੱਥੇ ਪਿਓਰ ਹੁੰਦਾ ਆ, ਸਾਫ਼ ਹੁੰਦਾ ਹੈ। ਉਹਨੂੰ ਉਸ ਪ੍ਰੋਸੈਸ ਥਾਣੀ ਹੋ ਕੇ ਲੰਘਣਾ ਬਹੁਤ ਜ਼ਰੂਰੀ ਹੈ ਭੈਣੋ ਤੇ ਭਰਾਓ। ਇਸ ਬੇਪਰਤੀਤੀ ਨੂੰ ਸਾਨੂੰ ਕੀ ਆ, ਪੂਰੇ ਤਰੀਕੇ ਨਾਲ ਇਹ ਤੋਂ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ 'ਚ ਅਸੀਂ ਪੈਦਾ ਹੋਏ ਹਾਂ। ਇੱਕ ਟਾਈਮ ਪੀਰੀਅਡ ਆ, ਤੁਸੀਂ ਜਰਾ ਸੋਚੋ ਭੈਣੋ ਤੇ ਭਰਾਓ, ਉਸ ਸਟੋਰੀ ਵੱਲ ਵੀ ਦੇਖੋ। ਔਰ ਇਹੋ ਚੀਜ਼ ਨੇ ਕਈਆਂ ਨੂੰ ਪ੍ਰਗਟ ਕੀਤਾ, ਕਈਆਂ ਦੇ ਪਾਪ ਉਜਾਗਰ। ਕਿਉਂਕਿ ਦੇਖੋ, ਅਸੀਂ ਜਦੋਂ ਸੰਸਾਰ ਵਿੱਚ ਆਉਂਦੇ ਹਾਂ, ਸਾਡੇ ਅੰਦਰ ਕਈ ਤਰੀਕੇ ਦੇ ਪਾਪ ਹੁੰਦੇ। ਕਈ ਪਾਪਾਂ ਨੂੰ ਲੈ ਕੇ ਸੰਸਾਰ ਦੇ ਵਿੱਚੋਂ ਅਸੀਂ ਇੱਥੇ ਕੁਰਸੀਆਂ ਤੇ ਕੇ ਬੈਠੇ ਸਾਂ ਕਿ ਨਹੀਂ ਬੈਠੇ ਸਾਂ, ਕਈਆਂ ਪਾਪਾਂ ਨੂੰ। ਹੋਰ ਕਈ ਵਾਰੀ ਅਸੀਂ ਇਹਨਾਂ ਦੇ ਉੱਪਰ ਜਿੱਤ ਹਾਸਿਲ ਕੀਤੀ, ਕੁਛ ਚੀਜ਼ ਦੇ ਉੱਪਰ ਜਿੱਤ ਹਾਸਿਲ ਕੀਤੀ, ਉਹਨਾਂ ਦੀ ਵਜ੍ਹਾ ਨਾਲ ਅਸੀਂ ਐਕਸਪੋਜ਼ ਹੋਏ, ਉਹ ਚੀਜ਼ਾਂ ਉਜਾਗਰ ਹੋਈਆਂ, ਉਹ ਸਾਹਮਣੇ ਆਈਆਂ। ਤੇ ਮਗਰ ਭੈਣੋ ਤੇ ਭਰਾਓ, ਕੀ ਹੁੰਦਾ ਹੈ ਕਿ ਲੋਕ ਜਦੋਂ ਇਹ ਪਾਪ ਉਜਾਗਰ ਹੁੰਦੇ ਆ, ਸਾਹਮਣੇ ਆਉਂਦੇ ਆ, ਤੇ ਲੋਕ ਇਹਨੂੰ ਲੈ ਨਹੀਂ ਸਕਦੇ, ਆਪਣੇ ਆਪ ਨੂੰ ਸ਼ਰਮਿੰਦਾ ਨਹੀਂ ਕਰ ਸਕਦੇ, ਆਪਣੇ ਆਪ ਨੂੰ ਬੈਂਡ ਨਹੀਂ ਕਰ ਸਕਦੇ, ਆਪਣੇ ਆਪ ਨੂੰ ਝੁਕਾ ਨਹੀਂ ਸਕਦੇ ਮਿਨਿਸਟਰੀ ਦੇ ਸਾਹਮਣੇ, ਤੇ ਉਹ ਮਿਨਿਸਟਰੀ ਛੱਡ ਕੇ ਚਲ ਜਾਂਦੇ ਆ, ਜਿਸ ਤਰ੍ਹਾਂ ਕਿ ਰੀਸੈਂਟਲੀ ਬਥੇਲ ਦੇ ਵਿੱਚ ਹੋਇਆ। ਮਗਰ ਭੈਣੋ ਤੇ ਭਰਾਓ, ਸਾਨੂੰ ਇਸ ਪਰਮੇਸ਼ਵਰ ਦੇ ਵਚਨ ਦੇ ਵਿੱਚ ਭੈਣੋ ਤੇ ਭਰਾਓ ਟੈਸਟਡ ਹੋਣਾ ਬਹੁਤ ਜ਼ਰੂਰੀ ਆ। ਸਾਨੂੰ ਇਸ ਟੋਟਲੀ ਇਸ ਗੰਦਗੀ ਤੋਂ ਬਾਹਰ ਆਉਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੇ ਆਪ ਨੂੰ ਪੂਰੇ ਤਰੀਕੇ ਦੇ ਨਾਲ ਪਰਮੇਸ਼ਵਰ ਨੂੰ ਸਾਨੂੰ ਸ਼ੁੱਧ ਕਰਨਾ ਬਹੁਤ ਜ਼ਰੂਰੀ ਆ, ਸਾਨੂੰ ਠੀਕ ਕਰਨਾ ਬਹੁਤ ਜ਼ਰੂਰੀ ਆ, ਸਾਨੂੰ ਇੱਕਦਮ ਕੀ ਆ, ਪਰਫੈਕਟ ਬਣਾਉਣਾ ਬਹੁਤ ਜ਼ਰੂਰੀ ਹੈ ਉਹਦੇ ਵਾਸਤੇ। ਇਸ ਤੋਂ ਪਹਿਲਾਂ ਕੀ ਆਦੀ ਅਸੀਂ ਉਹਦੇ ਕੰਮ ਆ ਸਕੀਏ, ਹੈ ਕਿ ਨਹੀਂ। ਉਸ ਦਰਖਤ ਨੂੰ ਦੇਖੋ ਭੈਣੋ ਤੇ ਭਰਾਓ, ਕਿੱਥੋਂ ਕਿੱਥੋਂ ਵੱਢਿਆ ਹੋਏਗਾ ਉਹਨੂੰ, ਕਿੱਥੋਂ ਕਿੱਥੋਂ ਚੀਰਿਆ ਹੋਊਗਾ ਉਹਨੂੰ, ਕਿਸ ਤਰੀਕੇ ਦੇ ਨਾਲ ਉਹਨੇ ਨੂੰਹਾਂ ਨੇ ਲੈ ਕੇ ਉਹਦੇ 'ਚ ਆਰੇ ਚਲਾਏ ਹੋਣਗੇ। ਇੱਕ ਪ੍ਰੀਚਰ ਉਸ ਨੂੰਹ ਦੀ ਕਿਸ਼ਤੀ ਨੂੰ ਤਿਆਰ ਕਰਨ ਡਿਆ, ਉਹਨੂੰ ਵੱਢਣ ਡਿਆ, ਜਿੱਥੇ ਜਿੱਥੇ ਉਹਨੂੰ ਲੱਗਦਾ ਹੈ ਕਿ ਆਹ ਚੀਜ਼ ਮੇਰੇ ਕੰਮ ਨਹੀਂ ਆਉਣ ਵਾਲੀ, ਇਹ ਠੀਕ ਨਹੀਂ ਹੈਗੀ ਆ, ਕੱਟ ਕੇ ਅਲੱਗ ਕਰੋ, ਕੱਟ ਕੇ ਅਲੱਗ ਕਰੋ, ਕੱਟ ਕੇ ਅਲੱਗ ਕਰੋ। ਔਰ ਬਾਈਬਲ ਵਿੱਚ ਲਿਖਿਆ ਭੈਣੋ ਤੇ ਭਰਾਓ, ਜਿਹੜਾ ਵੀ ਪਰਮੇਸ਼ਵਰ ਦੇ ਕੋਲ ਆਉਂਦਾ ਹੈ, ਪਰਮੇਸ਼ਵਰ ਉਹਨੂੰ ਕੀ ਆ, ਟੈਸਟ ਕਰਦਾ ਆ, ਪਰਖਦਾ ਆ। ਹੋਰ ਇਹ ਟੈਸਟ ਜਿਹੜਾ ਟੈਸਟਿੰਗ ਗਰਾਊਂਡ, ਇਸ ਕਰਕੇ ਇਹ ਟਾਈਮ ਪੀਰੀਅਡ ਪਰਮੇਸ਼ਵਰ ਨੇ ਥੋੜਾ ਲੰਬਾ ਦਿੱਤਾ ਹੋਇਆ ਆ। ਮਗਰ ਹੁਣ ਅਸੀਂ ਕੀ ਆ, ਇੱਕਦਮ ਕਿਨਾਰੇ ਦੇ ਨੇੜੇ ਆ ਚੁੱਕੇ ਹਾਂ। ਹੁਣ ਕਿਨਾਰਾ ਦੂਰ ਨਹੀਂ ਹੈਗਾ ਭੈਣੋ ਤੇ ਭਰਾਓ, ਕਿਨਾਰਾ ਬਹੁਤ ਨਜ਼ਦੀਕ ਆ। ਅਸੀਂ ਸੀਸ਼ੋਰ ਦੇ ਬਹੁਤ ਨੇੜੇ ਆ ਚੁੱਕੇ ਹਾਂ। ਅਸੀਂ ਦੂਰੋਂ ਉਸ ਜ਼ਮੀਨ ਨੂੰ, ਪਹਾੜਾਂ ਨੂੰ ਵੇਖਣ ਡਏ ਹਾਂ, ਜਿੱਥੇ ਕਿ ਸਾਨੂੰ ਲੱਗਣ ਡਿਆ ਕਿ ਹੁਣ ਅਸੀਂ ਆਪਣਾ ਜਿਹੜਾ ਸਫ਼ਰ ਆ ਬਹੁਤ ਅੱਗੇ ਲੰਘ ਕੇ ਤੇ ਅਸੀਂ ਕਿਨਾਰੇ ਦੇ ਬਹੁਤ ਨੇੜੇ ਆ ਪਹੁੰਚੇ, ਬਹੁਤ ਨੇੜੇ ਆ ਪਹੁੰਚੇ, ਟੋਕਨ ਦੂਰ ਨਹੀਂ ਹੈਗਾ ਭੈਣੋ ਤੇ ਭਰਾਓ। ਮਗਰ ਇਹ ਪ੍ਰੋਸੈਸ ਜਿਹੜਾ ਹੈਗਾ ਆ, ਇਹ ਬਹੁਤ ਜ਼ਰੂਰੀ ਆ, ਜਿਹਨੂੰ ਪਰਮੇਸ਼ਵਰ ਨੇ ਸਾਡੇ ਤੋਂ ਕਰਨਾ ਪਊਗਾ, ਸਾਨੂੰ ਸਾਫ਼ ਕਰਨਾ ਪਊਗਾ। ਕਿਉਂਕਿ ਅਸੀਂ ਇਸੇ ਤਰ੍ਹਾਂ ਦੇ ਨਾਲ ਆਪਣੀਆਂ ਖਾਮੀਆਂ ਦੇ ਨਾਲ, ਸਾਡੀਆਂ ਬੁਰਾਈਆਂ ਦੇ ਨਾਲ, ਸਾਡੇ ਪਾਪਾਂ ਦੇ ਨਾਲ ਅਸੀਂ ਆ ਕੇ ਨਾ ਕੁਰਸੀਆਂ ਤੇ ਇੱਕ ਦਿਨ ਆ ਕੇ ਬਹਿ ਗਏ, ਹੈ ਕਿ ਨਹੀਂ। ਅਸੀਂ ਰਿਪੈਂਟ ਕੀਤਾ, ਤੌਬਾ ਕੀਤੀ, ਇਹਦਾ ਮਤਲਬ ਇਹ ਨਹੀਂ ਹੋ ਗਿਆ ਕਿ ਤੁਸੀਂ ਧੋਤੇ ਗਏ ਉਧਰ ਹੀ, ਮੰਨ ਲਓ ਸਾਫ਼ ਹੋ ਗਏ, ਇੱਕਦਮ ਸਭ ਚੀਜ਼ਾਂ ਨਿਕਲ ਗਈਆਂ, ਨਹੀਂ ਬਣਦਾ। ਮਗਰ ਪਰਮੇਸ਼ਵਰ ਨੇ ਮਾਫ਼ ਕੀਤਾ, ਸਾਨੂੰ ਮਾਫ਼ ਕੀਤਾ, ਸਾਡੇ ਸਾਰੇ ਪਾਪ ਮਾਫ਼ ਕੀਤੇ, ਸਾਨੂੰ ਉਹਨੇ ਕੀਆ, ਸਾਡੇ ਰਿਪੈਂਟੈਂਸ ਨੂੰ ਗ੍ਰਹਿਣ ਕੀਤਾ। ਮਗਰ ਅਸੀਂ ਕਈਆਂ ਆਪਣੇ ਚੀਜ਼ਾਂ ਦੇ ਨਾਲ ਆ ਕੇ ਇਹਨਾਂ ਕੁਰਸੀਆਂ ਦੇ ਉੱਪਰ ਬੈਠੇ ਸਾਂ, ਜਿਹਨੂੰ ਕਿ ਪਰਮੇਸ਼ਵਰ ਨੇ ਉਹਨਾਂ ਚੀਜ਼ਾਂ ਨੂੰ ਸਾਡੇ ਤੋਂ ਬਾਹਰ ਕੱਢਣਾ ਬਹੁਤ ਹੀ ਜ਼ਰੂਰੀ ਸੀਗਾ, ਬਹੁਤ ਜ਼ਰੂਰੀ ਸੀਗਾ। ਉਹਨੂੰ ਉਸ ਨੂੰਹ ਦੇ ਵਰਗੋਂ ਉਸ ਦਰਖਤ ਨੂੰ ਲੈ ਕੇ ਉਹਨੂੰ ਚੀਰਨਾ, ਪਾੜਨਾ ਬਹੁਤ ਜ਼ਰੂਰੀ ਸੀਗਾ, ਇਸ ਤੋਂ ਪਹਿਲਾਂ ਕਿ ਉਸ ਆਰਕ ਨੂੰ ਬਣਾ ਸਕੇ, ਉਸ ਕਸ਼ਤੀ ਨੂੰ। ਅਸੀਂ ਆਪਣੀ ਬੇਪਰਤੀਤੀ, ਬਸ ਸਾਨੂੰ ਥੋੜਾ ਜਿਹਾ ਵਿਸ਼ਵਾਸ ਲੱਗਿਆ, ਅਸੀਂ ਵਿਸ਼ਵਾਸ ਕੀਤਾ ਥੋੜਾ ਬਹੁਤ ਪਰਮੇਸ਼ਵਰ ਦੇ ਉੱਪਰ ਕਿ ਹਾਂ ਮੈਂ ਪਾਪੀ ਹਾਂ, ਕਿਸੇ ਚੀਜ਼ ਨੇ ਸਾਨੂੰ ਕਾਇਲ ਕੀਤਾ, ਅਸੀਂ ਆਪਣੇ ਪਾਪਾਂ ਨੂੰ ਮੰਨਿਆ, ਅਸੀਂ ਇਹਨਾਂ ਕੁਰਸੀਆਂ ਤੇ ਆ ਕੇ ਬਹਿ ਗਏ ਭੈਣੋ ਤੇ ਭਰਾਓ। ਮਗਰ ਹੁਣ
ये जिहड़ा एक प्रोसैस आ सानूं इस तो लंघना बहुत जरूरी है। तुहानूं हर एक आदमी नूं इत्थे तक एक प्रचारक भी इतों होके गुजरदा आ। ये ना सोचो कि मैं ही इकल्ला आ, नहीं, एक प्रचारक भी इन्हां चीज़ां तो होके गुजरदा आ, क्योंकि वो भी सीधा उपरों नहीं टपकदा पैणों दे भराओ, वो भी संसार दे विचों बाहर आउंदा आ, आके परमेश्वर नूं ग्रहण करदा है, उहदे वचनां दे उपर विश्वास करदा है, और परमेश्वर सारिਆਂ तो पहलों उहनूं ठीक करना शुरू करदा। तुसीं की सोचदे जो? हाँ, जिन्होंने इस्तेमाल करना है उहनूं ठीक करदा है, उहदे अंदरों कई चीज़ां आ जिहड़ियां वो बाहर कढदा है, क्योंकि तुसीं और असीं सारे कोई भी धर्मी नहीं बाइबल च लिखिआ है, एक भी नहीं। हुण इस प्रोसैस दे विचों हर एक नूं लंघना पैना है, मगर याद रखो इत्थे ओह ही टिकूगा जिहड़ा अपने आप नूं बेंड करूगा, जिहड़ा अपने आप नूं परमेश्वर दे हत्थ विच दोगा। ठीक है, लै प्रभु मैनूं चीर पाड़, जिथे तेनों गलत लगता है तू बाहर कढ, हर एक बुराई जिहड़ी तेनों उस जगह च फिट नहीं लगती आ उसनूं तू कट के अलग कर दे, और परमेश्वर इस काम नूं लगातार करूगा पैणों ते भराओ, जिन्ना देर तक परमेश्वर सैटिस्फाई नहीं हो जाता कि आ हुण ठीक आ। तुसीं इहनूं प्रीचर नूं ना देखो पैणों ते भराओ, प्रीचर ते एक उहदे हत्थ दा एक जरिया है, एक उहदा टूल एक इस्तेमाल करने वाली चीज़ है पैणों ते भराओ, जिहदे नाल ओह की है इस काम नूं करन दिया है, मगर इहदे पिछे परमेश्वर कार्य दे उपर है पैणों ते भराओ। तुसीं उस आरे दे उपर नाराज ना हो कि आरा मैनूं वड्डण दिया है, आरा नहीं पैणों ते भराओ, मगर आरा परमेश्वर दे हत्थां विच आ, ओह चीर पाड़ करन दिया है, वो सारियां बुराइयां नूं बाहर कढण दिया है। और याद रखो परमेश्वर मेन उहदा जिहड़ा मकसद है साडे अंदर इस अनबिलीफ नूं बाहर कढ के सानूं इस तरह दा बना देना जिहड़ा कि परमेश्वर दे वचन दे उपर 100% विश्वास करता हो, क्योंकि बेप्रतीति एक पाप है पैणों ते भराओ, और असीं बेप्रतीति च पैदा होए हैं, और असीं पाप करते हुए संसार विच आए। तुसीं नहीं जानते पैणों ते भराओ कि तुहाडे होर साडे विच किन्ने क भूत सीगे, किन्नियां दुष्ट आत्मावां सीगियां साडे अंदर, जिन्हां नूं परमेश्वर ने एक एक करके बाहर कढिया जदों असीं उहदी हजूरी विच आके बैठे। उन्हें सानूं अपनी हजूरी विच लैके आंदा, उन्हें सानूं इन्हां कुर्सियां दे उपर बिठाया पैणों ते भराओ। तुसीं सोचो बचपन तो लैके असीं किन्ने भूत अपने अंदर ले, किन्नी दुष्ट आत्मावां नूं अपने लिया। लश्कर दे अंदर 6000 भूत सीगे, हुण साडे अंदर किन्ने होणगे तुसीं सोचो। झूठ बोलना एक दुष्ट आत्मा है, घमंड एक दूजा दुष्ट आत्मा है। इस तरह के नाल मैं कई गिण सकता हाँ। तुसीं देखो कि तुहाडे अंदर किन्नियां दुष्ट आत्मावां सी जिन्हां दे विच परमेश्वर ने तुहानूं आज़ाद किया, फ्री किया, और परमेश्वर दा वचन एक दो धारी तलवार दे वर्गू आया इस पुलपिट तो, उन्हें दोनों तरफ पैणों ते भराओ चीर पाड़ की। ये दो धारी तलवार इधर भी चीर पाड़ कर दी है, अगे भी चीर पाड़ कर दी है पैणों ते भराओ। ये दो धारी तलवार आ, वो दोवें तरफ काम करन दी है, और कई बुराइयां तो प्रभु ने सानू आजाद किया, कई बुराइयां तो प्रभु ने तुहानू आजाद किया। ये प्रभु का प्रोसैस है पैणों ते। हुण याद रखो कि उत्थे नूह दे टाइम दे विच कई लोग आके बैठे, मगर वो इस प्रोसैस तो होके गुजर नहीं सके, उन्होंने बेप्रतीति तो बाहर नहीं निकल सके पैणों ते भराओ, और चर्च दिन ब दिन खाली हुंदा गया। और मैं नहीं जानता कि अंत तोड़ी तक इस चर्च किन्ने लोग रह जाएंगे, मगर वो ही रहूगा पैणों ते भराओ जिहड़ा परमेश्वर दे के चुकिया रहूगा, जिहड़ा अपने आप नूं हलीम करता रहूगा, जिहड़ा परमेश्वर के वचन के ऊपर विश्वास करूगा और टोकन दे विश्वास करता है, ओह ही इन्हां कुर्सियां दे उपर टिकिया रहूगा। मगर याद रखो पैणों ते भराओ, परमेश्वर ने तुहानूं होर मैनूं इस करके नहीं लैके आंदा कि सानूं बाहर कढे, नहीं, परमेश्वर ने सानूं इस करके इत्थे इन्हां कुर्सियां ते नहीं बिठाया कि सानूं की है वो बाहर सुट देवे, नहीं पैणों ते भराओ। परमेश्वर साडे उपर काम करन दिया है, ये तुहाडे होर मेरे उपर डिपेंड करता है कि असीं किन्ना अपने आप नूं उस मिस्त्री दे हत्थ विच
उस कारपेंटर के हथ में किस तरह के नाल असीं अपने आप को समर्पण करते हैं जो चीर पाड़ होंदी है। किन्ना असीं अपने आप को कहने कि कोई गल नहीं लै ब्रदर, मैं इत्थे गलत हाँ, इनू भी कट, ब्रदर मैं इत्थे सही नहीं है, इनू भी कट के अलग कर दे। वचन जो आता है सानू कायल करता पैने ते भराओ, ये आदमी नहीं हैगा असीं किसी को टारगेट बना के मैसेज नहीं लैके आते पैने ते भराओ, मगर असीं खुला छट्टा देने हैं। ये परमेश्वर का आत्मा है कि वह ही जाके हिरदियां दे विच गल करदा है, उस आदमी नूं दसदा है कि मैं कित्थे गलत हाँ। ते परमेश्वर हुंदा तुहाडे हिरदे नाल गल करन दा, ये प्रचारक पैणो अपना काम करन दिया है। मर की होया, सजे सजे करके चर्च खाली हो गया और कई लोग साडे विचों निकल के चले गए। अंत तोड़ी तक हजे तक वो साडे नाल नहीं रहे। मगर याद रखो भैणों ते भराओ, अगर परमेश्वर की हजूरी दे विच जाके हारून दी लकड़ी एक दिन दे विच फलवंत हो सकती है, तो साडे विचों कोई भी जाना इस हजूरी विच ठीक हो सकता है। कोई भी आदमी फल लेके आ सकता है, आत्मा दे फल लेके आ सकता है। देखो ना कि मैं नहीं लेके आ सकता, मैं तो सुख चुकिया हाँ, मेरे को कोई और नहीं रह गया, हुण बस मेरे वास्ते मान लो खत्म है कहानी। नहीं भैणों ते भराओ, उस सुक्की लकड़ी पता नहीं कदों तो उस दरख्त तो वड्डी होगी और हारून दे हाथ विच होगी, मगर जो उन्होंने परमेश्वर की हजूरी विच लैके आके रखे गया भैणों ते भराओ, उन्हें एक रातों रात फलवंत होगी। ये लकड़ी की खूबी नहीं सी भैणों ते भराओ, मगर ये परमेश्वर की हजूरी की खूबी सी। और इस हजूरी विच मैं तुहानूं विश्वास दिवाना चाहुंदा हां कि कोई भी आदमी ठीक हो सकता है। इत्थे तक कि कहन भी आख्या कि तू अगर रिपेंट करे, उन्हें तक उत्थे तक कहन तक नूं कह दिता, जिहड़ा शैतान दा बच्चा जिन्हों असीं कह दिंदे हां, कहंदा अगर तू भले काम करेगा, अगर तू रिपेंट करेगा तो की तू ग्रहण नहीं किया जाएगा। मगर सानूं पता है कि वो रिपेंट नहीं कर सकते। फिर तुसीं क्यों कहंदे जो भैणों ते भराओ, तुसीं अज तक लगातार क्यों लगे हुए जो, तुसीं लगातार इत्थे क्यों आउंदे जो भैणों ते भराओ। किते ना किते मैं तुहानूं कहना चाहुंदा हां कि तुसीं परमेश्वर दे चुने हुए लोग जो, जिहड़े इस प्रोसैस थणी लंघण नूं तैयार आ, भावें जिस तरह के भी हालात होए, भावें ब्रदर आके प्रचार तो जो मर्जी कवे या ऑफिस रूम में मैंने भावें जो मर्जी क्यों ना कवे, मगर मैं झुक जावांगा, मैं झुक जावांगा, मैं बेंड हो जावांगा। आमीन। यस भैणों ते भराओ, ते देखो हुण नूं ने आखिर दे सिर्फ 8 जाने रह गए, भीड़ चली गई, भीड़ चली गई, 8 जाने रह गए। मगर की होया भैणों ते भराओ, एक दिन आया जिदन बदल अपने आप आकाश दे विच नजर आने शुरू हो गए। लोगों ने आख्या क्या हो गया, अचानक विच उपर काले बदल किदां दे आ गए, धरती उपर नेरा किदां दे नाल होना शुरू हो गया है। मगर याद रखो भैणों ते भराओ, ब्रदर ब्रैनम ने कहा और मैंने बहुत खूबसूरत लगता है कि दुनिया दे विच कोई इहो जिहा पंप नहीं है भैणों ते भराओ, जिहड़ा पंप परमेश्वर दे कोल आ, जिन्हें इन्ना सारा पानी उपर आकाश दे विच जमा किया भैणों ते भराओ। देखो परमेश्वर अपने वचन नूं पूरा करदा आ, और मैं तुहानूं कहना चाहुंदा है कि टोकन आऊगा ते टोकन आऊगा। मैं तुहानूं विश्वास दिवाना चाहुंदा है कि टोकन आने वाला है, इन्हूं आउण तो कोई भी नहीं रोक सकता। उदन भी भैणों ते भराओ बारिश आई, बदल जो घिर गए, जानवर अंदर आ गए, मगर इंसान अंदर नहीं आए। जानवरों ने परमेश्वर दे उस इंस्पिरेशन नूं महसूस किया, मगर इंसान ने परमेश्वर दे उस इंस्पिरेशन नूं महसूस नहीं किया। ये कोई नूं जाके लोग उन्होंने जानवरों ने लैके आए, मगर भैणों ते भराओ एक इंस्टिंक्ट सी जिन्हें जाके उन्होंने जानवरों के नाल गलबात की और वो दो करके अंदर आ गए। मगर इंसान जिहड़े इन्ने आए सी उस इंस्टिंक्ट नूं परमेश्वर की प्रेरणा नूं महसूस नहीं कर सके।
उस आत्मा को फील नहीं कर सके तो वो बाहर चले गए। मगर जानवर अंदर आए तो जानवरों ने आके पढ़ने तो प्रभु अपना अबॉर्ट किया। फिर परमेश्वर ने दरवाजा बंद किया। हुण लोकी विश्वास करन लग पे क्योंकि हुण देखण डे बदलों में। मगर मैं उस विश्वास की गल करदा जिहड़ा इब्रानिया 11 में लिखा है, अनडेठियां चीज़ों के उपर विश्वास करना, परमेश्वर के वचन के उपर विश्वास करना। अज परमेश्वर साडे कोल चाहता है भैणों। हुण वो देखण डे बदल, हुण उन्हां दा विश्वास जाग उठिया। भज्जो हुण नूह दी किश्ती वल नूं। उन्हें जो क्या सीगा सच सीगा, असीं उहदा विश्वास नहीं कीता ते लोकां ने रोना ते चिल्लाउणा शुरू किया। आके उस किश्ती नूं भन्नणा शुरू किया, खटखटाउणा शुरू किया। भैणों ते भराओ कहंदे हुण असीं विश्वास करदे हां, नोआ असीं तैनूं नबी मानते हैं, तू सचमुच सच क्या सीगा कि बारिश आने वाली है, बारिश आने वाली है। तू जो अज तक क्या वो सब कुछ सच सीगा, असीं हुण विश्वास करते हैं क्योंकि असीं देखण डे हां। मगर परमेश्वर एक इहो ਜਿਹੇ लोगों को अंदर लैके आए सी ਜਿਹੜੀਆਂ अनडेठियां चीज़ों के उपर जिन्होंने विश्वास किया। भैणों ते भराओ परमेश्वर के वचन के उपर विश्वास किया, ਉਹਦੇ नबी के उपर विश्वास किया। भैणों ते भराओ भावें तुहानूं अज टोकन नजर आउंदे कि नहीं आउंदे, भैणों ते भराओ परमेश्वर के कलाए हुए जनां का विश्वास करो। परमेश्वर के जनां का विश्वास करो, ये टोकन आऊगा और आके रहूगा। भैणों ते भराओ है कि नहीं? बारिश आई मगर जिन्हां दे उपर लेप लग गया सीगा, उन्हां जिहड़े उस लेप दे अंदर सीगे भैणों ते भराओ, जिहड़े उस परमेश्वर दे उस लेप दे अंदर सी, जिहड़ा उस लकड़ियां दे उपर लग्या होया सीगा, वो सारे दे सारे बचाए गए जिन्हां ने विश्वास किया। हालांकि उन्होंने नहीं देखा, उन्होंने भी कभी बारिश नहीं वेखी सी, उन्होंने भी कभी उपरों पानी आंदा होया नहीं देखा सीगा। भैणों ते भराओ उन्होंने सिर्फ ओस ही डिगदी हुई देखी सी, ओस डिगदी हुई देखी सी। मगर उन्होंने अपने बेप्रतीति तो बाहर जाके भैणों ते भराओ परमेश्वर के वचन के उपर एक अनदेखी चीज के उपर विश्वास किया, सिर्फ वो वचन के उपर विश्वास किया तो उस कश्ती के अंदर आके बह गए। ये मिराकल सीगा भैणों ते भराओ। और अज भी एक बहुत बड़ा मिराकल है भैणों ते भराओ कि तुसी इन्हां कुर्सियां दे उपर बैठे हुए जो। तुहानूं पता ये कोई आम जी गल नहीं हैगी है, ये कोई आम जी गल नहीं है कि जो असीं तुहानूं वेखदे हैं कि तुसीं इन्हां कुर्सियां उपर बैठे हुए भैणों ते भराओ, ये परमेश्वर दा चमत्कार आ। असीं परमेश्वर दे चमत्कार नूं वेखण डए आ कि तुसीं उन्हां गल्लां पर विश्वास करन डए आ जिहदे बारे लोकी विश्वास नहीं करते पे, बाहर अपनी बेप्रतीति फसे हुए हैं। मगर असीं जानते हैं कि विलियम मैरियन ब्रैनम परमेश्वर का एक सच्चा नबी सी, और उन्हें आख्या कि या तो तुसीं टोकन पाओगे या तुसीं नाश हो जाओगे। उन्हें आख्या कि टोकन आने वाला है, मगर अज लोग कहते हैं टोकन आ चुका है। वो सिर्फ उस नूं ही टोकन समझ करके बैठे हुए हैं। उन्होंने सिर्फ ओस ही वेखी अज तक, मगर उन्होंने बारिश आती हुई कदी नहीं वेखी है। मगर असीं ओस का भी विश्वास करते हैं ते असीं आने वाली बारिश का भी विश्वास करते हैं भैणों ते भराओ। आमीन। देखो मूसा दे दिनां दे विच असीं एक दो होर एग्जाम्पल नूं लवांगे, फिर मैं संदेश नूं खत्म करांगा। बस थोड़ी देर से मैं खत्म करने वाला है। मूसा के दिनों के उदों भी भैणों ते भराओ बेप्रतीति इस तरह के नाल उचाइयां च पहुंची हुई सी, और परमेश्वर ने एक आदमी नूं लिया, मूसा नूं लिया। उन्होंने आख्या कि जा ते मेरे लोगों को छुड़ा के लैके आ, तो उन्होंने कहा कि मैं उन्होंने एक देश देना चाहना है जिथे दुध ते शहद दियां नदियां वगदियां हैं। आमीन। ये परमेश्वर का वादा, ये परमेश्वर का प्रॉमिस है, ये परमेश्वर का उन्हां दे दिनां दे विच एक वादा सीगा। परमेश्वर का दस सेड द लॉर्ड सीगा, यहोवा यूं फरमाउण वाला वचन सीगा। और लोकी अपनी बेप्रतीतियां विच पए हुए सीगे भैणों ते भराओ। हुण पता सीगा कि इत्थां दे नाल ओह मन्नणगे नहीं,
इस तरह के नाल मेरे उत्तर विश्वास नहीं करेंगे, इस तरह के नाल मेरे नबी के उपर विश्वास नहीं करेंगे। उन्हें कहा चल ठीक है, उन्होंने उन्होंने बेप्रतीति जो बाहर कढ़न वास्ते मैं कुछ करांगा उत्थे। और तुहानूं पता परमेश्वर ने की किया? 10 वड्डे वड्डे चमत्कार किए जिहड़े उन्होंने कदी नहीं वेखे सीगे। उन्होंने उन्होंने बेप्रतीति जो बाहर लैके आके परमेश्वर के वचन के उपर विश्वास में लियाउण वास्ते उन्होंने किया 10 चमत्कार दिखाए, है कि नहीं, जिहड़े उन्होंने कदी नहीं वेखे सीगे। उन्होंने आख्या कि हाँ हुण असीं मनदे हां कि सचमुच यहोवा हैगा आ, वो परमेश्वर आ, वो कुछ भी कर सकता है, इदां दे नाल होर कोई नहीं कर सकता सीगा। अज तक अरब देश के लोग मनते आ कि यहोवा ने उत्थे आ काम कीते मिस्र दे विच, उन्हां चमत्कारां नूं कीता, उन्हां दे विश्वास नूं बढ़ाओ, उन्हां दी बेप्रतीति विच उन्हां नूं बाहर कढ के लैके आंदा। ਜਿਹੜੇ परमेश्वर के वचन के उपर विश्वास नहीं करते सी, परमेश्वर के उपर विश्वास नहीं करते थे, उन्होंने कुछ इदां दा देखा नहीं सीगा। मगर परमेश्वर ने उस देश के लैके जान तो पहले उन्होंने बेप्रतीति से बाहर कढ़ना बहुत जरूरी सीगा। उन्होंने अविश्वास तो जिहदे पैदा होए सी इस धरती उपर, और अपने वचन के उपर उन्होंने टिकाउणा बहुत जरूरी सीगा परमेश्वर नूं, इस तो पहलों कि उन्होंने की है वो देश दे सके। ये बेप्रतीति इन्नी स्ट्रोंग है भैणों ते भराओ, इन्हूं तुसीं हल्का ना लो। ये बेप्रतीति इन्नी स्ट्रोंग है, मैं तुहानूं दिखाना चाहुंदा हां, असीं थोड़ी देर विच देखांगे कि कितनी स्ट्रोंग है भैणों ते भराओ, कि उन्होंने 10 वड्डे वड्डे कामां नूं वेख्या, 10 ही सीगे ना, 10 वड्डे वड्डे कामां नूं देखिया, और आखिर दे विच आके भैणों ते भराओ एक सिंपल काम करन नूं क्या उन्हां दी मान लो देखो उन्हां दी बेप्रतीति उन्होंने बाहर कढण वास्ते कहंदा कि इसोप नूं लाओ, उस घाह नूं लो, उस बूटी नूं लो जिहड़ी आम मिल जाती है, बस ਉਹਦਾ इस्तेमाल करो, अपने एक आम जे फेत का इस्तेमाल करो, तो की करो कि अपनी चगाठां दे उपर तुसी एक लेला लैके ਉਹਦਾ लहू बहा के उस लहू नूं लैके तुसी अपनी चगाठां दे उपर लैना ते अंदर रहना है बस। तुसी देखो इन्हें सिंपल जी गल सीगी लास्ट विच, और एक आम जे उन्होंने फेत नूं लिया और लैके उन्होंने क्या कि इस तरह नाल करो, और उन्होंने लोगों ने उस तरीके नाल कीता क्योंकि उन्होंने 9 वड्डे वड्डे काम देखे सी। ते लास्ट कहता मैं हुण आखिरी एक लास्ट फाइनल काम करने वाला है, इस तो बाद फिर उन्होंने आखूगा कि हुण तो इन्होंने जान दे। हुण देखो वो आदमी कितना कठोर, ਉਹਦੇ अंदर बेप्रतीति किस तरीके दे नाल स्ट्रोंग सीगी भैणों ते भराओ, ਉਹਦੀ बेप्रतीति ਉਹਦਾ विश्वास अनबिलीफ इन्नी स्ट्रोंग सीगी, ਉਹਦੇ ਚੋਂ बाहर नहीं निकल के आ सकिया। ਉਹਦੇ देखने ये बेप्रतीति कोई इन्नी आसान नहीं हैगी, इस करके जो तुसीं देखण दे जो मिशनां दे विच लोकी फसे हुए है कि नहीं, ब्रदर ब्रैनम दे संदेश के अंदर लोकी फसे हुए, वो इस चीज़ों देख नहीं सकते, उस बेप्रतीति तो बाहर नहीं आ सकते भैणों ते भराओ, वो इस टोकन को देख नहीं सकते। ये बहुत ही ਉਹ ਚੀਜ਼ ਭੈਣਾਂ ਤੇ ਭਰਾਓ ਇਹ ਸਾਰਿਆਂ ਤੋਂ ਵੱਡਾ ਪਾਪ ਆ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਜ਼ਰਾਈਲੀਆਂ ਨੇ ਪਤਾ ਨਹੀਂ ਕੀ ਕੀਤਾ ਹੋਊਗਾ ਉੱਥੇ, ਤੁਸੀਂ ਵੀ ਨਹੀਂ ਜਾਣਦੇ, ਮੈਂ ਵੀ ਨਹੀਂ ਜਾਣਦਾ। ਮਿਸਰ ਦੇ ਵਿੱਚ ਰਹਿੰਦੇ ਰਹਿੰਦੇ ਕਈਆਂ ਮਿਸਰੀਆਂ ਨਾਲ ਵਿਆਹ ਕਰ ਲਿਆ ਹੋਊਗਾ, ਹੈ ਕਿ ਨਹੀਂ, ਕਈਆਂ ਨਾਲ ਵਿਚਾਰ ਕੀਤਾ ਹੋਊਗਾ, ਕੀ ਕੀਤਾ ਹੋਊਗਾ ਇਹ ਉਹ ਜਾਣਦੇ ਆ। ਮਗਰ ਯਾਦ ਦੇਖੋ ਭੈਣਾਂ ਤੇ ਭਰਾਓ, ਪਰਮੇਸ਼ਵਰ ਇੱਕ ਚੀਜ਼ ਦੇ ਉੱਪਰ ਕੰਮ ਕਰਨ ਡਿਆ ਸੀ, ਉਹਨਾਂ ਨੂੰ ਉਹਨਾਂ ਦੀ ਬੇਪਰਤੀਤੀ ਚੋਂ ਬਾਹਰ ਲੈ ਕੇ ਆਉਣ ਦੀ ਕੋਸ਼ਿਸ਼ ਕਰਨ ਡਿਆ ਸੀ। ਸੌਂਗ ਲੀਡਰਸ ਮਿਊਜ਼ੀਸ਼ੀਅਨਸ ਤਿਆਰ ਰਹਿਣ, बेप्रतीति जो बाहर लियाउण की कोशिश कर रहा सी, और परमेश्वर ने इन्हां 10 मिरेकल नूं कीता। तो आखो ये चमत्कार क्यों करता परमेश्वर? चमत्कार भैणों ते भराओ विश्वासियों के वास्ते नहीं है, ये अविश्वासियों के वास्ते, ताकि वो विश्वास कर सकन। मगर विश्वासी सिर्फ परमेश्वर के वचन के उपर विश्वास करते हैं भैणों ते भराओ, उन्होंने मिराकल्स की लोड़ नहीं हैगी भैणों ते भराओ, मिराकल्स ते लोगों वास्ते ताकि वो विश्वास कर सकन। और परमेश्वर ने ब्रदर ब्रैनम ने कहा कि अगर ये लोग तेरे ऊपर विश्वास करन कि तू मेरा नबी है, अगर तू विश्वास दे सके अपने ऊपर मेरे वचन के ऊपर कि तू मेरा नबी है, तो फिर अगर वो विश्वास कर लेंगे तो कोई भी बीमारी उन्होंने सामने टिक नहीं सकती है। देखने जो उस फेथ तक लैके आओ, तो की होया, ये आए आके लगे ठीक है हुण बाहर आ गए
ਲੋਕ ਮਰੇ, ਉਸ ਤੋਂ ਬਾਅਦ 'ਚ ਕੀ ਬਾਹਰ ਆਉਣ ਤੋਂ ਬਾਅਦ 'ਚ ਕੀ ਆ, ਪਿੱਛੇ ਚੱਲਦੇ ਰਹੇ, ਮਗਰ ਫਿਰ ਵੀ ਉਹਨਾਂ ਦੀ ਬੇਪਰਤੀਤੀ ਉੱਥੇ ਰਹੀ। ਚਰਚ ਵਿੱਚ ਆ ਗਏ, ਚਰਚ ਵਿੱਚ ਦਾਖਲ ਹੋ ਗਏ, ਮੂਸਾ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ ਭੈਣੋ ਤੇ ਭਰਾਓ, ਮਗਰ ਫਿਰ ਪਰਮੇਸ਼ਵਰ ਨੇ ਇਹਨਾਂ ਨੂੰ ਟੈਸਟਿੰਗ ਗਰਾਊਂਡ ਰੱਖੇ ਇਹਨਾਂ ਵਾਸਤੇ। ਜਿਹੜਾ 4 ਦਿਨ ਦਾ ਸਫ਼ਰ ਸੀ ਉਹਨੂੰ 40 ਸਾਲ ਬਣਾ ਦਿੱਤਾ ਉਹਨਾਂ ਨੂੰ ਟੈਸਟ ਕਰਨ ਵਾਸਤੇ। ਪ੍ਰਭੂ ਚਾਹਵੇ ਤੇ ਭੈਣੋ ਤੇ ਭਰਾਓ ਅੱਜ ਟੋਕਨ ਸਾਨੂੰ ਦੇ ਸਕਦਾ ਆ, ਮਗਰ ਅਸਲ ਦੇ ਵਿੱਚ ਪ੍ਰੋਬਲਮ ਟੋਕਨ ਦਾ ਨਹੀਂ ਹੈਗਾ ਭੈਣੋ ਤੇ ਭਰਾਓ, ਮਗਰ ਪ੍ਰੋਬਲਮ ਸਾਡੇ ਅੰਦਰ ਹੈ ਭੈਣੋ ਤੇ ਭਰਾਓ। ਟੋਕਨ ਤੇ ਤਿਆਰ ਆ ਮਗਰ ਅਸੀਂ ਤਿਆਰ ਨਹੀਂ ਹੈ ਭੈਣੋ ਤੇ ਭਰਾਓ, ਕਿਉਂਕਿ ਅਸੀਂ ਉਸ ਗੰਦਗੀ ਚੋਂ ਬਾਹਰ ਆਏ ਹਾਂ, ਅਸੀਂ ਉਸ ਪਾਪ ਦੇ ਵਿੱਚੋਂ ਬਾਹਰ ਆਏ ਹਾਂ। ਸਾਡੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਇਸ ਤੋਂ ਪਹਿਲਾਂ ਕਿ ਟੋਕਨ ਆਵੇ। ਸਾਨੂੰ ਪਰਖਣਾ ਬਹੁਤ ਜ਼ਰੂਰੀ ਆ, ਸਾਨੂੰ ਟੈਸਟ ਕਰਨਾ ਬਹੁਤ ਜ਼ਰੂਰੀ ਹੈ ਭੈਣੋ ਤੇ ਭਰਾਓ। ਇਸ ਕਰਕੇ ਸਾਡੀ ਬੇਪਰਤੀਤੀ ਨੂੰ ਸਾਨੂੰ ਲੋਕਾਂ ਦੇ ਸਾਹਮਣੇ ਜ਼ਾਹਿਰ ਕਰਨਾ ਬਹੁਤ ਜ਼ਰੂਰੀ ਹੈ। ਬ੍ਰਦਰ ਬ੍ਰੈਨਮ ਨੇ ਕਿਹਾ ਆ, ਇਹ ਜਿਹੜੀ ਦੁਲਹਨ ਆ ਅੱਜ ਦੇ ਟਾਈਮ ਦੀ, ਇਹ ਟਾਈਮ ਟੈਸਟਡ ਦੁਲਹਨ ਹੋਊਗੀ, ਸਮੇਂ ਦੇ ਵਿੱਚ ਦੁਆਰਾ ਪਰਖੀ ਹੋਈ ਦੁਲਹਨ ਹੋਊਗੀ ਭੈਣੋ ਤੇ ਭਰਾਓ, ਜਿਹਦੀ ਪਰਖ ਸਮੇਂ ਨੇ ਕੀਤੀ। ਸਮੇਂ ਦੇ ਵਿੱਚ ਪਰਖੀ ਹੋਈ ਦੁਲਹਨ ਹੋਊਗੀ, ਟਾਈਮ ਟੈਸਟਡ ਬ੍ਰਾਈਡ। ਹੋਰ ਦੇਖੋ ਉਸ ਤੋਂ ਬਾਅਦ ਕੀ ਹੁੰਦਾ ਆ, ਉੱਥੇ ਤੁਸੀਂ ਦਾਤਨ ਕੋਰਾਂ ਨੂੰ ਵੇਖੋਗੇ, ਅਬੀਰਾਮ ਨੂੰ ਦੇਖੋਗੇ, ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ੋਅ ਕੀਤਾ। ਇੰਨੇ ਮਿਰਾਕਲਸ ਵੇਖਣ ਤੋਂ ਬਾਅਦ 'ਚ ਵੀ ਉਹਨਾਂ ਨੇ ਆਪਣੇ ਆਪ ਨੂੰ ਜ਼ਾਹਿਰ ਕੀਤਾ। ਹੋਰ ਕੀ ਆ, ਪਰਮੇਸ਼ਵਰ ਦੇ ਦਾਸ ਦੇ ਵਿਰੋਧ ਹੋ ਗਏ, ਉਹਦੇ ਵਚਨ ਦੇ ਵਿਰੋਧ ਹੋ ਗਏ। ਉਹਨਾਂ ਨੇ ਮੰਨਾ ਨੂੰ ਵੇਖਿਆ ਡਿੱਗਦਾ ਹੋਇਆ, ਤਦ ਵੀ ਉਹਨਾਂ ਦਾ ਵਿਸ਼ਵਾਸ ਉਸ ਤਰੀਕੇ ਦੇ ਨਾਲ ਪਰਮੇਸ਼ਵਰ ਦੇ ਵਚਨ ਦੇ ਉੱਪਰ ਟਿਕ ਨਹੀਂ ਸਕਿਆ ਭੈਣੋ ਤੇ ਭਰਾਓ। ਜੋ ਮੰਗਿਆ ਪਰਮੇਸ਼ਵਰ ਨੇ ਦਿੱਤਾ, ਪਾਣੀ ਮੰਗਿਆ ਪਾਣੀ ਦਿੱਤਾ ਉਹਨਾਂ ਨੂੰ, ਉਹਨਾਂ ਦੇ ਕੱਪੜੇ ਕਦੀ ਖਰਾਬ ਨਹੀਂ, ਉਹਨਾਂ ਦੇ ਜੂਤੇ ਕਦੀ ਖਰਾਬ ਨਹੀਂ ਹੋਏ ਭੈਣੋ ਤੇ ਭਰਾਓ। ਫਿਰ ਵੀ ਦੇਖੋ ਉਹਨਾਂ ਦੀ ਬੇਪਰਤੀਤੀ ਉਹਨਾਂ ਨੂੰ ਲੈ ਡੁੱਬੀ, ਉਸ ਬੇਪਰਤੀਤੀ ਤੋਂ ਬਾਹਰ ਨਹੀਂ ਆ ਸਕੇ ਉਹ ਭੈਣੋ ਤੇ ਭਰਾਓ। ਉਹਨਾਂ ਨੇ ਬੈਂਡ ਨਹੀਂ ਕੀਤਾ, ਉਹਨਾਂ ਨੇ ਆਪਣੇ ਆਪ ਨੂੰ ਝੁਕਾਇਆ ਨਹੀਂ ਪਰਮੇਸ਼ਵਰ ਦੇ, ਵਿਸ਼ਵਾਸ ਨਹੀਂ ਕੀਤਾ ਕਿ ਹਾਂ ਇਹ ਸੱਚਮੁੱਚ ਪਰਮੇਸ਼ਵਰ ਆ। ਔਰ ਪਰਮੇਸ਼ਵਰ ਕਈਆਂ ਲੋਕਾਂ ਨਾਲ ਬਾਈਬਲ ਕਹਿੰਦਾ ਆ ਖੁਸ਼ ਨਹੀਂ ਸੀ, ਕਿਉਂਕਿ ਉਹਨਾਂ ਦੀ ਬੇਪਰਤੀਤੀ ਦੀ ਵਜ੍ਹਾ ਦੇ ਨਾਲ। ਔਰ ਉਸ ਬੇਪਰਤੀਤੀ ਦੀ ਵਜ੍ਹਾ ਦੇ ਨਾਲ ਭੈਣੋ ਤੇ ਭਰਾਓ ਉਹ ਕਨਾਨ ਦੇਸ਼ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕੇ। ਕਦੀ ਨਹੀਂ ਇਹ ਲਿਖਿਆ ਕਿ ਉਹਨਾਂ ਦੇ ਮਨ ਉਹਨਾਂ ਨੇ ਆਹ ਕੀਤਾ ਉਹ ਕੀਤਾ, ਮਗਰ ਉਹਨਾਂ ਦੀ ਬੇਪਰਤੀਤੀ ਮੇਨ ਸੀਗੀ ਭੈਣੋ ਤੇ ਭਰਾਓ। ਅੱਜ ਵੀ ਇਹੋ ਚੀਜ਼ ਹੈ, ਪਰਮੇਸ਼ਵਰ ਇਸ ਬੇਪਰਤੀਤੀ ਨੂੰ ਬਾਹਰ ਕੱਢ ਕੇ ਸਾਡੀ ਜਾਨ ਦੇ ਅੰਦਰੋਂ, ਇਹਦੇ 'ਚ 2 ਹੀ ਚੀਜ਼ਾਂ ਰਹਿ ਸਕਦੀਆਂ ਆ, ਫੇਥ ਜਾਂ ਅਨਬਿਲੀਫ। ਇੱਥੇ ਦੋਵੇਂ ਚੀਜ਼ਾਂ ਨਹੀਂ ਰਹਿ ਸਕਦੀਆਂ ਕਿ ਥੋੜਾ ਜਿਹਾ ਵਿਸ਼ਵਾਸ ਹੋਵੇ ਤਾਂ ਥੋੜਾ ਜਿਹਾ ਅਵਿਸ਼ਵਾਸ ਹੋਵੇ, ਨਾ ਭੈਣੋ ਤੇ ਭਰਾਓ। ਇੱਥੇ ਇੱਕ ਹੀ ਚੀਜ਼ ਰਹਿ ਸਕਦੀ, ਜਾਂ ਤੇ ਪੂਰਾ ਦਾ ਪੂਰਾ ਵਿਸ਼ਵਾਸ ਜਾਂ ਪੂਰਾ ਦਾ ਪੂਰਾ ਅਵਿਸ਼ਵਾਸ ਭੈਣੋ ਤੇ ਭਰਾਓ। ਬੇਪਰਤੀਤੀ, ਪਰਮੇਸ਼ਵਰ ਇਸੇ ਚੀਜ਼ ਤੋਂ ਸਾਨੂੰ ਖਾਲੀ ਕਰਨਾ ਚਾਹੁੰਦਾ ਆ। ਔਰ ਦੇਖੋ ਇੱਥੇ ਵੀ ਕੀ ਹੋਇਆ, ਉਹ ਟਾਈਮ ਟੈਸਟਡ ਦੇ ਨਾਲ ਕਈ ਲੋਕ ਵਾਪਸ ਚਲੇ ਗਏ, ਕਈ ਲੋਕ ਬਾਹਰ ਚਲੇ ਗਏ, ਕਈਆਂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ, ਉਹ ਆਪਣੀ ਇਸ ਬੇਪਰਤੀਤੀ ਤੋਂ ਬਾਹਰ ਨਹੀਂ ਨਿਕਲ ਕੇ ਤੇ ਪਰਮੇਸ਼ਵਰ ਦੇ ਵਚਨ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਹੋਏਗਾ ਉਦਾਂ ਦੇ ਨਾਲ ਵਿਸ਼ਵਾਸ ਨਹੀਂ ਕਰ ਸਕੇ। ਉਹਨਾਂ ਨੇ ਪਰਮੇਸ਼ਵਰ ਦੇ ਦਾਸ ਨੂੰ ਪੂਰਾ ਭਲਾ ਕਿਹਾ, ਉਸ ਮਿਨਿਸਟਰ ਨੂੰ ਬੜਾ ਭਲਾ ਕਿਹਾ, ਕਹਿੰਦੇ ਕਿ ਸਾਨੂੰ ਮਾਰਨ ਵਾਸਤੇ ਇੱਥੇ ਲੈ ਕੇ ਆਇਆ ਆ। ਦੇਖਣ ਦੇ ਔਰ ਫਾਈਨਲ ਉੱਥੇ ਜਾ ਕੇ ਆਉਂਦਾ ਭੈਣੋ ਤੇ ਭਰਾਓ ਜਿੱਥੇ ਕਿ ਕਾਦੇਸ਼ ਤੇ ਬਰਨੀਆ ਆ ਜਾਂਦਾ ਹੈ। ਹੁਣ ਕਾਦੇਸ਼ ਬਰਨੀਆ ਕੀ ਆ? ਕਾਦੇਸ਼ ਬਰਨੀਆ ਉਹ ਜਗ੍ਹਾ ਭੈਣੋ ਤੇ ਭਰਾਓ ਜਿਹੜੀ ਬਿਲਕੁਲ ਕਨਾਨ ਦੇਸ਼ ਦੇ ਯਰੂਸ਼ਲਮ ਦੇ ਬਾਰਡਰ ਵਿੱਚ ਆ, ਉਸ ਪਾਰ ਕਨਾਨ ਹੈ। ਹੁਣ ਉਹ ਇੱਕ ਟੈਸਟਿੰਗ ਗਰਾਊਂਡ ਹੈ ਭੈਣੋ ਤੇ ਭਰਾਓ, ਟੈਸਟਿੰਗ ਗਰਾਊਂਡ ਹੈ ਉਹ ਕਾਦੇਸ਼ ਬਰਨੀਆ। ਟੈਸਟਿੰਗ ਗਰਾਊਂਡ ਹੈ ਜਿੱਥੇ ਕਿ ਲੋਕਾਂ ਨੂੰ ਦੁਬਾਰਾ ਪਰਖਿਆ ਜਾਊਗਾ, ਦੁਬਾਰਾ ਪਰਖਿਆ ਜਾਊਗਾ। ਔਰ ਉੱਥੇ ਕੀ ਹੋਇਆ ਭੈਣੋ ਤੇ ਭਰਾਓ, ਪਰਮੇਸ਼ਵਰ ਨੇ 10 ਜਾਸੂਸਾਂ ਨੂੰ ਕਲਾਇਆ, ਕਹਿੰਦਾ ਜਾਓ ਉਸ ਦੇਸ਼ ਦੇ ਵਿੱਚ, ਮੈਂ ਤੁਹਾਨੂੰ ਅਨੁਮਤੀ ਦੇਣਾ ਹੈ, ਮੈਂ ਤੁਹਾਨੂੰ ਗ੍ਰੇਸ ਕਰਨਾ ਆ ਕਿ ਤੁਸੀਂ ਉਸ ਚੀਜ਼ ਨੂੰ ਦੇਖ ਸਕੋ, ਉਸ ਮਿਨਿਸਟਰੀ ਨੂੰ ਦੇਖ ਸਕੋ, ਤੁਸੀਂ ਉਸ ਫਲ ਨੂੰ ਟੇਸਟ ਕਰ ਸਕੋ। ਮੈਂ ਤੁਹਾਨੂੰ ਖਿਲਾਉਣਾ ਹੈ। 12 ਜਣਿਆਂ ਨੂੰ ਖਿਲਾਇਆ, ਉੱਥੇ ਗਏ, ਜਾਸੂਸੀ ਕਰਕੇ ਵੇਖੇ ਫਲ ਬਹੁਤ ਵਧੀਆ ਆ, ਦੇਸ਼ ਬਹੁਤ ਵਧੀਆ ਆ, ਜਿੱਦਾਂ ਪਰਮੇਸ਼ਵਰ ਨੇ ਕਹਿ ਕੇ 40 ਸਾਲ ਪਹਿਲਾਂ ਲੈ ਕੇ ਆਈ, ਇਹ ਦੇਸ਼ ਤੇ ਬਿਲਕੁਲ ਉਦਾਂ ਦਾ ਹੀ ਆ। ਅਸੀਂ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਦਾਂ ਦਾ ਵਧੀਆ ਦੇਸ਼ ਪਰਮੇਸ਼ਵਰ ਸਾਨੂੰ। ਉੱਥੇ ਅੰਗੂਰਾਂ ਦੀਆਂ ਡਾਲੀਆਂ ਲੈਣ ਵਾਸਤੇ 2 ਬੰਦਿਆਂ ਦੀ ਲੋੜ ਪੈਂਦੀ ਸੀ, ਇੱਕ ਕੰਧੇ ਤੇ ਇੱਕ ਬੰਦਾ ਤੇ ਇੱਕ ਕੰਧੇ ਤੇ ਇੱਕ ਨੂੰ ਫੜਿਆ ਹੋ ਜਾਂਦਾ ਸੀ। ਉਹਦੇ ਜਿਹੜੇ ਅੰਗੂਰ ਹੁੰਦੇ ਸੀ ਬਹੁਤ ਵੱਡੇ ਵੱਡੇ ਸੀ, ਫਲ ਇੱਕਦਮ ਬਹੁਤ ਖੂਬਸੂਰਤ ਸੀਗੇ ਭੈਣਾਂ ਤੇ ਭਰਾ। ਬਸ ਸੌਂਗ ਲੀਡਰਸ ਤੇ ਮਿਊਜ਼ੀਸ਼ੀਅਨਸ ਆ ਸਕਦੇ, ਮੈਂ ਥੋੜੀ ਦੇਰ 'ਚ ਖਤਮ ਕਰਨ ਲੱਗਾ। ਮਗਰ ਇੱਥੇ ਦੇਖੋ ਇੱਕ ਵਾਰ ਬੇਪਰਤੀਤੀ, ਫਿਰ ਸ਼ੈਤਾਨ ਅਟੈਕ ਕਰਦਾ ਉਹਨਾਂ ਦੀ ਬੇਪਰਤੀਤੀ ਦੇ ਉੱਪਰ।
क्योंकि शैतान का एक ही काम है भैनों ते भराओ कि फाइनल जगह तक आके भी तुहाडे अंदर बेप्रतीति नूं लैके आउणा। ते देखो उन्हां लोकां ने की कीता, उन्हां लोकां ने सब कुछ देखिया, देखण तो भी आगे जो उत्थे दे आदमियां नूं वेख्या कि वो राक्षसां वर्गे वड्डे वड्डे आ, वो तो इन्ने जायंट आ, इन्ने वड्डे वड्डे लोग आ, असीं इन्हां दे उपर कितां असीं ते बोणियां नज़र आउने आ, असीं इन्हां दे सामने जोकर वर्गे होवांगे, असीं इन्हां नाल किद्दां लड़ांगे, ये तो सानूं मार देणगे। मगर भैणों ते भराओ उत्थे दो जने सीगे जिन्हां दे अंदरों ये बेप्रतीति खाली हो चुकी सी, जिन्हां ने अपने आप को पूरा परमेश्वर के वचन पर विश्वास किया सीगा। उन्होंने उन्हां चमत्कारां नूं अद्भुत कम्मां नूं भैणों ते भराओ देखिया ते विश्वास किया, उन्हें पता ही कि परमेश्वर ने जो क्या है वो पूरा करूगा। भैणों ते भराओ मैं तुहानूं कहना चाहुंदा हां, हालांकि असीं टोकन दे बहुत नज़दीक हां, बस अगले पार टोकन खड़ा आ, मगर हो सकता तुसीं अपने जिंदगी दे विच कई वड्डे वड्डे राक्षसां नूं देखो और देखो कि मेरे अंदर तो आ गलती आ, मेरे अंदर हजे भी आ गलती हैगी आ, मेरे अंदर जो वचन आउंदा है भैणों ते भराओ तुहानूं हो सकता है कि शैतान आके अंदर आके आखे कि हाँ तेरे अंदर आ गलती, तेरे अंदर आ गलती, तेरे अंदर आ पाप हैगा, तेरे अंदर हजे आ भी राक्षस बैठा होया है और तू टोकन पा नहीं सकता, तू कनान देश में जा नहीं सकता, तू इस टोकन नूं हासिल नहीं कर सकता। भैणों ते भराओ मैं तुहानूं कहना चाहुंदा हां एक कालेब जोशुआ दे वर्गों कि असीं इन्हां राक्षसां दे उपर जितण वास्ते वध के है। भैणों ते भराओ इन्हां दी चिंता ना करो, इहो ही मैसेज लैके आए आ, इहो ही संदेश लैके आए आ कि तुहाडे अंदर जिंदगी विच हो सकदा है अजे कई गलतियां होण, कई जगह ते तुसीं अपने आप नूं फड़िया होवे जो झूठ दे संदेश आए, कई ने रिपेंट किया, कई ने रिपेंट किया, कई ने पश्चाताप किया, कई संदेश आए लोगों ने रिपेंट किए पश्चाताप किए। भैणों ते भराओ हो सकता असीं उस योग ना होइए कि असीं इन्हां राक्षसां नूं जित सकीए, असीं योग भी नहीं है। भैणों ते भराओ इत्थे सिर्फ एक ही योग आ ते ओह परमेश्वर है, जिहड़ा उन्हां राक्षस वो अपने आप नूं वेखण डਿਆ सी ते उधर वो राक्षसां नूं वेखण डਿਆ सी, मगर उन्हां नूं विचकार विच परमेश्वर जिहड़ा उन्हां राक्षसां नालों वड्डा आ उहनूं देख नहीं सकण डਿਆ सी। भैणों ते भराओ माफ करना मैं राक्षस कहण डਿਆ, मगर हो सकता वो जायंटिक फिगर वाले लोग होण, उच्चे कद दे देखण वाले लोग, जायंट्स जिन्हों असीं राक्षस कह दिंदे आ, असल दे विच वो लोग ही सीगे, उन्होंने देखण डे आ, मगर उस परमेश्वर नूं भुल गए आ जिहड़ा उन्हां नूं मिस्र तो कढ के इत्थे तक लैके आया सी, कादेश बर्निया तक, जिहड़ा इत्थे तक लैके आया। भैणों ते भराओ वो सानूं अगे लैके जाण दे भी योग्य आ। असीं इत्थे तक किहदे भरोसे ना आए, अपने भरोसे दे ना, कौन लैके आया सानूं इत्थे तक? भैणों ते भराओ किन्ने पहुंचाया इत्थे तक? भैणों ते भराओ परमेश्वर ने सानूं इत्थे तक लैके आया है। ओही अग दा खंभा, ओही बदल दे विच परमेश्वर, ओही अग दे खंभे दे विच परमेश्वर सानूं इत्थे तक लैके आया, जिहड़ा सानूं इत्थे तक लैके आया वो सानूं टोकन दे तक लैके जाण दी भी सामर्था रखदा है। भैणों ते भराओ विश्वास करो, ओनली बिलीव, ओनली बिलीव, ऑल थिंग्स आर पॉसिबल, ओनली बिलीव। विश्वास करो, सिर्फ विश्वास करो। जिथे कि इन्ने लोग बेप्रतीति वाले खड़े आ, शैतान भावें तुहानूं आके बेप्रतीति तुहानूं प्रेजेंट करे कि तू उत्थे पहुंच नहीं सकदा आ, तू उस कनान देश नूं लैण दे योग नहीं हैगा आ, उत्थे तैनूं मार देणगे, ये राक्षस तेरी जिंदगी विच तुहानूं खत्म कर देणगे। मैं तुहानूं कहना चाहुंदा भैणों ते भराओ कि तुसीं टोकन तक पहुंच सकदे जो, तुसीं इस बेप्रतीति तो बाहर निकलो, इस अविश्वास तो बाहर निकलो। ये तुहाडी योग्यता नहीं परमेश्वर देखण दे भैणों, असीं किसे योग नहीं हैगे आ, और परमेश्वर इहो जिहे सानूं इहो जिहे चुने भी नहीं जिहड़े बहुत योग्य नजर आउंदे सी, मगर जिहड़ियां चीज़ां बहुत कमजोर, जिहड़ियां चीज़ां मान लो किसी काम दियां नहीं सी, परमेश्वर ने उन्हां नूं लिया ते अपनी साही मंडली बनाया है। भैणों ते भराओ उन्हें बनाया सानूं, असीं किसी योग नहीं है, असीं इस शैतान नूं जितण दे योग नहीं है जिहड़ा तुहाडे जीवनां दे विच, साडे को कोई सामर्थ नहीं हैगी। भैणों ते भराओ एक ही आ जिहड़ा इस दुष्ट आत्मा दे उपर फतेह पा सकदा आ, ते ओह परमेश्वर दा आत्मा है।
ਅਸੀਂ ਪਰ ਸ਼ੈਤਾਨ ਦੇ ਕੋਈ ਇਕੁਅਲ ਨਹੀਂ ਹੈਗੇ ਭੈਣੋ ਤੇ ਭਰਾਓ। ਇਸ ਜੰਗ ਦੇ ਵਿੱਚ ਤੁਸੀਂ ਦੇਖੋਗੇ ਇੱਕ ਪਾਸੇ ਸ਼ੈਤਾਨ ਹੈ, ਇੱਕ ਪਾਸੇ ਅਸੀਂ ਹਾਂ। ਅਸੀਂ ਉਹਦੇ ਇਕੁਅਲ ਕਿਸੇ ਵੀ ਹਿਸਾਬ ਦੇ ਨਾਲ ਨਹੀਂ ਹਾਂ ਕਿ ਅਸੀਂ ਆਖੇ ਸ਼ੈਤਾਨ ਅਸੀਂ ਤੇਰੀ ਬਰਾਬਰੀ ਕਰਦੇ ਹਾਂ। ਨੋ ਸਰ, ਨੋ ਸਰ, ਅਸੀਂ ਨਹੀਂ ਕਰ ਸਕਦੇ। ਉਹਦੀ ਬਰਾਬਰੀ ਇੱਕ ਹੀ ਜਾਣਾ ਕਰ ਸਕਦਾ ਹੈ, ਉਹ ਮਾਈਕਲ ਦਾ ਆਰਕਐਂਜਲ ਹੈ ਭੈਣੋ ਤੇ ਭਰਾਓ। ਇਸ ਕਰਕੇ ਉਹ ਧਰਤੀ ਉੱਪਰ ਉਤਰਿਆ ਆ। ਉਹੋ ਹੀ ਹੈ ਜਿਹੜਾ ਉਹਦੇ ਉੱਪਰ ਫਤਹ ਪਾ ਸਕਦਾ ਹੈ, ਉਹੋ ਹੀ ਹੈ ਜਿਹੜਾ ਉਹਨੂੰ ਸਾਡੇ ਜੀਵਨਾਂ ਦੇ ਚੋਂ ਬਾਹਰ ਕੱਢ ਕੇ ਸੁੱਟ ਸਕਦਾ ਹੈ। ਦੇਖੋ ਉਹਨਾਂ ਨੇ ਕੀ ਕੀਤਾ, ਉੱਥੇ ਬੇਪਰਤੀਤੀ ਨੇ ਆ ਕੇ ਫਿਰ ਦੁਬਾਰਾ ਆ ਕੇ ਖੜੀ ਹੋ ਗਈ। 10 ਪ੍ਰਚਾਰਕ ਵਾਪਸ ਆਏ, ਕਹਿੰਦੇ ਅਸੀਂ ਉਦੋਂ ਇਸ ਨੂੰ ਨਹੀਂ ਲੈ ਸਕਦੇ, ਭੁੱਲ ਜਾਓ, ਵਾਪਸ ਆਪਣੇ ਘਰਾਂ ਨੂੰ ਵਾਪਸ ਚਲ ਜਾਓ, ਅਸੀਂ ਉਸ ਦੇਸ਼ ਨੂੰ ਲੈ ਨਹੀਂ ਸਕਦੇ ਹਾਂ ਕਿਉਂਕਿ ਉੱਥੇ ਵੱਡੇ ਵੱਡੇ ਜਾਇੰਟ ਆ, ਦਾਨਵ ਆ, ਹੋਰ ਅਸੀਂ ਬੋਣੇ ਆ ਉਹਨਾਂ ਦੇ ਸਾਹਮਣੇ, ਅਸੀਂ ਜੋਕਰ ਵਰਗੋ ਲੱਗਾਂਗੇ ਉਹਨਾਂ ਦੇ ਸਾਹਮਣੇ, ਅਸੀਂ ਉਸ ਦੇਸ਼ ਨੂੰ ਲੈ ਨਹੀਂ ਸਕਦੇ। ਆਪਣੇ ਘਰਾਂ ਨੂੰ ਵਾਪਸ ਚਲ ਜਾਓ। ਬਸ ਇੱਥੇ ਤੱਕ ਸੀ, ਬਹੁਤ ਵਧੀਆ ਰਿਹਾ ਤੁਹਾਡੇ ਨਾਲ ਸਫ਼ਰ, ਬਹੁਤ ਇੰਜੋਏ ਕੀਤਾ ਅਸੀਂ, ਹੁਣ ਆਪਣੇ ਆਪਣੇ ਘਰਾਂ ਨੂੰ ਵਾਪਸ ਚਲ ਜਾਓ, ਤੁਸੀਂ ਸੰਸਾਰ ਵਿੱਚ ਵਾਪਸ ਚਲ ਜਾਓ, ਤੁਸੀਂ ਅਸੀਂ ਫਤਿਹ ਨਹੀਂ ਪਾ ਸਕਦੇ। ਇੱਕ ਫਾਈਨਲ ਅਟੈਕ ਉੱਥੇ ਹੋਇਆ, ਫਿਰ ਬੇਪਰਤੀਤ ਤੇ ਭੈਣਾਂ ਤੇ ਭਰਾਓ ਸ਼ੈਤਾਨ ਦੁਬਾਰਾ ਵਾਪਸ ਆਇਆ ਉਹਨਾਂ ਨੂੰ ਅਵਿਸ਼ਵਾਸ, ਪਰਮੇਸ਼ਵਰ ਦੇ ਵਚਨ ਦੇ ਉੱਪਰ ਅਵਿਸ਼ਵਾਸ ਦੇ ਵਿੱਚ ਲੈ ਕੇ ਆਉਣ ਵਾਸਤੇ। ਮਗਰ ਉਹਨੂੰ ਨਹੀਂ ਪਤਾ ਸੀ ਕਿ ਉੱਥੇ ਕਾਲੇਬ ਤੇ ਜੋਸ਼ੂਆ ਵਰਗੇ 2 ਹੋਰ ਸੇਵਾਦਾਰ ਖੜੇ ਆ। ਇਸ ਭੈਣਾਂ ਤੇ ਭਰਾਓ, ਔਰ ਉਹਨਾਂ ਨੇ ਆਖਿਆ ਫਿਕਰ ਨਾ ਕਰੋ, ਫਿਕਰ ਨਾ ਕਰੋ, ਆਪਣੀਆਂ ਕਮਜ਼ੋਰੀਆਂ ਨਾ ਵੇਖੋ, ਆਪਣੇ ਅੰਦਰ ਨਾ ਵੇਖੋ ਕਿ ਅਸੀਂ ਕਿੰਨੇ ਹਜੇ ਲੱਗਦੇ ਆ ਕਿ ਅਸੀਂ ਫਿੱਟ ਨਹੀਂ ਹੈਗੇ ਆ, ਅਸੀਂ ਉਸ ਦੇਸ਼ ਨੂੰ ਜਿੱਤ ਨਹੀਂ ਸਕਦੇ ਆ, ਅਸੀਂ ਟੋਕਨ ਨੂੰ ਹਾਸਲ ਨਹੀਂ ਕਰ ਸਕਦੇ ਆ। ਤੁਸੀਂ ਆਪਣੇ ਆਪ ਨੂੰ ਨਾ ਵੇਖੋ, ਮਗਰ ਯਹੋਵਾ ਵੱਲ ਨੂੰ ਤੱਕੋ, ਕਿਉਂਕਿ ਉਹ ਸਾਮਰਥੀ ਆ ਕਿ ਅਸੀਂ ਇਹਨਾਂ ਰਾਖਸ਼ਾਂ ਦੇ ਉੱਪਰ ਜਿੱਤ ਪਾ ਸਕੀਏ, ਇਹਨਾਂ ਦਾਨਵਾਂ ਦੇ ਉੱਪਰ ਜਿੱਤ ਪਾ ਸਕੀਏ, ਔਰ ਉਸ ਦੇਸ਼ ਨੂੰ ਅਸੀਂ ਲੈ ਸਕੀਏ। ਆਮੇਨ। ਉਹ ਯਸ ਪੜਨ ਦੇ ਭਰਾ। ਔਰ ਉਹਨਾਂ ਨੇ ਸਾਰੀ ਬੇਪਰਤੀਤੀ ਨੂੰ ਇੱਕ ਸਾਈਡ ਦੇ ਵਿੱਚ ਕੀਤਾ, ਔਰ ਪਰਮੇਸ਼ਵਰ ਦੇ ਵਚਨ ਦੇ ਉੱਪਰ ਇੱਕ ਇਨਸਪੀਰੇਸ਼ਨ ਪੈਣਾ ਤੇ ਭਰਾ, ਇੱਕ ਪ੍ਰੇਰਣਾ ਜਿਹੜੀ ਖਾਲੇਬ ਤੇ ਜੋਸ਼ੂਆ ਦੇ ਉੱਪਰ ਸੀ, ਉਹ ਆ ਕੇ ਲੋਕਾਂ ਦੇ ਨਾਲ ਟਕਰਾਈ ਪੈਣਾ ਤੇ ਭਰਾ। ਔਰ ਉਹਨਾਂ ਨੇ ਅੰਦਰੋਂ ਉਹਨਾਂ ਦਾ ਦੁਬਾਰਾ ਜਾਗ ਉੱਠਿਆ, ਕਹਿੰਦੇ ਕਿ ਨਹੀਂ, ਅਸੀਂ ਉਸ ਦੇਸ਼ ਨੂੰ ਲੈ ਸਕਦੇ ਹਾਂ, ਅਸੀਂ ਜਿੱਤ ਪਾ ਸਕਦੇ ਹਾਂ, ਅਸੀਂ ਟੋਕਨ ਨੂੰ ਹਾਸਲ ਕਰ ਸਕਦੇ ਹਾਂ, ਅਸੀਂ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰ ਸਕਦੇ ਹਾਂ। ਇਹ ਦਾਨਵ ਸਾਡੇ ਮੂੰਹ ਦੀਆਂ ਬੁਰਕੀਆਂ ਹੋਣਗੇ। ਭੁੱਲ ਗਏ ਉਹ ਕਿੱਦਾਂ ਦੇ ਆ, ਉਹ ਕਿੱਦਾਂ ਦੇ ਨਜ਼ਰ ਆਉਂਦੇ ਆ, ਭੁੱਲ ਗਏ ਪੈਣੇ ਤੇ ਭਰਾਓ। ਤੇ ਉਹਨਾਂ ਨੇ ਪਰਮੇਸ਼ਵਰ ਦੇ ਉਹਦੇ ਵਚਨ ਦੇ ਉੱਪਰ ਵਿਸ਼ਵਾਸ ਕੀਤਾ, ਜਿਹਨੇ ਵਾਅਦਾ ਕੀਤਾ ਆ ਉਸ ਵਾਅਦੇ ਨੂੰ ਪੂਰਾ ਰੱਖਣ ਦੀ ਸਾਮਰਥਾ ਰੱਖਦਾ ਆ। ਆਮੇਨ। ਇਹ ਵਾਅਦਾ ਤੁਹਾਡਾ ਨਹੀਂ ਹੈ ਭੈਣੋ ਤੇ ਭਰਾਓ, ਇਹ ਵਾਅਦਾ ਮੇਰਾ ਨਹੀਂ ਹੈ ਭੈਣੋ ਤੇ ਭਰਾਓ, ਇਹ ਵਾਅਦਾ ਬ੍ਰਦਰ ਡਾਲਟਨ ਬਰੂਸ ਦਾ ਨਹੀਂ ਆ, ਇਹ ਵਾਅਦਾ ਬ੍ਰਦਰ ਬ੍ਰੈਨਮ ਦਾ ਨਹੀਂ ਆ, ਮਗਰ ਇਹ ਵਾਅਦਾ ਯਹੋਵਾ ਪਰਮੇਸ਼ਵਰ ਨੇ ਕੀਤਾ ਆ। ਔਰ ਪਰਮੇਸ਼ਵਰ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਵਿੱਚ ਸਾਮਰਥ ਰੱਖਦਾ ਹੈ ਭੈਣੋ ਤੇ ਭਰਾਓ। ਉਹ ਯਸ ਭੈਣੋ ਤੇ ਭਰਾਓ, ਆਪਣੇ ਆਪ ਨੂੰ ਨਾ ਵੇਖੋ, ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਰਾਖਸ਼ਾਂ ਨੂੰ, ਇਹਨਾਂ ਦਾਨਵਾਂ ਨੂੰ ਨਾ ਵੇਖੋ ਭੈਣੋ ਤੇ ਭਰਾਓ। ਨਹੀਂ, ਸਰੈਂਡਰ ਕਰੋ, ਪਰਮੇਸ਼ਵਰ ਨੂੰ ਸਰੈਂਡਰ ਕਰੋ। ਇਹਨਾਂ ਨੂੰ ਆਖੋ, ਪ੍ਰਭੂ ਮੈਂ ਇਸ ਰਾਖਸ਼ ਨੂੰ ਦਾਨਵ ਤੋਂ ਤੇਰੇ ਹੱਥਾਂ ਵਿੱਚ ਦੇਣਾ ਹੈ, ਕਿਉਂਕਿ ਤੂੰ ਤਲਵਾਰ ਚਲਾ ਸਕਦਾ ਉਹਦੇ ਉੱਪਰ, ਤੂੰ ਇਹਨੂੰ ਮਾਰ ਸਕਦਾ ਹੈ। ਇਹ ਭੈਣੋ ਤੇ ਭਰਾਓ ਯਾਦ ਰੱਖੋ, ਇਹ ਗੋਲੀਆਤ ਨੂੰ ਮਾਰਨ ਵਾਲਾ ਉਹ ਦਾਊਦ ਦਾ ਛੋਟਾ ਜਿਹਾ ਪੱਥਰ ਨਹੀਂ ਸੀਗਾ, ਮਗਰ ਉਹਨੇ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕਰਕੇ ਉਸ ਪੱਥਰ ਨੂੰ ਸੁੱਟਿਆ ਭੈਣੋ ਤੇ ਭਰਾਓ। ਮਗਰ ਉਸ ਦਾਨਵ ਨੂੰ ਮਾਰਨ ਵਾਲਾ ਉੱਥੇ ਮਾਈਕਲ ਦੀ ਆਰਕਐਂਜਲ ਸੀਗਾ, ਜਿਨ੍ਹਾਂ ਨੇ ਚੁੱਕ ਕੇ ਥੱਲੇ ਮਾਰਿਆ ਉਹਨੂੰ। ਠੀਕ ਹੈ, ਸੋਚਦੇ ਕਿ ਛੋਟਾ ਜਿਹਾ ਪੱਥਰ ਦੇ ਨਾਲ ਉਹਦੇ ਮੱਥੇ ਤੇ ਵੱਜੂਗਾ ਤਾਂ ਉਹ ਡਿੱਗ ਪਊਗਾ। ਉਹਨੂੰ ਸੁੱਟਣ ਵਾਲਾ ਕੋਈ ਹੋਰ ਸੀ, ਇੱਕ ਅਨਸੀਨ ਪਾਵਰ ਸੀਗੀ ਭੈਣੋ ਤੇ ਭਰਾਓ, ਇੱਕ ਨਾ ਵਿਖਣ ਵਾਲੀ ਸਾਮਰਥ ਸੀਗੀ, ਇੱਕ ਨਾ ਵਿਖਣ ਵਾਲਾ ਦੂਤ ਉੱਥੇ ਖੜਾ ਸੀਗਾ ਭੈਣੋ ਤੇ ਭਰਾਓ। ਆਓ ਅਸੀਂ ਸਾਰੇ ਖੜੇ ਹੋ ਜਾਂਦੇ ਹਾਂ। ਔਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਅੱਜ ਵੀ ਇੱਥੇ
ਜੋ ਤੁਹਾਨੂੰ ਨਜ਼ਰ ਨਹੀਂ ਆਉਣ ਡਿਆ ਉਹ ਦੂਤ ਅੱਜ ਸਾਡੇ ਦਰਮਿਆਨ ਖੜਾ ਆ, ਤਲਵਾਰ ਲੈ ਕੇ ਖੜਾ ਹੈ ਭੈਣੋ ਤੇ ਭਰਾਓ, ਤਲਵਾਰ ਲੈ ਕੇ ਖੜਾ ਹੈ। ਹੋਰ ਉਹ ਕਿਸੇ ਵੀ ਰਾਖਸ਼ ਨੂੰ ਵੱਧ ਕਰ ਸਕਦਾ ਹੈ। ਬਸ ਉਹਨੂੰ ਕੀ ਚਾਹੀਦਾ ਆ? ਅਸੀਂ ਉਹਦੇ ਵਚਨ ਦੇ ਉੱਪਰ ਵਿਸ਼ਵਾਸ ਕਰੀਏ। ਉਹਨੂੰ ਕੀ ਚਾਹੀਦਾ? ਅਸੀਂ ਪੂਰੇ ਤਨ ਮਨ ਤੇ ਆਪਣੀ ਸਾਰੀ ਸ਼ਕਤੀ ਦੇ ਨਾਲ ਉਹਦੇ ਉੱਪਰ ਵਿਸ਼ਵਾਸ ਕਰੀਏ। ਹੋਰ ਉਹ ਸਾਡੀ ਜ਼ਿੰਦਗੀ ਵਿੱਚ ਕੁਝ ਵੀ ਕਰ ਸਕਦਾ ਹੈ। ਇੱਕ ਇਨਸਾਨ ਦਾ ਨੈਚੁਰਲ ਫੇਥ ਬਹੁਤ ਕੁਝ ਕਰ ਸਕਦਾ ਹੈ ਭੈਣੋ ਤੇ ਭਰਾਓ। ਹੋਰ ਅਸੀਂ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕਰਨ ਦੇ ਆ, ਜੋ ਕਿ ਹਾਂ ਹਾਂ ਤੇ ਆਮੀਨ ਤੇ ਅਟਲ ਹੈ ਭੈਣੋ ਤੇ ਭਰਾਓ। ਵਿਸ਼ਵਾਸ ਕਰੋ। ਤੁਸੀਂ ਕੀ ਸੋਚਦੇ ਜੋ ਜਦੋਂ ਯਿਸੂ ਮਸੀਹ ਧਰਤੀ ਉੱਪਰ ਆਇਆ ਤੇ ਕੀ ਉਹਨੂੰ ਇਸ ਬੇਪਰਤੀਤੀ ਦਾ ਫੇਸ ਨਹੀਂ ਕਰਨਾ ਪਿਆ ਉਹਨਾਂ ਦਿਨਾਂ ਦੇ ਵਿੱਚ? ਬਹੁਤ ਹੱਦ ਤੱਕ ਭੈਣੋ ਤੇ ਭਰਾਓ। ਔਰ ਕਈ ਇਸ ਤਰ੍ਹਾਂ ਦੇ ਸੀਗੇ ਭੈਣੋ ਤੇ ਭਰਾਓ, ਕਈ ਜਗ੍ਹਾ ਦੇ ਵਿੱਚ, ਕਈ ਪਿੰਡਾਂ ਦੇ ਵਿੱਚ ਯਿਸੂ ਮਸੀਹ ਉਹਨੇ ਵੱਡੇ ਅਦਭੁਤ ਕੰਮ ਚਿੰਨ੍ਹ ਚਮਤਕਾਰ ਨਹੀਂ ਕਰ ਸਕੇ ਕਿਉਂਕਿ ਉਹਨਾਂ ਦੀ ਬੇਪਰਤੀਤੀ ਦੀ ਵਜ੍ਹਾ ਦੇ ਨਾਲ। ਬਾਈਬਲ 'ਚ ਲਿਖਿਆ ਹੈ ਬੇਪਰਤੀ ਦੀ ਵਜ੍ਹਾ ਦੇ ਨਾਲ। ਬ੍ਰਦਰ ਬ੍ਰੈਨਮ ਨੂੰ ਵੀ ਇਸੇ ਚੀਜ਼ ਨੂੰ ਫੇਸ ਕਰਨਾ ਪਿਆ। ਔਰ ਅੱਜ ਵੀ ਭੈਣੋ ਤੇ ਭਰਾਓ, ਜੋ ਆਦਮ ਦੀ ਵਾਟਿਕਾ ਵਿੱਚ ਸੀ ਅੱਜ ਵੀ ਉਸੇ ਤਰੀਕੇ ਦੇ ਨਾਲ ਹੈ। ਇਹ ਬੇਪਰਤੀਤੀ ਅੱਜ ਸਾਡੇ ਸਾਹਮਣੇ ਵੀ ਖੜੀ ਹੈ। ਔਰ ਸਾਨੂੰ ਇਹ ਤੋਂ ਬਾਹਰ ਨਿਕਲਣਾ ਪੈਣਾ ਹੈ। ਸਾਨੂੰ ਪਰਮੇਸ਼ਵਰ ਦੇ ਵਚਨ ਦੇ ਉੱਪਰ ਵਿਸ਼ਵਾਸ ਕਰਨਾ ਪੈਣਾ ਹੈ। ਜੋ ਨੇ ਕਿਹਾ ਆ ਉਹ ਅਟਲ ਆ, ਉਹ ਚੇਂਜ ਨਹੀਂ ਹੋ ਸਕਦਾ। ਹੁਣ ਬਾਈਬਲ 'ਚ ਕੀ ਲਿਖਿਆ ਹੈ? ਰੋਮੀਆਂ 4 ਉਹਦੀ 20 ਦੇ ਵਿੱਚ ਆਖਿਰ ਦੇ ਵਿੱਚ, ਬਸ ਲਾਸਟ ਮੈਂ ਤੁਹਾਨੂੰ ਇੱਕ ਦੋ ਵਚਨ ਫਾਈਨਲ ਵਿੱਚ ਕਹਿ ਕੇ ਮੈਂ ਖਤਮ ਕਰਨ ਵਾਲਾ ਹਾਂ। ਉੱਥੇ ਲਿਖਿਆ ਆ ਕਿ ਅਬਰਾਹਮ ਤੇ ਸਾਰਾ ਨੇ ਵਿਸ਼ਵਾਸ ਕਰਨ ਦੇ ਨਾਲ ਅੱਗੇ ਵਧੇ ਤੇ ਉਸ ਆਪਣੇ ਬੁਢਾਪੇ ਵਾਲੀ ਹਾਲਾਤ ਦੇ ਵਿੱਚ ਉਸ ਬੱਚੇ ਨੂੰ ਹਾਸਲ ਕੀਤਾ ਜੋ ਕਿ ਨਾਮੁਮਕਿਨ ਸੀ। ਮਗਰ ਨਾਮੁਮਕਿਨ ਨੂੰ ਮੁਮਕਿਨ ਕਰਨ ਵਾਲੇ ਪਰਮੇਸ਼ਰ ਨੂੰ ਅਸੀਂ ਫੋਲੋ ਕਰਨ ਰਹੇ ਹਾਂ। ਕੋਖ ਸੁੱਕ ਚੁੱਕੀ ਸੀ, ਸਾਰਾ ਦੇ ਸਰੀਰ ਸੁੱਕ ਚੁੱਕਿਆ ਸੀ, ਮਗਰ ਉਸ ਬੱਚੇ ਨੂੰ ਪੈਦਾ ਕਰਨ ਵਾਸਤੇ ਭੈਣੋ ਤੇ ਭਰਾਓ, ਅਗਰ ਪਰਮੇਸ਼ਰ ਅਬਰਾਹਮ ਤੇ ਸਾਰਾ ਦੇ ਸਰੀਰ ਨੂੰ ਚੇਂਜ ਕਰ ਸਕਦਾ ਆ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਸਤੇ। ਤੁਹਾਨੂੰ ਪਤਾ ਹੈ ਅਬਰਾਹਮ ਤੇ ਸਾਰਾ ਨੂੰ ਜਵਾਨ ਬਣਾ ਦਿੱਤਾ ਸੀਗਾ, ਹਾਂ? ਨਹੀਂ ਤੇ ਫਿਰ ਉਹ ਰਾਜਾ ਕਿਸ ਤਰ੍ਹਾਂ ਦੇ ਨਾਲ ਮਰ ਮਿਟਿਆ ਸਾਰਾ ਦੇ ਉੱਪਰ? ਕਿ ਉਹਦੀਆਂ ਚੂਰੀਆਂ ਨੂੰ ਵੇਖ ਕੇ ਨਹੀਂ, ਭੈਣੋ ਤੇ ਭਰਾਓ, ਸਾਰਾ ਦੀ ਖੂਬਸੂਰਤੀ ਨੂੰ ਵੇਖ ਕੇ। ਤੇ ਉਹੀ ਪਰਮੇਸ਼ਵਰ ਅੱਜ ਆਪਣੇ ਵਾਅਦੇ ਨੂੰ ਪੂਰਨ ਕਰਨ ਵਾਸਤੇ ਅਗਰ ਅਸੀਂ ਉਹਦੇ ਤੇ ਵਿਸ਼ਵਾਸ ਕਰਦੇ ਹਾਂ, ਉਹ ਸਾਰੇ ਹਾਲਾਤਾਂ ਨੂੰ ਚੇਂਜ ਕਰ ਸਕਦਾ ਹੈ। ਹਾਲਾਤਾਂ ਨੂੰ ਚੇਂਜ ਕਰਨ ਵਾਲੇ ਪਰਮੇਸ਼ਵਰ ਦੇ ਉੱਪਰ ਅਸੀਂ ਕੀਆ ਫੋਲੋ ਕਰਨ ਦੇ, ਉਹਨੂੰ ਵਿਸ਼ਵਾਸ ਕਰਦੇ ਪਏ ਭੈਣੋ। ਤੁਸੀਂ ਇੱਧਰ ਉੱਧਰ ਨਾ ਦੇਖੋ, ਆਪਣੀ ਕਮਜ਼ੋਰੀਆਂ ਕਮੀਆਂ ਨੂੰ ਨਾ ਦੇਖੋ ਭੈਣੋ ਤੇ ਭਰਾਓ, ਮਗਰ ਪਰਮੇਸ਼ਵਰ ਨੂੰ ਉਹਦੇ ਵਾਅਦੇ ਦੇ ਵੇਖੋ ਪੂਰਾ ਕਰਨ ਦੇ ਯੋਗ ਹੈ। ਬ੍ਰਦਰ ਬ੍ਰੈਨਮ ਨੇ ਕਿਹਾ ਹੈ ਕਿ ਅਗਰ ਟੋਕਨ ਆਵੇ ਤੇ ਤੁਸੀਂ ਕਹੋ ਕਿ ਅਗਰ ਟੋਕਨ ਆਊਗਾ ਤੇ ਭਾਵੇਂ ਕੋਈ ਪਾਵੇ ਜਾਂ ਨਾ ਪਾਵੇ, ਮਗਰ ਮੈਂ ਜ਼ਰੂਰ ਪਾਉਂਗਾ। ਉਹੀ ਲੋਕ ਹੋਣਗੇ ਜਿਹੜੇ ਟੋਕਨ ਨੂੰ ਪਾਉਣਗੇ ਭੈਣੋ ਤੇ ਭਰਾਓ, ਮੈਂ ਜ਼ਰੂਰ ਪਾਵਾਂਗਾ। ਉਹਨਾਂ ਨੇ ਵਿਸ਼ਵਾਸ ਦੇ ਨਾਲ, ਹੋਰ ਉਹਨਾਂ ਨੇ ਕੀਆ ਇਸੇ ਤੱਕ ਕਿ ਕੱਪੜੇ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਵਿਸ਼ਵਾਸ ਦੇ ਵਿੱਚ ਕਿ ਬੱਚਾ ਆਉਣ ਵਾਲਾ ਆ। ਭਾਵੇਂ ਕੋਈ ਸਾਈਨ ਨਜ਼ਰ ਨਹੀਂ ਆਉਣ ਡਿਆ ਸੀ, ਕੋਈ ਸਿੰਬਲ ਨਹੀਂ ਨਜ਼ਰ ਆਉਣ ਡਿਆ ਸੀ ਉਹਨਾਂ ਨੂੰ, ਮਗਰ ਉਹਨਾਂ ਨੇ ਬੱਚੇ ਵਾਸਤੇ ਕੱਪੜੇ ਸੀਨੇ ਸ਼ੁਰੂ ਕਰ ਦਿੱਤੇ ਸਾਰਾ ਨੇ। ਹੋਰ ਉਹ ਵਿਸ਼ਵਾਸ ਦੇ ਵਿੱਚ ਅੱਗੇ ਵਧਦੇ ਤੁਰੇ ਗਏ ਭੈਣੋ ਤੇ ਭਰਾ। ਹੋਰ ਇੱਕ ਦਿਨ ਉਹਨਾਂ ਨੇ ਆਪਣੀ ਗੋਦ ਵਿੱਚ ਉਸ ਬੱਚੇ ਨੂੰ ਦੇਖਿਆ। ਪਰਮੇਸ਼ਵਰ ਦਾ ਵਾਅਦਾ ਪੂਰਾ ਹੋਇਆ ਭੈਣੋ ਤੇ ਭਰਾ। ਇਬਰਾਨੀਆਂ ਤੇ ਉਹਦੇ ਮੈਂ ਇੱਕ ਲਾਸਟ ਵਰਸ ਨੂੰ ਪੈ ਕੇ ਖਤਮ ਕਰਨ ਡਿਆ, ਜਿੱਥੇ ਬਾਈਬਲ ਦੇ ਵਿੱਚ ਲਿਖਿਆ ਹੋਇਆ ਆ ਇੱਕ ਹੋਰ ਵਚਨ ਆ, ਹਾਂ ਇਹਦੇ ਵਿੱਚ ਇਬਰਾਨੀਆਂ 4 ਉਹਦੀ 11 ਦੇ ਵਿੱਚ ਲਿਖਿਆ ਆ ਕਿ ਬਹੁਤ ਸਾਰੇ ਲੋਕ ਉਹਨਾਂ ਦਿਨਾਂ ਦੇ ਵਿੱਚ ਬੇਪਰਤੀਤੀ ਦੀ ਵਜ੍ਹਾ ਦੇ ਨਾਲ ਡਿੱਗ ਗਏ। ਬੇਪਰਤੀਤੀ ਦੀ ਵਜ੍ਹਾ ਨਾਲ, ਹੋਰ ਬੇਪਰਤੀਤੀ ਦੀ ਵਜ੍ਹਾ ਦੇ ਨਾਲ ਕਈਆਂ ਲੋਕਾਂ ਨੇ ਉਸ ਵਾਅਦੇ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ। ਕਿਹਦੀ ਵਜ੍ਹਾ ਦੇ ਨਾਲ? ਬੇਪਰਤੀਤੀ ਦੀ ਵਜ੍ਹਾ ਦੇ ਨਾਲ, ਅਨਬਿਲੀਫ ਦੀ ਵਜ੍ਹਾ ਦੇ ਨਾਲ। ਤੇ ਇਬਰਾਨੀਆਂ 3 ਉਹਦੀ 12 ਚ ਲਿਖਿਆ ਆ ਕਿ ਦੇਖੋ
ਭੈਣੋ ਤੇ ਭਰਾਓ, ਕਿ ਤੁਹਾਡੇ ਅੰਦਰ ਉਹ ਪਾਪ ਨਾ ਹੋਵੇ, ਤੁਹਾਡੇ ਅੰਦਰ ਉਹ ਬੇਪਰਤੀਤਾ ਮਨ ਨਾ ਹੋਵੇ, ਜਿਹੜੀ ਚੀਜ਼ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਲੈ ਜਾਵੇ। ਪਰ ਮੈਂ ਚਾਹੁੰਦਾ ਭੈਣੋ ਤੇ ਭਰਾਓ, ਸਾਡੇ ਵਿੱਚ ਕੋਈ ਵੀ ਇਹੋ ਜਿਹਾ ਬੰਦਾ ਨਾ ਹੋਵੇ, ਕੋਈ ਵੀ ਇਹੋ ਜਿਹੀ ਭੈਣ, ਇਹੋ ਜਿਹਾ ਭਰਾ ਨਾ ਹੋਵੇ, ਇਹੋ ਜਿਹਾ ਬੱਚਾ ਨਾ ਹੋਵੇ ਜਿਹਦੇ ਅੰਦਰ ਇੱਕ ਬੁਰਾ ਦਿਲ ਤੇ ਬੇਪਰਤੀਤਾ ਮਨ ਹੋਵੇ। ਮਗਰ ਅਸੀਂ ਸਾਰੇ ਉਸ ਵਾਅਦੇ ਉੱਪਰ ਆਮੀਨ ਕਰਕੇ ਵਿਸ਼ਵਾਸ ਕਰਨ ਵਾਲੇ ਹੋਈਏ। ਆਮੀਨ। ਤੇ ਅਸੀਂ ਭੈਣੋ ਤੇ ਭਰਾਓ ਉਸ ਦੇਸ਼ ਨੂੰ ਜ਼ਰੂਰ ਦੇਖਾਂਗੇ। ਤੁਸੀਂ ਟੋਕਨ ਪਾਓਗੇ, ਤੁਸੀਂ ਪਾਓਗੇ, ਜਿੱਥੇ ਕੱਟਣਾ ਵੱਢਣਾ ਆਉਂਦਾ ਉਹਨੂੰ ਸਰੈਂਡਰ ਕਰ ਦਿਓ, ਕੋਈ ਗੱਲ ਨਹੀਂ ਹੈ, ਲੈ ਪ੍ਰਭੂ ਵੱਢ ਇਹਨੂੰ, ਕੱਟ, ਜਿੱਥੇ ਤੈਨੂੰ ਲੱਗਦਾ ਹੈ ਵਧੀਆ ਲੱਗਦਾ ਹੈ ਕੱਟ ਵੱਢ, ਕੋਈ ਗੱਲ ਨਹੀਂ ਹੈਗੀ, ਮੈਂ ਸਰੈਂਡਰ ਕਰਦਾ ਹਾਂ। ਤੇ ਭੈਣੋ ਤੇ ਭਰਾਓ, ਅਸੀਂ ਜ਼ਰੂਰ ਅਸੀਂ ਉਸ ਪਾਰ ਪਹੁੰਚਾਂਗੇ। ਅਗਰ ਨੂਹ ਦੀ ਕਸ਼ਤੀ ਅੱਜ ਤੱਕ ਖੜੀ ਆ ਤੇ ਅਸੀਂ ਸਦਾ ਸਦਾ ਤੱਕ ਖੜੇ ਰਵਾਂਗੇ। ਆਮੀਨ। ਇਸ ਕਰਕੇ ਪਰਮੇਸ਼ਵਰ ਨੇ ਸਾਨੂੰ ਸੱਦਿਆ ਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਮੈਂ ਸੰਦੇਸ਼ ਨੂੰ ਇੱਥੇ ਖਤਮ ਕਰਦਾ। ਉਹ ਅਸੀਂ ਇੱਕ ਗੀਤ ਨੂੰ ਲੈਂਦੇ ਹਾਂ ਤੇ ਅਸੀਂ ਇੰਜੋਏ ਕਰਦੇ ਹਾਂ, ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਆਮੀਨ। ਮੈਂ ਆਸ਼ਾ ਕਰਦਾ ਹਾਂ ਤੁਸੀਂ ਐਨਕਰੇਜ ਹੋਏ ਹੋਗੇ। ਮੈਂ ਆਸ਼ਾ ਕਰਦਾ ਹਾਂ ਕਿ ਪਰਮੇਸ਼ਵਰ ਨੇ ਸਾਡੇ ਦਿਲਾਂ ਨਾਲ ਗੱਲਬਾਤ ਕੀਤੀ ਹੋਗੀ। ਭੈਣੋ ਤੇ ਭਰਾਓ, ਓ ਯੈਸ ਭੈਣੋ ਤੇ ਭਰਾਓ, ਅਸੀਂ ਯੋਗ ਹਾਂ। ਕਹੋ, ਅਸੀਂ ਯੋਗ ਹਾਂ ਕਿ ਅਸੀਂ ਇਹਨਾਂ ਦਾਨਵਾਦਾਂ ਉੱਪਰ ਜਿੱਤ ਪਾ ਸਕੀਏ। ਭੈਣੋ ਤੇ ਭਰਾਓ, ਓ ਯੈਸ ਭੈਣੋ ਤੇ ਭਰਾਓ, ਤੁਸੀਂ ਜਿੱਤ ਪਾ ਸਕਦੇ, ਤੁਸੀਂ ਟੋਕਨ ਨੂੰ ਹਾਸਿਲ ਕਰ ਸਕਦੇ ਜੋ। ਕੋਈ ਵੀ ਚੀਜ਼ ਸਾਨੂੰ ਉਸ ਟੋਕਨ ਤੋਂ ਪਾਉਣ ਤੋਂ ਰੋਕ ਨਹੀਂ ਸਕਦੀ ਆ, ਨਾ ਇਸ ਧਰਤੀ ਉੱਪਰ, ਨਾ ਕੋਈ ਆਕਾਸ਼ ਵਿੱਚ, ਨਾ ਪਾਤਾਲ ਦੇ ਵਿੱਚ। ਭੈਣੋ ਤੇ ਭਰਾਓ, ਕੋਈ ਵੀ ਚੀਜ਼ ਸਾਨੂੰ ਪਰਮੇਸ਼ਵਰ ਦੇ ਪ੍ਰੇਮ ਤੋਂ ਅਲੱਗ ਨਹੀਂ ਕਰ ਸਕਦੀ। ਆਮੀਨ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ। ਤੇ ਅਸੀਂ ਗੀਤ ਗਾਵਾਂਗੇ। ਮੈਂ ਬ੍ਰਦਰ ਨੂੰ ਕਹਾਂਗਾ ਕਿ ਆਉਣ ਤੇ ਸਰਵਿਸ ਨੂੰ ਆਪਣੇ ਹੱਥਾਂ ਦੇ ਵਿੱਚ ਲੈ।